ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। पंजाब फोकस प्रोग्राम ਦੇ ਸਾਰੇ ਦਰਸ਼ਕੋ ਬਹੁਤ-ਬਹੁਤ ਮਿਹਰਬਾਨੀ ਤੇ ਸ਼ੁਕਰੀਆ ਔਰ ਤੁਹਾਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਕਹਿੰਦੇ ਹਾਂ, ਸਤਿਕਾਰ ਕਰਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਸਾਰੀਆਂ ਜਿਹੜੇ ਪੰਜਾਬ ਦੇ ਇਸ਼ੂ ਨੇ, ਮਗ ਦੇ ਮਸਲੇ ਨੇ, ਉਹਨਾਂ ਤੇ ਇਹ ਆਧਾਰਿਤ ਹੈ ਔਰ ਮੇਰੇ ਨਾਲ ਸੰਜੀਵ ਖੰਨਾ ਜੀ ਬੈਠੇ ਨੇ ਔਰ ਅਸੀਂ ਅੱਜ ਉਹਨਾਂ ਵਿਸ਼ਿਆਂ ਤੇ, ਉਹਨਾਂ ਪੁਆਇੰਟਸ ਤੇ ਚਰਚਾ ਕਰਾਂਗੇ ਜਿਹੜੇ ਪੰਜਾਬ ਵਿੱਚ ਹੁਣੇ ਵਾਪਰੇ ਨੇ ਔਰ ਉਹਨਾਂ ਮਸਲਿਆਂ ਨੂੰ ਚਾਹੇ ਸਰਕਾਰ ਉਦੋਂ ਨਜਿੱਠ ਲੈਂਦੀ ਆ, ਪਰ ਕਈ ਜਿਹੜੇ ਵਿਸ਼ੇ ਨੇ ਉਹ ਚਰਚਾ ਦਾ ਬਣ ਜਾਂਦੇ ਨੇ ਸਾਰਾ ਮਸਲਾ ਔਰ ਅਸੀਂ ਉਹਨਾਂ ਮਸਲਿਆਂ ਨਾਲ ਅੱਜ ਤੁਹਾਨੂੰ ਜਾਣੂ ਕਰਵਾਵਾਂਗੇ। ਔਰ ਖੰਨਾ ਜੀ, ਕੋਈ ਇਸ ਤਰ੍ਹਾਂ ਦਾ ਮਸਲਾ ਕਿਹੜਾ ਜਿਹੜਾ ਇਸ ਵੇਲੇ ਪੰਜਾਬ 'ਚ ਬਿਲਕੁਲ ਭਖਦਾ ਵੀ ਔਰ ਪੰਜਾਬ ਦੇ ਸਾਰੇ ਦਰਸ਼ਕਾਂ ਦਾ, ਲੋਕਾਂ ਦਾ ਇਹਦੇ ਵੱਲ ਧਿਆਨ? ਅੱਜ 6 ਜੂਨ ਘੱਲੂਘਾਰਾ ਦਿਵਸ ਜੀ ਪੰਜਾਬ ਦੇ ਵਿੱਚ, ਸੋ ਸਾਰਿਆਂ ਦੇ ਮਨ ਵੀ ਭਰੇ ਹੋਏ ਨੇ ਕਿਉਂਕਿ ਹਰ ਸਾਲ ਅਸੀਂ ਮਨਾਉਂਦੇ ਹਾਂ। ਸੋ CM ਸਾਹਿਬ ਵੀ ਗਏ ਨੇ, ਉਹਨਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ ਔਰ ਨਾਲ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ, ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ। ਤਾਂ ਜ਼ਰੂਰੀ ਤੌਰ ਤੇ ਜੋ ਪੰਜਾਬ ਦੇ ਸਮਾਜਿਕ ਮਸਲੇ ਨੇ, ਧਾਰਮਿਕ ਮਸਲੇ ਨੇ, ਜੋ ਪੈਂਡਿੰਗ ਮਸਲੇ ਪਏ ਨੇ, ਬੇਅਦਬੀ ਦੇ ਮਸਲੇ ਨੇ, ਹੋਰ ਕਈ ਮਸਲੇ ਨੇ, ਕਿਉਂਕਿ ਸਾਨੂੰ ਹਮੇਸ਼ਾ ਦਿਸ਼ਾ ਨਿਰਦੇਸ਼ ਮਿਲਦੇ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ। ਸੋ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਜ਼ਰੂਰੀ ਤੌਰ ਤੇ ਗੱਲਬਾਤ ਹੋਈ ਹੈ। ਹਜੇ ਕਿ ਇਹ ਸਾਰੀ ਜਾਣਕਾਰੀ ਜਨ ਤੱਕ ਨਹੀਂ ਕੀਤੀ ਗਈ, ਲੋਕਾਂ ਤੱਕ ਨਹੀਂ ਪਹੁੰਚਾਈ ਗਈ, ਪਰ ਜੋ ਕਿਆਸ ਰਾਈਆਂ ਨੇ ਉਹ ਇਹੀ ਨੇ ਕਿ ਜਿਹੜੇ ਇਸ ਵਕਤ ਮੌਜੂਦਾ ਹਾਲਾਤ ਨੇ ਪੰਜਾਬ ਦੇ, ਉਹਦੇ ਬਾਰੇ ਸਾਰੀ ਗੱਲਬਾਤ ਜ਼ਰੂਰ ਹੋਈ ਹੋਣੀ ਹੈ ਤੇ ਧਾਰਮਿਕ ਤੌਰ ਤੇ ਅਸੀਂ ਇਹਨਾਂ ਮਸਲਿਆਂ ਦੇ ਨਾਲ ਕਿਵੇਂ ਨਜਿੱਠ ਸਕਦੇ ਹਾਂ ਉਸ ਦੇ ਬਾਰੇ ਵੀ ਜ਼ਰੂਰੀ ਤੌਰ ਤੇ ਗੱਲਬਾਤ ਹੋਈ ਹੋਣੀ ਹੈ। ਬਾਕੀ ਥੋੜੀ ਬਹੁਤ ਗੱਲ ਇਹ ਸਾਹਮਣੇ ਆਈ ਹੈ ਕਿ ਮਾਨ ਸਾਹਿਬ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਤੇ ਬਾਕੀ ਉੱਥੇ ਸੇਵਾ ਕੀਤੀ ਹੈ, ਲੰਗਰ ਛਕਿਆ, ਉਹ ਤੇ ਸਾਰੇ ਆਪਾਂ ਜਦੋਂ ਮੱਥਾ ਟੇਕਦੇ ਹਾਂ ਉੱਥੇ ਪ੍ਰਸ਼ਾਦ ਲੈਂਦੇ ਹੀ ਹਾਂ। ਸੋ ਇਹ ਅੱਜ ਦੀ ਤਾਂ ਇਹੀ ਮੁੱਖ ਗੱਲ ਜਿਹੜੀ ਸਾਰੇ ਪੰਜਾਬ ਦੇ ਵਿੱਚ ਚੱਲਦੀ ਪਈ ਹੈ। ਬਿਲਕੁਲ, ਸਾਡੇ ਸਾਰੇ ਦਰਸ਼ਕ ਪੰਜਾਬ 'ਚ ਨਹੀਂ, ਪੂਰੇ ਵਿਸ਼ਵ ਵਿੱਚ, ਪੂਰੇ ਹਿੰਦੁਸਤਾਨ 'ਚ ਵੀ ਇਹ ਜਾਣਕਾਰ ਨੇ ਕਿ 1984 'ਚ ਜਿਹੜਾ ਇਹ ਅਪਾਗਾ ਦਿਨ ਆਇਆ ਸੀਗਾ, ਅੱਜ ਦਾ ਦਿਨ ਜਿਹੜਾ ਜਿਹਨੂੰ ਅਸੀਂ ਘੱਲੂਘਾਰਾ ਦਿਵਸ ਦੇ ਨਾਲ ਯਾਦ ਕਰਦੇ ਹਾਂ, ਇਹ ਪੂਰੇ ਇਤਿਹਾਸ ਵਿੱਚ ਬੜਾ ਅਪਾਗਾ ਦਿਨ ਗਿਣਿਆ ਜਾਂਦਾ ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ 'ਤੇ ਮੌਕੇ ਦੀ ਹਕੂਮਤ ਨੇ ਉਦੋਂ ਹਮਲਾ ਕੀਤਾ ਸੀਗਾ ਔਰ ਬੜਾ ਨੁਕਸਾਨ ਹੋਇਆ ਸੀਗਾ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਕੀ ਹੋਇਆ, ਢਹਿ ਹੋ ਗਿਆ ਸੀਗਾ, ਪਰ ਬਾਅਦ ਵਿੱਚ ਉਹਨੂੰ ਇਹਨਾਂ ਨੇ ਉਸਾਰਨ ਦੀ ਗੱਲ ਕੀਤੀ। ਇੰਦਰਾ ਗਾਂਧੀ ਜੀ ਨੇ ਸੰਤ ਬਾਬਾ ਸੰਤਾ ਸਿੰਘ ਜੀ ਦੇ ਰਾਹੀਂ ਇਹਦੀ ਉਸਾਰੀ ਦਾ ਕੀਤਾ ਕੰਮ, ਪਰ ਇਹ ਸੰਗਤ ਨੇ ਇਹਨੂੰ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਸੇਵਾ ਭਾਵਨਾ ਨਾਲ ਹੀ ਸਾਰਾ ਕੁਝ ਹੋਊਗਾ। ਪਰ ਉਹਦੀ ਬਾਅਦ ਫਿਰ ਉਸਾਰੀ ਹੋਈ ਅਕਾਲ ਤਖਤ ਦੀ, ਫਿਰ ਉਸੇ ਤਰ੍ਹਾਂ ਉਸੇ ਸਟਰਕਚਰ 'ਚ, ਉਸੇ ਇਮਾਰਤੀ ਹੁਨਰ 'ਚ ਦੁਬਾਰਾ ਉਸਾਰਿਆ ਗਿਆ। ਪਰ ਇਹ ਬੜੀ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਇਹ ਉਸ ਵੇਲੇ ਮੌਕੇ ਦੀ ਹਕੂਮਤ ਔਰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ, ਮਰਹੂਮ ਇੰਦਰਾ ਗਾਂਧੀ ਕੋਲ ਬੜੀ ਵੱਡੀ ਗਲਤੀ ਹੋ ਗਈ ਸੀ ਔਰ ਇਹ ਇਤਿਹਾਸ ਵੀ ਦੱਸਦਾ ਹੈ ਔਰ ਮੇਰਾ ਕੋਈ ਨਿੱਜੀ ਵਿਚਾਰ ਨਹੀਂ। ਸ੍ਰੀ ਹਰਿਮੰਦਰ ਸਾਹਿਬ 'ਤੇ ਜਿੰਨੇ ਵੀ ਹਮਲਾਵਰ ਆਏ, ਉਹਨਾਂ ਨੇ ਜੇ ਕੋਈ ਹਮਲਾ ਕਰਕੇ ਨੁਕਸਾਨ ਪਹੁੰਚਾਇਆ, ਉਹਨਾਂ ਦਾ ਵੀ ਆਪਣਾ ਨੁਕਸਾਨ, ਪਰਿਵਾਰ ਦਾ ਨੁਕਸਾਨ ਬਹੁਤ ਕੁਝ ਹੋਇਆ। ਜਿਸ ਤਰ੍ਹਾਂ ਅਬਦਾਲੀ ਤੋਂ ਲੈ ਕੇ ਨਾਦਰ ਆ, ਜਿਸ ਤਰ੍ਹਾਂ ਔਰੰਗਜ਼ੇਬ ਆ ਔਰ ਮੱਸਾ ਰੰਗੜ ਦਾ ਜਿਹੜਾ ਉਹਨਾਂ ਨੇ ਅੰਦਰ ਉਦੋਂ ਡਾਂਸ ਕਰਵਾ ਰਿਹਾ ਸੀਗਾ ਔਰ ਉਹਨੂੰ ਰੋਕਣ ਲਈ ਦੇਖੋ, ਮਾੜੀ ਕੰਬੋ ਪਿੰਡ ਹੈਗਾ ਨਾਲ ਹੀ ਅੰਮ੍ਰਿਤਸਰ ਦੇ, ਉੱਥੋਂ 2 ਨੌਜਵਾਨ ਮੁੰਡੇ ਆਏ, ਸੁੱਖਾ ਸਿੰਘ ਔਰ ਮਹਿਤਾਬ ਸਿੰਘ। ਹਿਸਟਰੀ ਹੈ, ਕੋਈ ਬਹੁਤ ਲੰਬੀ ਵੱਡੀ ਕਹਾਣੀ ਨਹੀਂ। ਔਰ ਉਹਨਾਂ ਨੇ 2 ਘੋੜਿਆਂ 'ਤੇ ਆਏ, ਉਹ ਘੋੜੇ ਉੱਥੇ ਬੰਨ੍ਹ ਕੇ ਉਹਨਾਂ ਨੇ ਅੰਦਰ ਗਏ, ਅੰਦਰ ਮਾਮਲਾ ਪੇਸ਼ ਕੀਤਾ ਉਹਨਾਂ ਨੂੰ, ਬੋਰੀਆਂ। ਮੱਸਾ ਰੰਗੜ ਨੂੰ ਕਿਹਾ 2 ਬੋਰੀਆਂ ਤੁਹਾਡਾ ਮਾਮਲਾ ਆ ਗਿਆ, ਤੁਹਾਡਾ ਅਸੀਂ ਅਦਾ ਕਰਨਾ, ਕਿੱਥੇ ਰੱਖੀ? ਉਹਨਾਂ ਨੇ ਕਿਹਾ ਮੰਜੀ ਥੱਲੇ ਰੱਖ ਦਿਓ। ਜਿਉਂ ਇਹਨਾਂ ਨੇ ਸਿਰ ਥੱਲੇ ਨੂੰ ਨਵਾਇਆ ਵੇਖਣ ਲਈ, ਤਾਦੀ ਤਲਵਾਰ ਦਾ ਵਾਰ ਕਰਕੇ ਉਹਨਾਂ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ। ਇਹ ਹਿਸਟਰੀ ਹੈ ਔਰ ਇਤਿਹਾਸ ਹੈ। ਔਰ ਦੂਸਰੀ ਗੱਲ ਉਹ ਵੀ ਆਈ ਹੈ ਗੱਲ ਕਿ ਜਦੋਂ ਇਤਿਹਾਸ 'ਚ ਇਹ ਰਚਿਆ ਗਿਆ, ਸਿੱਖ ਇਤਿਹਾਸ ਹੈ ਕਿ ਜਦੋਂ ਅਬਦਾਲੀ ਔਰ ਜਦੋਂ ਅਬਦਾਲੀ ਹੋਰਾਂ ਨੇ, ਨਾਦਰ ਹੋਰਾਂ ਨੇ ਪੰਜਾਬ 'ਚ ਜਦੋਂ ਹਮਲੇ ਕਰਦੇ ਰਹੇ, ਉਹਨਾਂ ਨੇ ਵੇਖਿਆ ਕਿ ਜਿਹੜੇ ਸਿੱਖ ਹੈ ਬੜੇ ਲੜਦੇ ਆ, ਇਹ ਘੋੜਿਆਂ ਤੋਂ ਉਤਰਦੇ ਨਹੀਂ। ਉਹਨਾਂ ਨੇ ਇਹਨਾਂ ਦਾ ਭੇਦ ਲਿਆ ਵੀ ਕਿਸ ਤਰ੍ਹਾਂ ਤੁਰੇ ਫਿਰਦੇ ਆ, ਕਿੱਧਰ ਰਹਿੰਦੇ ਆ। ਉਹਨਾਂ ਨੇ ਕਿਹਾ ਜੀ ਇਹ ਘੋੜ ਸਵਾਰੀ ਕਰਦੇ ਆ ਔਰ ਰਾਤ ਦਿਨ ਉੱਥੇ ਖਾਂਦੇ ਪੀਂਦੇ, ਉੱਥੇ ਸੌਂਦੇ, ਉੱਥੇ ਸਾਰਾ ਕੁਝ ਕਰਦੇ ਆ। ਫਿਰ ਇਹਦੇ ਇਸ਼ਨਾਨ ਕਰਦੇ ਆ ਦਰਬਾਰ ਸਾਹਿਬ ਸਰੋਵਰ ਤੋਂ, ਫਿਰ ਇਹ ਇਹਨਾਂ 'ਚ ਜੋਸ਼ ਆਉਂਦਾ, ਫਿਰ ਇਹ ਲੜਦੇ ਆ, ਫਿਰ ਕਿਸੇ ਕੋ ਫੜੇ ਨਹੀਂ ਰਹਿੰਦੇ। ਹਮਲਾਵਰ ਅਸੀਂ ਉਹਨਾਂ 'ਤੇ ਜ਼ੋਰ ਲਾਉਂਦੇ ਆ। ਫਿਰ ਉਹਨਾਂ ਨੇ ਇਹ ਕੀਤਾ ਕਿ ਸਰੋਵਰ ਨੂੰ ਉਹਨਾਂ ਨੇ ਉਦੋਂ ਪੂਰਨਾ ਸ਼ੁਰੂ ਕਰ ਦਿੱਤਾ, ਪਰ ਬਾਅਦ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਔਰ ਉਹਨਾਂ 'ਤੇ ਹਮਲੇ ਵੀ ਹੋਏ,
ਘੋੜੀ ਤੋਂ ਡਿੱਗ ਕੇ ਮਰੇ ਵੀ ਉਹ, ਭੱਠੇ 'ਚ ਜਾ ਕੇ ਸੜੇ ਵੀ ਉਹ, ਔਰ ਇਹ ਇਸ ਤਰ੍ਹਾਂ ਦੀ ਇੱਕ ਬੜੀ ਕਹਾਣੀ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਇਹਦੇ ਨਾਲ ਸਾਂਝ ਪਾਵਾਂਗੇ। ਪਰ ਇਹ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਨੀਅਤ ਨਾਲ ਹਮਲਾ ਹੁੰਦਾ ਹੈ ਔਰ ਉਹਦੇ ਵਿੱਚ ਬਹੁਤ ਕੁਝ ਉਹਨਾਂ ਦਾ ਨੁਕਸਾਨ ਹੁੰਦਾ ਜਿਹੜੇ ਹਮਲਾਵਰ ਹੁੰਦੇ ਆ, ਕਿਉਂਕਿ ਇਹ ਜਿਹੜੀ ਪੂਜਨਯੋਗ ਸਥਾਨ ਹੁੰਦਾ, ਲੋਕਾਂ ਦਾ ਇਹ ਇਸ਼ਟ ਹੁੰਦਾ ਸਾਰੇ ਧਰਮਾਂ ਦਾ। ਔਰ ਸ੍ਰੀ ਦਰਬਾਰ ਸਾਹਿਬ ਨੂੰ ਨਾ ਕੇਵਲ ਸਿੱਖ ਆ, ਇਹਨੂੰ ਸਾਰੇ ਮੁਸਲਮਾਨ ਵੀ ਮੰਨਦੇ ਆ, ਹਿੰਦੂ ਵੀ ਮੰਨਦੇ ਆ, ਔਰ ਕ੍ਰਿਸਚਨ ਵੀ ਆ, ਜੈਨੀ ਵੀ ਆ, ਬੁੱਧ ਵੀ, ਸਾਰੇ ਧਰਮਾਂ ਦੇ ਲੋਕ ਉੱਥੇ ਆਪਣੇ ਅਰਪਿਤ ਕਰਦੇ ਆ, ਸਤਿਕਾਰ ਅਰਪਿਤ ਕਰਦੇ ਆ। ਸਭ ਦਾ ਸਾਂਝਾ ਹੈਗਾ। ਚਾਰੇ ਦਰਵਾਜ਼ੇ ਵੀ ਇਹਨਾਂ ਦੇ ਚਾਰੇ ਵਰਣਾਂ ਲਈ ਸਾਂਝਾ ਹੈਗਾ, ਔਰ ਚਾਰੇ ਵਰਣਾਂ ਦੇ ਲਈ ਤੇ ਕੋਈ ਵੀ ਕਿਸੇ ਪਾਸਿਓਂ ਆ ਸਕਦਾ। ਔਰ ਇਹਦੀ ਸੇਵਾ ਜਿਹੜੀ ਉੱਤੇ ਸੋਨੇ ਦੇ ਪੱਤਰੇ ਚੜਾਏ ਨੇ, ਇਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਚੜਾਏ ਆ। ਉਹਨਾਂ ਨੇ ਕੇਵਲ ਇੱਥੇ ਨਹੀਂ, ਮੰਦਰਾਂ 'ਚ ਵੀ, ਔਰ ਜਵਾਲਾ ਜੀ ਦੇਖ ਲਓ, ਚਿੰਤਪੁਰਨੀ ਦੇਖ ਲਓ, ਔਰ ਉੱਥੇ ਅੱਗੇ ਕੀ ਲਿਖਿਆ, ਪੰਥ ਦੇ ਦਾਸ ਰਣਜੀਤ ਸਿੰਘ ਨੇ ਇਹਦੀ ਸੇਵਾ ਕਰਾਈ। ਕੋਈ ਉਹਨਾਂ ਨੇ ਮਹਾਰਾਜਾ, ਕੋਈ ਸ਼ੇਰੇ ਪੰਜਾਬ ਨਹੀਂ ਲਿਖਿਆ। ਔਰ ਦੇਖ ਲਓ ਇਹ ਜਿਹੜੀ ਇਤਿਹਾਸ ਹੈ, ਕੋਈ ਬਹੁਤ ਲੰਬਾ ਚੌੜਾ ਨਹੀਂਗਾ, ਥੋੜ੍ਹੀ ਦੇਰ ਦੀ ਗੱਲ ਹੀ ਹੈਗੀ ਆ ਜਦੋਂ ਇਹ ਸਾਰਾ ਕੁਝ ਵਾਪਰਿਆ। ਪਰ ਅੱਜ ਜੋ ਵੀ ਪੰਜਾਬ ਦੇ ਨਹੀਂ ਸਾਰੇ ਲੋਕ ਇਸ ਅਭਾਗੇ ਦਿਨ ਨੂੰ ਮਨਾ ਰਹੇ ਆ, ਦਿਨ ਨੂੰ ਯਾਦ ਕਰ ਰਹੇ ਆ। ਔਰ ਜਦੋਂ ਵੀ ਜਿੰਨਾ ਨੁਕਸਾਨ ਹੋਇਆ ਉਦੋਂ ਬਾਅਦ ਦੇਖੋ ਫਿਰ ਉਸੇ ਤਰ੍ਹਾਂ ਹੀ ਸਾਰਾ ਦੇਸ਼ ਪੰਜਾਬ ਵਸਣ ਲੱਗ ਪਿਆ। ਜਦੋਂ ਮੀਰ ਮਨੂ ਦੀ ਹਿਸਟਰੀ ਹੈ ਕਿ ਸਿੱਖ ਇਹਨਾਂ ਨੂੰ ਕਹਿੰਦੇ ਸੀ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜੇ ਮਨੂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਦੇਖੋ ਇਹ ਉਹਨਾਂ ਦਿਨਾਂ ਵਿੱਚੋਂ ਬਾਅਦ ਫਿਰ ਲੋਕ ਉੱਥੇ ਦੇ ਉੱਥੇ ਸਰਜੀਤ ਹੋ ਕੇ ਉੱਥੇ ਦੇ ਉੱਥੇ ਆ ਕੇ ਖੁਸ਼ਹਾਲ ਵਸ ਰਹੇ ਆ, ਉਸੇ ਤਰ੍ਹਾਂ ਬੱਚੇ ਪਾਲ ਰਹੇ ਆ, ਉਸੇ ਤਰ੍ਹਾਂ ਦੀ ਜ਼ਮੀਨ ਆ, ਸਾਰਾ ਕੁਝ ਵਾਪਰ ਗਿਆ। ਉਹਦੇ ਬਾਵਜੂਦ ਵੀ ਫਿਰ ਉਸੇ ਤਰ੍ਹਾਂ ਸਟੈਂਡ ਕਰ ਗਏ ਆ। ਔਰ ਇਹ ਉਸ ਮੌਕੇ ਦੀ ਹਕੂਮਤ ਨੂੰ ਇਸ ਗੱਲ ਤੋਂ ਲੈਸਨ ਦੇਣਾ ਚਾਹੀਦਾ, ਪਾਠ ਪੜ੍ਹਨਾ ਚਾਹੀਦਾ ਕਿ ਇਹੋ ਜਿਹੇ ਤਸ਼ੱਦਦ, ਇਹੋ ਜਿਹੇ ਜਿਹੜੇ ਆ ਰੋਹਬ ਔਰ ਇਹੋ ਜਿਹੀਆਂ ਜਿਹੜੀਆਂ ਲੋਕਾਂ 'ਤੇ ਨੁਕਸਾਨ ਪਹੁੰਚਾਉਣਾ ਬੜਾ ਔਖੀ ਅਤੇ ਭਾਰੀ ਗੱਲ ਹੈ, ਔਰ ਉਹਨਾਂ 'ਤੇ ਆ ਪੈਂਦੀ ਹੈ। ਔਰ ਅਸੀਂ ਨਾਂ ਤਾਂ ਨਹੀਂ ਹੁਣ ਲੈ ਰਹੇ ਕਿ ਜਿਨ੍ਹਾਂ ਨੇ ਕਰਾਏ ਆ, ਜਿਨ੍ਹਾਂ ਨੇ ਇਹ ਹਮਲਾ ਕਰਾਇਆ, ਉਹ ਆਪ ਵੀ ਵਸੇ ਨਹੀਂ, ਉਹਨਾਂ ਦਾ ਪਰਿਵਾਰ ਵੀ ਨਹੀਂ ਲੱਭਦਾ ਇਸ ਵੇਲੇ। ਇਹ ਸਿੱਟਾ ਆਉਂਦਾ ਸਾਹਮਣੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਭ ਤੋਂ ਜ਼ਿਆਦਾ ਚੋਟ ਪਹੁੰਚਦੀ ਹੈ ਆਮ ਲੋਕਾਂ ਨੂੰ। ਬਿਲਕੁਲ, ਜਿਨ੍ਹਾਂ ਨੇ ਨਾ ਸਿਆਸਤ ਤੋਂ ਕੁਝ ਲੈਣਾ ਹੁੰਦਾ, ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਨਹੀਂ ਲੈਣਾ ਹੁੰਦਾ, ਉਹਨਾਂ ਨੇ ਜਾ ਕੇ ਬਸ ਬਾਬਾ ਜੀ ਨੂੰ ਮੱਥਾ ਟੇਕਣਾ ਹੁੰਦਾ। ਬਿਲਕੁਲ, ਉਹਨਾਂ ਦਾ ਬਸ ਇੰਨਾ ਹੀ ਕੰਮ ਹੁੰਦਾ। ਤੇ ਜਦੋਂ ਉਹ ਦੇਖਦੇ ਨੇ ਕਿ ਉਹ ਪਾਕ ਪਵਿੱਤਰ ਸਥਾਨ ਜਿੱਥੇ ਜਾ ਕੇ ਉਹ ਆਪਣੇ ਕਾਰਜ ਪੂਰੇ ਕਰਦੇ ਨੇ, ਜਿੱਥੇ ਜਾ ਕੇ ਉਹ ਬਾਬਾ ਜੀ ਤੋਂ ਮੰਗਦੇ ਨੇ ਸਭ ਕੁਝ, ਜਿੱਥੋਂ ਸਭ ਕੁਝ ਮਿਲਦਾ ਹੈ, ਉੱਥੇ ਇਦਾਂ ਦੀ ਘਟਨਾ ਵਾਪਰਦੀ ਆ ਤੇ ਦਿਲ ਟੁੱਟ ਜਾਂਦੇ ਨੇ। ਔਰ ਉਹ ਦਿਲ ਟੁੱਟਿਆ ਹੋਇਆ ਹਜੇ ਤੱਕ ਵੀ ਉਹ ਚੀਜ਼ਾਂ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਉਹ ਸਭ ਪਿੰਡੇ ਦੇ ਹੰਡਾਏ ਨੇ, ਜਿਹੜੇ ਬਾਅਦ ਵਿੱਚ ਜਨਰੇਸ਼ਨ ਪੈਦਾ ਹੋਈ ਆ ਉਹਨਾਂ ਨੂੰ ਤੇ ਪਤਾ ਬਾਅਦ ਚ ਲੱਗਦਾ, ਪਰ ਜਿਹੜੇ ਉਸ ਮਾਹੌਲ ਚੋਂ ਨਿਕਲੇ ਨੇ ਕਿ ਉਸ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ, ਉਹ ਨਹੀਂ ਭੁੱਲ ਸਕਦੇ ਕਦੇ ਵੀ। ਜਦੋਂ ਤੱਕ ਜੀਵਨ ਹੈ ਉਹਨਾਂ ਨੂੰ ਇਹ ਸੱਟ ਜ਼ਰੂਰ ਦਿਲ ਤੇ ਵੱਜਣੀ ਹੈ। ਔਰ ਆਮ ਲੋਕ ਜਿਹੜੇ ਨੇ ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਨਹੀਂ ਲੈਣਾ ਹੁੰਦਾ, ਉਹਨਾਂ ਨੇ ਸਿਰਫ ਜਾ ਕੇ ਉੱਥੇ ਮੱਥਾ ਟੇਕਣਾ ਹੁੰਦਾ ਕਿ ਇਹ ਸਾਡੇ ਬਾਬਾ ਜੀ ਦਾ ਸਥਾਨ ਹੈ, ਇਹ ਬਾਬਾ ਜੀ ਨੇ ਸਾਡੇ ਵਾਸਤੇ ਬਣਾਇਆ, ਇੱਥੇ ਜਾ ਕੇ ਅਸੀਂ ਆਪਣਾ ਸੁੱਖ ਦੁੱਖ ਕਰਦੇ ਹਾਂ ਆਪਣੇ ਗੁਰੂ ਨਾਲ, ਆਪਣੇ ਬਾਬਾ ਜੀ ਨਾਲ, ਤੇ ਉੱਥੋਂ ਸਭ ਕੁਝ ਮੰਗਦੇ ਹਾਂ, ਦਾਤਾਂ ਲੈ ਕੇ ਘਰ ਆਉਂਦੇ ਹਾਂ। ਤੇ ਜਦੋਂ ਉਹਨਾਂ ਨੇ ਦੇਖਿਆ ਇਹ ਘਟਨਾ ਵਾਪਰੀ ਹੈ, ਤੇ ਅੱਜ ਵੀ ਤੁਸੀਂ ਬਜ਼ੁਰਗਾਂ ਨਾਲ ਗੱਲਾਂ ਕਰੋ ਕਿ ਜਦੋਂ ਉਹ ਘਟਨਾ ਵਾਪਰੀ ਤੇ ਕੁਝ ਦੱਸੋ, ਉਹ ਕੁਝ ਨਹੀਂ ਬੋਲਣਗੇ, ਬਸ ਅੱਖਾਂ 'ਚੋਂ ਪਾਣੀ ਵਹਿਣਾ ਸ਼ੁਰੂ ਹੋ ਜਾਊਗਾ ਔਰ ਪਤਾ ਨਹੀਂ ਕਿੰਨੀ ਦੇਰ ਪਾਣੀ ਚੱਲਦਾ ਰੂ ਅੱਖਾਂ 'ਚੋਂ। ਅਦਭੁਤ ਸਤਿਕਾਰ ਹੈ ਨਾ ਅੰਦਰ, ਹੰਝੂ ਚੱਲਦੇ ਰਹਿਣਗੇ, ਚੰਦੇ ਰਹਿਣਗੇ, ਕੁਝ ਨਹੀਂ ਬੋਲਣਗੇ, ਚੁੱਪ-ਚਾਪ ਬਹਿ ਜਾਣਗੇ ਗੁੰਮ-ਸੁੰਮ ਹੋ ਕੇ। ਸੋ ਇਹ ਘਟਨਾ ਅੱਜ ਵੀ ਇਤਿਹਾਸ ਵਿੱਚ ਹਮੇਸ਼ਾ ਇਹ ਜਿਉਂਦੀ ਰਹੇਗੀ। ਸੋ ਅਸੀਂ ਅਰਦਾਸ ਕਰਦੇ ਹਾਂ ਮੁੜ ਤੋਂ ਅਜਿਹੀਆਂ ਘਟਨਾ ਕਿਤੇ ਵੀ ਨਾ ਵਾਪਰਨ, ਹਰ ਥਾਂ ਦੇ ਉੱਤੇ ਪਿਆਰ ਭਾਈਚਾਰਾ ਬਣਿਆ ਰਹੇ, ਕੋਈ ਮਸਲੇ ਹੀ ਨਾ ਹੋਣ, ਸਾਰੇ ਮਸਲੇ ਆਪੇ ਹੀ ਗੁਰੂ ਦੀ ਮਿਹਰ ਨਾਲ ਹੱਲ ਹੋ ਜਾਣ। ਕੀ ਲੈਣਾ ਇਹਨਾਂ ਮਸਲਿਆਂ ਤੋਂ, ਇੱਕ ਸਿੱਧੀ ਸਾਦੀ ਜ਼ਿੰਦਗੀ, ਪਵਿੱਤਰ ਪਾਕ ਜ਼ਿੰਦਗੀ ਹੋਵੇ, ਸਭ ਦੇ ਮਨ ਸਾਫ਼ ਹੋਣ, ਸਭ ਦੀ ਸੋਚ ਸਾਫ਼ ਹੋਵੇ, ਸਾਰੇ ਮਿਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰੀਏ, ਸਭ ਦਾ ਸਤਿਕਾਰ ਕਰੀਏ, ਆਪਣੀ ਕਿਰਤ ਕਰੀਏ ਤੇ ਰੋਜ਼ੀ ਰੋਟੀ ਖਾਈਏ, ਆਪਣਾ ਨਾਮ ਜਪੀਏ ਤੇ ਵੰਡ ਛਕੀਏ ਤੇ ਸਿੱਧੀ ਸਾਦੀ ਜ਼ਿੰਦਗੀ ਬਿਤਾਈਏ। ਕੀ ਮਸਲਿਆਂ ਤੋਂ ਲੈਣਾ ਦੇਣਾ? ਔਰ ਮਸਲੇ ਖੜੇ ਕਿਉਂ ਕਰਦੇ ਹਾਂ ਅਸੀਂ? ਮਸਲੇ ਖੜੇ ਇਸ ਕਰਕੇ ਹੁੰਦੇ ਨੇ ਕਿਉਂਕਿ ਲਾਲਚ ਹੈ। ਨਹੀਂ, ਇਹਦੇ 'ਚ ਲਾਲਚ ਵੀ ਹੈ, ਇਹਦੇ 'ਚ ਪਤਾ ਜਦੋਂ ਧਰਮ ਦੇ ਵਿੱਚ ਸਿਆਸਤ ਆ ਕੇ ਪ੍ਰਵੇਸ਼ ਕਰ ਜਾਂਦੀ ਹੈ, ਰਾਜਨੀਤੀ ਆ ਕੇ ਪ੍ਰਵੇਸ਼ ਕਰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦੇ ਨਾਲ ਇਹ ਸੈਂਟੀਮੈਂਟਲ ਔਰ ਜਜ਼ਬਾਤੀ ਹੋਣਗੇ। ਜੇ ਅਸੀਂ ਮੁਸਲਮਾਨ ਮੁਹੰਮਦਨ ਉਹਨਾਂ ਦੀ ਗੱਲ ਕਰੀਏ, ਉਹਨਾਂ 'ਚ ਵੀ ਜਹਾਦ ਦੀ ਲੜਾਈ ਹੁੰਦੀ ਹੈ, ਉਹਨਾਂ 'ਚ ਵੀ ਧਰਮ ਦੀ ਲੜਾਈ ਹੁੰਦੀ ਹੈ। ਇਸ ਕਰਕੇ ਹੁੰਦੀ ਹੈ ਕਿ ਲੋਕ ਯੂਨਾਈਟ ਹੋ ਜਾਣਗੇ, ਭੱਜ ਨੱਠ ਕਰਨਗੇ, ਔਰ ਸਿਆਸਤ ਜਦੋਂ ਆਉਂਦੀ ਹੈ ਧਰਮ ਦੇ ਵਿੱਚ ਲੋਕ ਮਰ ਮਿਟ ਜਾਂਦੇ ਆ, ਬੜਾ ਕੁਛ ਹੁੰਦਾ, ਕਿਉਂਕਿ ਉਹਨਾਂ ਨੂੰ ਜਜ਼ਬਾਤੀ ਕਰ ਦਿੰਦੇ ਆ, ਉਹਨਾਂ ਦੇ ਉੱਤੇ ਬੜਾ ਕੁਛ ਥੋਪ ਦਿੰਦੇ ਆ। ਉਹ ਉਸ ਧਰਮ ਦੇ ਬਚਾਓ ਲਈ ਉਹਨਾਂ ਨੂੰ ਕਹਿੰਦੇ ਤੁਹਾਡੇ ਧਰਮ ਨੂੰ ਖਤਰਾ। ਉਦੋਂ ਹੁੰਦਾ ਨਹੀਂ, ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਹੋਇਆ, ਸਿਰਫ ਸਿਆਸਤ ਦਾ ਖਤਰਾ ਹੁੰਦਾ।
ਸਿਆਸਤ ਹੀ ਸਾਰਾ ਕੁਝ ਖਤਰਾ ਪੈਦਾ ਕਰਦੀ ਆ। ਤਦ ਹੀ ਲੋਕਾਂ ਦੇ ਮਨਾਂ 'ਚ ਇਸ ਤਰ੍ਹਾਂ ਦੀ ਜ਼ਹਿਰ ਭਰ ਦਿੰਦੀ ਹੈ ਤੇ ਲੋਕ ਫਿਰ ਬਲੱਡ ਸ਼ੈਡ ਕਰਦੇ ਆ, ਮਾਰ ਧਾੜ ਕਰਦੇ ਆ ਕਿ ਉਹ ਯਾਰ ਸਾਡੇ ਧਰਮ ਬਾਰੇ ਆ ਬੋਲਿਆ। ਇਹ ਜੇ ਹੈ ਲੋਕਾਂ 'ਚ ਸਾਰੀ ਬੁਰਸ਼ਾਗਰਦੀ ਸ਼ੁਰੂ ਕਰ ਦੇਣੀ, ਮਾਰ ਪਟਾਈ ਸ਼ੁਰੂ ਕਰ ਦੇਣੀ ਧਰਮ ਦੇ ਰਾਹੀਂ, ਧਰਮ ਦੇ ਨਾਂ ਤੇ। ਮੈਂ ਵੈਸੇ ਇੱਕ ਚੀਜ਼ ਸੋਚਦਾ ਬਲਕਾਰ ਜੀ, ਇਹ ਸਿਆਸਤ ਨੂੰ ਕੀ ਮਿਲਦਾ ਹੈ ਇਦਾਂ ਦੇ ਕੰਮ ਕਰਵਾ ਕੇ? ਬਿਲਕੁਲ ਇਦਾਂ ਇਨਸਾਨ ਨੂੰ ਇਨਸਾਨ ਨਾਲ ਲੜਵਾ ਕੇ ਉਹਨਾਂ ਨੂੰ ਇਹ ਆਂਦਾ ਕੁਰਸੀ ਦੀ ਤਾਂਗ ਔਰ ਲੋਕਾਂ ਨੂੰ ਪਿੱਛੇ ਲਾ ਕੇ ਵੋਟਾਂ ਇਕੱਠੀਆਂ ਕਰਨੀਆਂ ਹੈ ਨਾ, ਸਿਆਸਤ ਦੇ ਨਾਂ ਤੇ ਆਪਣੀਆਂ ਰੋਟੀਆਂ ਸੇਕਣੀਆਂ, ਇਹ ਸਾਰਾ ਕੁਝ ਸਿਆਸਤ ਹੈ, ਇਹਨਾਂ ਨੂੰ ਸਿਖਾਇਆ ਹੁੰਦਾ। ਕੋਈ ਵੀ ਸਿਆਸੀ ਲੀਡਰ ਬਿਲਕੁਲ ਤੌਰ ਤੇ ਧਾਰਮਿਕ ਜਿਹੜੇ ਉਹ ਅਕੀਦੇ ਜਾਂ ਧਰਮ ਨੂੰ ਸਮਝਣ ਦੀ ਜਿਹੜੀ ਉਹ ਪਾਵਰ ਜਾਂ ਉਹਦੇ 'ਚ ਸ਼ਕਤੀ ਨਹੀਂ ਹੁੰਦੀ। ਉਹ 'ਚ ਸ਼ਕਤੀ ਕੀ ਹੁੰਦੀ ਹੈ? ਲੋਕਾਂ ਨੂੰ ਦਫਾੜ ਕਰਨਾ, ਆਰਥਿਕ ਤੌਰ ਤੇ ਥੱਲੇ ਲਾਉਣਾ ਔਰ ਉਹਨਾਂ ਦੀ ਅਪਰੋਚ ਪਿੱਛੇ ਰੱਖਣੀ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਜੇ ਵੱਡੇ ਹੋ ਗਏ, ਤਾਕਤਵਰ ਹੋ ਗਏ, ਇਹ ਸਾਡੇ ਗਲ ਨੂੰ ਪੈਣਗੇ, ਇਹਨਾਂ ਨੂੰ ਅਸੀਂ ਦੂਰ ਰੱਖੀਏ, ਦੂਰ ਨਾਲ ਡਿਸਟੈਂਸ ਇਹਨਾਂ ਨੂੰ ਰੱਖਾਂਗੇ ਤਾਂ ਤਦ ਹੀ ਸਾਡੇ ਨਾਲ ਇਹ ਸਤਿਕਾਰ ਕਰਨਗੇ। ਇਸੇ ਤਰ੍ਹਾਂ ਦਾ ਹੈਗਾ ਬਹੁਤ ਲੀਡਰ ਇਸ ਤਰ੍ਹਾਂ ਦੇ, ਉਹ ਕਈ ਵਾਰੀ ਪਿੰਡਾਂ ਨੂੰ ਸੜਕਾਂ ਨਹੀਂ ਸੀ ਬਣਾਉਂਦੇ। ਅਜੇ ਵੀ ਕੁਝ ਸੂਬੇ ਹੈਗੇ ਆ, ਮੈਂ ਨਾਂ ਲੈ ਵੀ ਸਕਦਾ, ਉਹਦੇ ਵਿੱਚ ਉਹਨਾਂ ਲੀਡਰਾਂ ਨੇ ਕਿਹਾ ਕਿ ਜੇ ਅਸੀਂ ਸੜਕਾਂ ਬਣਾਉਂਦੀਆਂ, ਸਕੂਲ ਬਣਾਉਂਦੇ, ਪੜ੍ਹ ਜਾਣਗੇ, ਜੇ ਸੜਕਾਂ ਬਣਾਉਂਦੀਆਂ ਸ਼ਹਿਰਾਂ ਵੱਲ ਨੂੰ ਆਉਣਗੇ, ਇਹਨਾਂ ਨੂੰ ਅਕਲ ਆਊਗੀ, ਇਹਨਾਂ ਨੂੰ ਜਾਂਗੜੀ ਰਹਿਣ ਦਿਓ। ਇਸ ਤਰ੍ਹਾਂ ਦੀ ਵੀ ਇੱਕ ਤਰ੍ਹਾਂ ਦੇ ਪ੍ਰਿੰਸੀਪਲ ਸਿਧਾਂਤ ਇਹਨਾਂ ਕੋਲ ਵੀ ਜੇ ਪੜ੍ਹ ਲਿਖ ਗਏ, ਜੇ ਇਹਨਾਂ ਨਾਲ ਸੜਕਾਂ ਚੱਲ ਪਈਆਂ, ਅਪਰੋਚ ਹੋ ਗਈ, ਇਹਨਾਂ ਨੇ ਤਾਂ ਬਹੁਤ ਕੁਝ ਸਿੱਖ ਜਾਣਾ, ਇਹਨਾਂ ਨੂੰ ਉਹਨਾਂ ਹੀ ਉੱਥੇ ਰਹਿਣ ਦਿਓ, ਇੱਕ ਖੂਹ ਦੇ ਡੱਡੂ ਰਹਿਣ ਦਿਓ, ਖੂਹ ਦੇ ਆਲੇ ਦੁਆਲੇ ਤੁਰੇ ਫਿਰਨ। ਇੱਦਾਂ ਦੀ ਸੋਚ ਵੀ ਹੁੰਦੀ ਹੈ। ਪਰ ਕੁਝ ਨੇਤਾ ਇੱਦਾਂ ਦੇ ਵੀ ਹੈ ਜਿਹੜੇ ਲੋਕਾਂ ਨੂੰ ਉੱਥੋਂ ਤੱਕ ਪਹੁੰਚਾਉਂਦੇ ਆ, ਇੱਦਾਂ ਦੀ ਸਹੂਲਤਾਂ ਦੇਂਦੇ ਆ ਕਿ ਇਹਨਾਂ ਲੋਕਾਂ ਨੂੰ ਅੱਗੇ ਹੋਣ ਦਿਓ। ਪਰ ਸਾਰੇ ਨਹੀਂ ਹੁੰਦੇ ਕਿ ਅਸੀਂ 100 ਚੋਂ ਕਹਿ ਦਈਏ 99% ਹੈ, ਉਹਦੇ 'ਚੋਂ ਕੁਝ ਪਰਸੈਂਟ ਹੀ ਹੁੰਦੇ ਲੋਕ ਜਿਹੜੇ ਲੋਕਾਂ ਦੀ ਸੋਚ ਲੈਂਦੇ ਆ, ਗਰੀਬਾਂ ਦਾ ਜਿਹੜਾ ਸਾਥ ਦੇ ਦਿੰਦੇ ਆ ਜਾਂ ਐਜੂਕੇਸ਼ਨ ਪ੍ਰੋਵਾਈਡ ਕਰ ਦਿੰਦੇ ਆ, ਉਹ ਬਾਕੀ ਨਹੀਂ ਹੁੰਦੇ। ਉਹਨਾਂ ਨੂੰ ਪਤਾ ਕਿ ਜੇ ਇਹਨਾਂ ਨੂੰ ਅਕਲ ਆ ਗਈ, ਇਹਨਾਂ ਨੇ ਸਾਨੂੰ ਗਲਮੇ ਤੋਂ ਫੜ ਲੈਣਾ, ਇਹਨਾਂ ਨੂੰ ਪੁੱਛਣਾ ਦੱਸੋ ਜੀ ਇਹ ਕਰਕੇ ਇਹ ਗੁੰਗਿਆਂ ਤੇ ਰਾਜ ਕਰਨਾ ਚਾਹੁੰਦੇ ਆ। ਪਰ ਠੀਕ ਹੈ, ਪਰ ਇੰਨਾ ਵੀ ਨਹੀਂ ਨਾ ਹੋਣਾ ਚਾਹੀਦਾ ਕਿ ਇਦਾਂ ਦੀ ਘਟਨਾ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਵਾਪਰ ਜਾਵੇ, ਤੁਸੀਂ ਆਪਣੀ ਸਿਆਸਤ ਵਾਸਤੇ ਇਸ ਤਰ੍ਹਾਂ ਦੀ ਘਟਨਾ ਵਾਪਰਨ ਦਿੰਦੇ ਹੋ। ਇੰਨੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹਨਾਂ ਪਾਕ ਪਵਿੱਤਰ ਸਥਾਨਾਂ ਨੂੰ ਜੋ ਗੁਰੂ ਸਾਹਿਬ ਨੇ ਬਣਾਏ ਨੇ, ਉਹਨਾਂ ਦੇ ਵਿੱਚ ਇਦਾਂ ਦੀ ਘਟਨਾ ਨਾ ਵਾਪਰੇ, ਐਸੀ ਸਿਆਸਤ ਨਾ ਖੇਡੋ। ਬਾਕੀ ਤੁਸੀਂ ਜੋ ਕਰਦੇ ਹੋ ਉਹ ਤਾਂ ਤੁਹਾਨੂੰ ਪਤਾ ਹੋਵੇਗਾ ਤੁਸੀਂ ਜੋ ਕਰਦੇ ਹੋ, ਪਰ ਕਮ ਸੇ ਕਮ ਇਹਨਾਂ ਸਥਾਨਾਂ ਦੇ ਉੱਤੇ ਇਹ ਘਟਨਾਵਾਂ ਨਾ ਵਾਪਰਨ, ਐਸੀ ਸਿਆਸਤ ਬਿਲਕੁਲ ਨਾ ਖੇਡੋ। ਹੁਣ ਆਪਾਂ ਅੱਗੇ ਤੁਰੀਏ ਕਿ ਮੈਂ ਇਹ 'ਚ ਕਰਾਂਗਾ ਕਿ ਅੱਜ ਤੁਸੀਂ ਬੜੀ ਨਿਮਰਤਾ ਨਾਲ, ਅੱਜ ਤੁਹਾਡਾ ਮੂਡ ਜਿਹੜਾ ਬੜਾ ਪੋਲਾਈਟ ਹੈ, ਬੜਾ ਇਹਦੇ 'ਚ ਹੈਲਦੀਨੈਸ ਔਰ ਬੜੀ ਵਧੀਆ ਸੋਚ ਹੈ। ਤੁਸੀਂ ਅੱਜ ਇੱਕ ਉਸ ਪੁਆਇੰਟ ਤੋਂ ਬੋਲ ਰਹੇ ਕਿ ਲੋਕਾਂ ਨੂੰ ਇੱਦਾਂ ਦੀ ਅਕਲ ਆਉਣੀ ਚਾਹੀਦੀ ਹੈ ਕਿ ਉਹ ਨਿਮਰਤਾ ਵਿੱਚ ਆਉਣ, ਪਿਆਰ ਨਾਲ ਆਉਣ, ਸਤਿਕਾਰ ਕਰਨ, ਇੱਜ਼ਤ ਕਰਨ ਅਤੇ ਇਸ ਤਰ੍ਹਾਂ ਦਾ ਇੱਕ ਅਕੀਦਾ ਲੈ ਕੇ ਚੱਲਣ ਤਾਂ ਕਿ ਲੋਕ ਖੁਸ਼ਹਾਲ ਹੋ ਜਾਣ, ਦੁਨੀਆ ਖੁਸ਼ਹਾਲ ਹੋ ਜਾਏ ਤੇ ਕਿਸੇ ਪਾਸੇ ਬਰਬਾਦੀ ਦਾ ਮੰਜ਼ਰ ਨਜ਼ਰ ਨਾ ਆਵੇ। ਕਿਉਂਕਿ ਸਾਡੇ ਸਾਰਿਆਂ ਦੇ ਪਰਿਵਾਰ ਨਾ ਹਰਿਮੰਦਰ ਸਾਹਿਬ ਨਾਲ ਜੁੜੇ ਹੋਏ ਨੇ। ਬਿਲਕੁਲ, ਮੇਰਾ ਆਪਣਾ ਪਰਿਵਾਰ ਸਾਰੇ ਮੈਂ ਦੱਸਿਆ ਕਿ ਸਾਰੇ ਧਰਮਾਂ ਨਾਲ ਜੁੜੇ, ਸਾਰੇ ਜੁੜੇ ਹੋਏ ਕਰਦੇ। ਤੇ ਜਦੋਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਦੁਖਦਾ ਹੈ। ਜਦੋਂ ਸਾਈਂ ਮੀਆਂ ਮੀਰ ਨੇ ਇਹਨਾਂ ਦੀ ਨੀਂਹ ਰੱਖੀ ਹੈ ਔਰ ਉਹਦੇ ਵਿੱਚ ਉਹ ਆਏ ਕਿਸ ਧਰਮ ਤੋਂ ਆਏ ਆ? ਮੁਸਲਿਮ ਧਰਮ ਤੋਂ ਆਏ ਆ। 4 ਦਰਵਾਜ਼ੇ, ਚਾਰੇ ਵਰਨਾਂ ਲਈ ਸਾਂਝਾ ਉਪਦੇਸ਼ ਇਹਨਾਂ ਦਾ ਗੁਰਬਾਣੀ ਵੀ ਕਹਿ ਰਹੀ ਹੈ ਨਾ। ਦਰਸ਼ਨ ਜਿਹੜੀ ਤੋਂ ਲੈ ਕੇ ਜਦੋਂ ਤੱਕ ਆਉਂਦੇ ਆ ਉਦੋਂ ਤੱਕ ਉਹ ਸਾਰਾ, ਉਦੋਂ ਤੱਕ ਤੁਹਾਡੇ ਭਰਮ, ਤੁਹਾਡੀ ਦੁਵੈਤ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਤੁਸੀਂ ਉਸ ਪ੍ਰੈਮਿਸ 'ਚ ਅੰਦਰ ਐਂਟਰੀ ਕਰਦੇ ਜੇ। ਤੁਸੀਂ ਕਿਤੇ ਮੱਥਾ ਟੇਕਣ ਅੰਦਰ ਜਾਓ ਦਰਸ਼ਨ ਜਿਹੜੀ ਤੋਂ ਅੰਦਰ ਨੂੰ, ਕੋਈ ਧੱਕਾ ਨਹੀਂ ਦੇਊਗਾ, ਤੁਸੀਂ ਆਰਾਮ ਨਾਲ ਔਰ ਫੁੱਲਾਂ ਵਾਂਗੂ ਅੰਦਰ ਜਾਓਗੇ ਲੋਕਾਂ ਦੇ ਵਿੱਚ ਦੀ, ਕਿਉਂਕਿ ਉੱਥੇ ਨੈਗੇਟਿਵਿਟੀ ਲੋਕਾਂ ਦੇ ਦਿਮਾਗ 'ਚੋਂ ਨਿਕਲ ਜਾਂਦੀ ਹੈ। ਸਾਰੇ ਲੋਕ ਆਪਣੇ ਭਰਮ ਮਟਾਉਣ ਆਉਂਦੇ ਆ, ਆਪਣੇ ਜਿੰਨੇ ਵੀ ਪਾਪ ਦੂਰ ਕਰਨ ਆਉਂਦੇ ਆ ਔਰ ਚੰਗੇ ਅਕੀਦੇ ਨਾਲ ਆਉਂਦੇ ਆ, ਚੰਗੀ ਸੋਚ ਨਾਲ ਆਉਂਦੇ ਆ। ਕੋਈ ਇਸ ਤਰ੍ਹਾਂ ਦੀ ਰੌਲਾ ਨਹੀਂ ਹੁੰਦਾ, ਕਿਉਂਕਿ ਜੇ ਅਸੀਂ ਦੇਖੋ ਕਿਤੇ ਬਾਹਰ ਜਾਈਏ, ਟਿਕਟ ਲਈਏ, ਕਿਤੇ ਪਾਸੇ ਤੁਸੀਂ ਹੋਰ ਜਮਘੱਟੇ 'ਚ ਬੈਠੋ, ਉੱਥੇ ਧੱਕੇ ਵੱਜਣਗੇ, ਤੁਹਾਨੂੰ ਤੁਰਨਾ ਮੁਹਾਲ ਹੋ ਜਾਊਗਾ। ਪਰ ਉੱਥੇ 1 ਲੱਖ ਬੰਦਾ ਰੋਜ਼ ਲੰਗਰ ਛਕਦਾ, ਗੁਰੂ ਕਾ ਟੁੱਟ ਲੰਗਰ ਵਰਤਦਾ ਔਰ ਬਰਤਨ ਸਾਫ਼ ਹੋਣਗੇ, ਚੱਲਣ ਲਈ ਸਾਰੀ ਜਗ੍ਹਾ ਸਾਫ਼ ਹੋਊਗੀ ਔਰ ਠੰਡੀ ਜਗ੍ਹਾ 'ਤੇ ਤੁਸੀਂ ਚੱਲੋਗੇ, ਲੋਕ ਤੁਹਾਨੂੰ ਉੱਥੇ ਚਾਹ ਦਾ ਵੀ ਪਿਆਲੇ ਪੇਸ਼ ਕਰਨਗੇ, ਲੰਗਰ ਵੀ ਸੋਹਣਾ ਦੇਣਗੇ, ਭਾਂਡੇ ਬਰਤਨ ਜਿਹੜੇ ਸਾਫ਼ ਸੁਥਰੇ ਮਿਲਣਗੇ। ਦੇਖੋ ਇਹ ਹੈ, ਇਹ ਤੁਹਾਡੀ ਚੰਗੀ ਸੋਚ ਦੀ, ਚੰਗੀ ਭਾਵਨਾ ਦੀ, ਸੇਵਾ ਭਾਵਨਾ ਦੀ ਗੱਲ ਤੁਹਾਡੇ ਅੰਦਰ ਵਸ ਜਾਂਦੀ। ਬਾਕੀ ਰਿਹਾ ਕਿ ਹੁਣ ਅਸੀਂ ਅੱਗੇ ਵਧੀਏ ਜ਼ਰੂਰ, ਤਾਂ ਜਿੱਥੇ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ, ਸਾਨੂੰ ਇਹ ਘਰਾਂ ਤੋਂ ਹੀ ਸੰਸਕਾਰ ਮਿਲਦੇ ਨੇ। ਬਿਲਕੁਲ, ਤਾਂ ਉਸੇ ਤਰ੍ਹਾਂ ਹੀ ਸਾਡਾ ਸੰਵਿਧਾਨ ਵੀ ਸਾਨੂੰ ਇਹ ਸੰਸਕਾਰ ਦਿੰਦਾ ਹੈ ਕਿ ਸਾਰੇ ਧਰਮ ਬਰਾਬਰ ਨੇ। ਭਾਰਤ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪਰ ਦੇਖੋ ਹੁਣ ਇਹ ਬੀਜੇਪੀ ਦੇ ਕੁਝ ਲੀਡਰਸ ਜਿਨ੍ਹਾਂ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਇਸਲਾਮ ਧਰਮ ਬਾਰੇ, ਮੁਹੰਮਦ ਸਾਹਿਬ ਬਾਰੇ, ਤਾਂ ਹੁਣ ਉਹਦਾ ਐਕਸ਼ਨ ਹੋਇਆ, ਐਕਸ਼ਨ ਦਾ ਰਿਐਕਸ਼ਨ ਹੋਇਆ, ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਬੀਜੇਪੀ ਦੇ ਹਾਈ ਕਮਾਂਡ ਨੇ ਔਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਕਿ ਤੁਸੀਂ ਮੁਸਲਿਮ ਧਰਮ ਬਾਰੇ ਤੇ ਮੁਹੰਮਦ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕਿਉਂ ਕੀਤੀ ਹੈ।
ਹਾਂ ਬਿਲਕੁਲ ਇਹਦੀ ਚਰਚਾ ਰਹੀ ਆ ਔਰ ਪੂਰੇ ਹਿੰਦੁਸਤਾਨ 'ਚ ਲੋਕਾਂ ਨੇ ਇਹਦਾ ਗੁੱਸਾ ਮਨਾਇਆ। ਇਹ ਕੇਵਲ ਇੱਕ ਧਰਮ ਨੇ ਨਹੀਂ, ਜਿਹਦੇ 'ਚ ਇੱਕ ਮਿਸ ਨੂਪੁਰ ਸ਼ਰਮਾ ਹਾਂਜੀ ਮੀਡੀਆ ਇੰਚਾਰਜ, ਉਹਨਾਂ ਦੇ ਸਪੋਕਸਮੈਨ ਆ, ਔਰ ਨਵੀਨ ਜੀ ਨੇ, ਔਰ ਉਹ ਮੀਡੀਆ ਦੇ ਇੰਚਾਰਜ, ਔਰ ਇਹਨਾਂ ਦੋਵਾਂ ਨੇ ਪੈਗੰਬਰ ਮੁਹੰਮਦ ਸਾਹਿਬ 'ਤੇ ਬੜੀ ਗਲਤ ਟਿੱਪਣੀ ਕੀਤੀ ਆ। ਜਦੋਂ ਉਹਨਾਂ ਨੇ ਇਸ ਤਰ੍ਹਾਂ ਬੋਲਿਆ ਕਿ ਧਰਮ ਇਸ ਤਰ੍ਹਾਂ ਦਾ ਹੈਗਾ, ਇਹਦੀਆਂ ਆਇਤਾਂ ਇਸ ਤਰ੍ਹਾਂ ਦੀਆਂ ਹੈਗੀਆਂ, ਦੂਰ ਦੂਰ ਤੱਕ ਗੱਲਾਂ ਕੀਤੀਆਂ ਜਿਹੜੀਆਂ ਅਸੀਂ ਗੱਲਾਂ ਕਰਕੇ ਉਹ ਸਾਡੇ ਲਈ ਵਾਜਬ ਨਹੀਂ ਜੋ ਕੁਛ ਉਹਨਾਂ ਨੇ ਬੋਲਿਆ। ਪਰ ਜਦੋਂ ਇਹ ਟੀਕਾ ਟਿੱਪਣੀ ਗਲਤ ਹੋਈ ਆ ਔਰ ਇਹਦੇ ਜਿਹੜੇ ਲੀਡਰ ਨੇ ਬੀਜੇਪੀ ਦੇ, ਉਹਨਾਂ ਨੂੰ ਬੁਰਾ ਲੱਗਿਆ। ਉਹਨਾਂ ਨੇ ਇੱਕਦਮ ਇੱਦਾਂ ਹੀ ਕਰ ਸਕਦੇ ਕਿ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਉਹਨਾਂ ਨੂੰ ਔਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਪਰ ਦੇਖੋ ਜੇ ਸਪੋਕਸਮੈਨ ਆ ਜਾਂ ਜਿਹੜਾ ਮੀਡੀਆ ਪਰਸਨ ਆ, ਮੀਡੀਆ ਇੰਚਾਰਜ ਆ, ਉਹਨਾਂ ਨੂੰ ਪਤਾ ਨਹੀਂ ਕਿ ਇੰਡੀਅਨ ਕਨਸਟੀਟਿਊਸ਼ਨ ਕਿਸ ਤਰ੍ਹਾਂ ਦਾ, ਇਹਦੀ ਪ੍ਰੀਐਂਬਲ, ਇਹਦੀ ਪ੍ਰਸਤਾਵਨਾ 'ਚ ਇਹ ਲਿਖਿਆ ਕਿ ਅਸੀਂ ਸੈਕੂਲਰ ਦੇਸ਼ ਦੇ ਵਾਸੀ ਹਾਂ, ਜਿਸ 'ਚ ਕੋਈ ਧਰਮ ਨਹੀਂ ਗਾ, ਸਾਰੇ ਧਰਮਾਂ ਨੂੰ ਅਸੀਂ ਪਿਆਰ ਕਰਦੇ ਹਾਂ। ਪ੍ਰੀਐਂਬਲ ਦੇ ਵਿੱਚ ਲਿਖਿਆ ਵੀ ਦਾ ਪੀਪਲ ਆਫ ਦਾ ਇੰਡੀਆ ਗੈਦਰਿੰਗ ਹੀਅਰ, ਸਾਰਾ ਉੱਥੋਂ ਸ਼ੁਰੂਆਤ ਹੁੰਦੀ ਆ। ਔਰ ਜੇ ਪ੍ਰੀਐਂਬਲ ਨਹੀਂ ਪੜ੍ਹੀ ਤਾਂ ਇਹਨਾਂ ਕਨਸਟੀਟਿਊਸ਼ਨ ਅੱਗੇ ਕੀ ਪੜ੍ਹਿਆ ਹੋਊਗਾ। ਜੇ ਅਸੀਂ ਕਨਸਟੀਟਿਊਸ਼ਨ ਦੀ ਰਿਟਨ ਦੀ ਇੰਨਾ ਅਦਬ ਸਤਿਕਾਰ ਨਹੀਂ ਕਰਦੇ, ਵਿਧੀ ਵਿਧਾਨ ਨਹੀਂ ਮੰਨਦੇ, ਔਰ ਇੰਗਲੈਂਡ ਵਰਗੇ ਕੰਟਰੀ ਦੀ ਕੋਈ ਰਿਟਨ ਨਹੀਂ, ਅਨਰਿਟਨ ਕਨਸਟੀਟਿਊਸ਼ਨ ਆ, ਉਹ ਬਿਲਕੁਲ ਕਾਇਦੇ ਕਾਨੂੰਨ 'ਚ ਰਹਿੰਦੇ ਆ, ਸਾਡੇ ਲਿਖੇ ਨੂੰ ਵੀ ਨਹੀਂ ਮੰਨ ਰਹੇ। ਔਰ ਦੇਖੋ ਇਹ ਜਦੋਂ ਕਿਸੇ ਧਰਮ 'ਤੇ ਇਸ ਤਰ੍ਹਾਂ ਦੀ ਗੱਲ ਉੱਠਦੀ ਹੈ, ਕਈ ਵਾਰੀ ਬੜਾ ਨੁਕਸਾਨ ਹੁੰਦਾ, ਲੋਕ ਇਹਦੇ 'ਤੇ ਲੜਨ ਤੱਕ ਜਾਂਦੇ, ਮਰਨ ਤੱਕ ਜਾਂਦੇ ਆ। ਪਰ ਇਹ ਉਹਨਾਂ ਨੇ ਕੋਈ ਨਹੀਂ ਮੌਕਾ ਸੰਭਾਲ ਲਿਆ। ਜਦੋਂ ਉਹਨਾਂ ਨੇ ਜਿਹੜਾ ਗਲਤ ਬੋਲਿਆ ਬਾਹਰ ਕੱਢ ਦਿੱਤਾ। ਪਰ ਇਹਦੋਂ ਪਹਿਲਾਂ ਵੀ ਦੇਖੋ ਕਈ ਜਗ੍ਹਾ ਇਹਨਾਂ ਨੇ ਬਲਡੋਜ਼ਰ ਚਲਾਏ, ਕਈ ਜਗ੍ਹਾ 'ਤੇ ਮੰਦਰ ਟੁੱਟ ਗਏ, ਕਈ ਜਗ੍ਹਾ 'ਤੇ ਮਸੀਤਾਂ ਟੁੱਟ ਗਈਆਂ, ਕਈ ਜਗ੍ਹਾ ਇਹਨਾਂ ਕੀਤਾ। ਔਰ ਉਹਦੇ 'ਚ ਇਹ ਗੱਲ ਹੋਈ ਕਿ ਇੱਕ ਖਾਸ ਧਰਮ ਲਈ ਨਹੀਂ ਇਹਨਾਂ ਨੇ ਕੀਤਾ, ਉਹ ਬਲਡੋਜ਼ਰ ਚੱਲਿਆ ਤੇ ਸਾਰੇ ਧਰਮਾਂ ਲਈ ਤੋੜ ਭੰਨ ਹੋਈ ਆ। ਪਰ ਇਹ ਵੀ ਗਲਤ ਜਿਹੜਾ ਸੀ ਉਹਨਾਂ ਦੇ ਪ੍ਰਿੰਸੀਪਲ ਸੀਗਾ, ਗਲਤ ਸਿਧਾਂਤ ਸੀਗਾ। ਜਦੋਂ ਵੀ ਕਿਸੇ ਜਗ੍ਹਾ ਨੂੰ ਤੋੜਦੇ ਜਾਂ ਕਰਦੇ ਆ, ਪਹਿਲਾਂ ਉੱਥੇ ਮੇਅਰ ਬੈਠੇ ਆ, ਉੱਥੋਂ ਦੀ ਕਾਰਪੋਰੇਸ਼ਨ, ਉਹਨਾਂ ਨਾਲ ਗੱਲ ਕਰੋ ਕਿ ਆ ਯਾਰ ਰਸਤੇ 'ਚ ਆ ਜਿਹੜਾ ਹੈਗਾ ਬਣਾਇਆ, ਇਹਨੂੰ ਕਿਉਂ ਬਣਾਇਆ ਗਿਆ। ਪਰ ਇਹ ਉਦੋਂ ਕਿਉਂ ਅੱਖ ਖੁੱਲ੍ਹਦੀ ਹੈ ਜਦੋਂ ਬਣ ਜਾਂਦੀ ਚੀਜ਼, ਤੇ ਜਦੋਂ ਬਣਨ ਤੋਂ ਬਾਅਦ ਫਿਰ ਤੋੜੀ ਜਾਂਦੀ ਹੈ। ਹਿੰਦੁਸਤਾਨ 'ਚ ਚੀਜ਼ ਬਣਨ ਤੋਂ ਬਾਅਦ ਤੋੜਦੇ ਆ, ਜਦੋਂ ਬਣਦੀ ਉਹਨਾਂ ਨੂੰ ਵੇਖਦੇ। ਜਿਸ ਤਰ੍ਹਾਂ ਆਪਾਂ ਇੱਕ ਦਿਨ ਗੱਲ ਕੀਤੀ, ਜਿਹੜਾ ਇਮਾਰਤੀ ਹੁਨਰ ਆ ਉਹ ਵੀ ਉਦੋਂ ਉਹਨਾਂ ਨੂੰ ਚੰਗਾ ਲੱਗਦਾ ਬਣਿਆ ਜਦੋਂ ਬੱਚੇ ਉਹਨੂੰ ਸਿੱਖ ਜਾਂਦੇ, ਕਰ ਲੈਂਦੇ ਆ। ਜਿਸ ਜਲਿਆਂ ਵਾਲੇ ਬਾਗ ਦੀ ਗੱਲ ਹੋਈ ਸੀ, ਹੈ ਨਾ, ਅਸੀਂ ਬਹੁਤ ਸਮਾਰਕਾਂ ਦੀ ਗੱਲ ਕੀਤੀ ਸੀ, ਕੁਤਬ ਮਨਾਰ ਦੀ ਗੱਲ ਕੀਤੀ ਸੀ। ਔਰ ਉਹ ਚੀਜ਼ਾਂ ਬਾਅਦ 'ਚ ਤੋੜਨ ਦਾ ਯਤਨ ਕਰਦੇ ਆ। ਜਦੋਂ ਬੱਚਿਆਂ ਦੇ ਮਨ 'ਚ ਇਹਨਾਂ ਦਾ ਸਮਾਰਕਾਂ ਦਾ ਸਤਿਕਾਰ ਵੱਧ ਜਾਂਦਾ, ਪਤਾ ਲੱਗ ਜਾਂਦਾ ਕਿ ਉਸ ਵੇਲੇ ਦੀਆਂ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਸਾਡੇ ਲਈ ਬਹੁਤ ਵੱਡੀ ਇਤਿਹਾਸਕ ਜਗ੍ਹਾ, ਅਸੀਂ ਉਦੋਂ ਤੋੜਨਾ ਪਸੰਦ ਕਰਦੇ ਨੇ। ਪਰ ਤੋੜਦਾ ਕੌਣ ਆ? ਲੋਕ ਨਹੀਂ। ਜਿਹੜਾ ਉਹਨਾਂ ਦੇ ਇੰਚਾਰਜ ਨੇ, ਜਿਹੜੇ ਆਰਕੀਓਲੋਜੀ ਡਿਪਾਰਟਮੈਂਟ ਆ, ਉਹ ਇੰਚਾਰਜ, ਉਹਨਾਂ ਨੂੰ ਪਤਾ। ਗੌਰਮੈਂਟ ਮੌਕੇ ਦੀ ਹਕੂਮਤ ਆ। ਇਹ ਵੀ ਅਸੀਂ ਆਪਣੀ ਹਿਸਟਰੀ ਦੇ ਵਰਕੇ ਆਪ ਪਾੜਦੇ ਹਾਂ, ਆਪ ਅਧਿਆਏ ਨੂੰ ਪਾੜ ਦਿੰਦੇ ਹਾਂ। ਬਿਲਕੁਲ, ਨਾਨਕਸ਼ਾਹੀ ਇੱਟਾਂ ਨੇ, ਪੁਰਾਣੇ ਡਿਜ਼ਾਈਨ ਨੇ, ਉਹਨਾਂ ਨੂੰ ਤੋੜ ਕੇ ਤੁਸੀਂ ਸੰਗਮਰਮਰ ਲਾ ਜਦ ਕਿ ਉਹ ਸਾਡੀ ਇਤਿਹਾਸਿਕ ਸਾਡਾ ਸਰਮਾਇਆ। ਬਿਲਕੁਲ, ਉਸ ਤੋਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ, ਆਪ ਸਿੱਖਣਾ ਕਿ ਦੇਖੋ ਪੁਰਾਣੇ ਸਮੇਂ ਦੇ ਵਿੱਚ ਇੱਦਾਂ ਡਿਜ਼ਾਈਨ ਹੁੰਦੇ ਸੀ, ਇੱਦਾਂ ਇਮਾਰਤ ਸਾਜ਼ੀ ਹੁੰਦੀ ਸੀ, ਆਹ ਦੇਖੋ ਇੱਦਾਂ ਦੀਆਂ ਇੱਟਾਂ ਹੁੰਦੀਆਂ ਸੀ। ਮਤਲਬ ਮੈਨੂੰ ਨਹੀਂ ਸਮਝ ਆਉਂਦੀ ਇਹ ਕਿਹੜੀ ਸੋਚ ਹੈ, ਇਹ ਕੀ ਕਰਦੇ ਪਏ ਨੇ। ਔਰ ਥਾਂ ਥਾਂ ਦੇ ਉੱਤੇ ਸੰਗਮਰਮਰ ਲਾਈ ਜਾਂਦੇ ਨੇ। ਤੁਸੀਂ ਦੇਖੋ ਧੁੱਪੇ ਕਦੀ ਜਾ ਕੇ ਦੇਖੋ ਸੰਗਮਰਮਰ ਦੇ ਵਿੱਚ, ਤੁਹਾਡੀਆਂ ਅੱਖਾਂ ਨਹੀਂ ਖੁੱਲਣਗੀਆਂ। ਨਹੀਂ, ਪੈਰ ਸੜਦੇ ਆ, ਨੰਗੇ ਪੈਰੀ ਹੁੰਦੇ ਹੋ, ਭੱਜੇ ਫਿਰਦੇ ਹੋ, ਫਿਰ ਉਹ ਕਾਰਪੇਟ ਵਿਛਾਣੇ ਪੈਂਦੇ ਨੇ। ਜਿੱਥੇ 45 ਡਿਗਰੀ ਟੈਂਪਰੇਚਰ ਹੈ, ਤੁਸੀਂ ਪੈਰਾਂ ਨਾਲ ਤੁਰੋਗੇ ਤਾਂ ਤੁਹਾਡੇ ਪੈਰ ਭੁੱਜ ਜਾਣੇ, ਜਿੱਦਾਂ ਤਵੇ ਵਰਗੇ। ਤੇ ਨਾਲ ਜਦੋਂ ਸਨਲਾਈਟ ਪੈਂਦੀ ਸੰਗਮਰਮਰ ਦੇ ਉੱਤੇ, ਉਹ ਲਾਈਟ ਰਿਫਲੈਕਟ ਹੁੰਦੀ, ਤੁਹਾਡੀ ਅੱਖਾਂ ਨਹੀਂ ਖੁੱਲਦੀਆਂ, ਇਦਾਂ ਦਾ ਕਰਦੇ ਰਹਿੰਦੇ ਹੋ। ਆਹੋ, ਉਹ ਚਮਕਾਰਾ ਪੈਂਦਾ, ਉਹ ਅੱਖਾਂ ਵਾਸਤੇ ਵੀ ਨੁਕਸਾਨਦਾਇਕ। ਮਤਲਬ ਇਹ ਸੰਗਮਰਮਰ ਦਾ ਫੈਸ਼ਨ ਪਤਾ ਨਹੀਂ ਕਿੱਧਰੋਂ ਤੁਰ ਪਿਆ ਵੀ ਅਸੀਂ ਕੀ ਕਰਦੇ ਕੀ ਪਏ ਆ। ਜਦੋਂ ਚੰਗੀ ਭਲੀ ਇਮਾਰਤ ਬਣੀ ਹੋਈ ਹੈ, ਸੋਹਣੀ ਇਮਾਰਤ ਬਣੀ ਹੋਈ ਹੈ, ਤਾਂ ਉਸ ਨੂੰ ਮੇਨਟੇਨ ਕਰੀਏ, ਉਸ ਦੀ ਉਹ ਖੂਬਸੂਰਤੀ ਨੂੰ ਬਰਕਰਾਰ ਰੱਖੀਏ ਜੋ ਮੁੱਢ ਕਦੀਮ ਤੋਂ ਚੱਲਦੀ ਆ ਰਹੀ ਹੈ। ਪਰ ਅਸੀਂ ਇਹ ਪਤਾ ਨਹੀਂ ਕੀ ਕਰਦੇ ਆ, ਕਿੱਦਾਂ ਦੀ ਸੋਚ ਹੈ, ਜਾਂ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਇਹ ਜੋ ਆਪਣੀ ਮਰਜ਼ੀ ਹੁੰਦੀ ਉਹ ਕਰਦੇ ਨੇ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਨੂੰ ਸਮਝ ਨਹੀਂ ਆ ਰਹੀ, ਤਾਂ ਮੈਂ ਕਿਹਾ ਜਿਹੜੇ ਕਰ ਰਹੇ ਸਮਝ ਉਹਨਾਂ ਨੂੰ ਨਹੀਂ ਆ ਗਈ। ਜੇ ਉਹਨਾਂ ਨੂੰ ਸਮਝ ਆਵੇ ਤੇ ਕਿਉਂ ਤੋੜਨ, ਕਿਉਂ ਕਰਨ। ਇਤਿਹਾਸ ਨੂੰ ਤੋੜਨਾ, ਮਰੋੜਨਾ ਬੜੀ ਗਲਤ ਗੱਲ ਹੈ। ਕਦੋਂ ਸਦੀਆਂ ਤੋਂ ਚੱਲਦਾ ਆ ਰਿਹਾ ਸਾਡੇ ਕੋਲ। ਜੇ ਸਾਡੇ ਦਾਦਿਆਂ ਪੜਦਾਦਿਆਂ ਨਗੜ ਦਾਦਿਆਂ ਤੋਂ ਉੱਪਰ ਤੱਕ ਚੀਜ਼ ਹੈਗੀ ਆ, ਸਾਡੇ ਪਿਤਾ ਤੱਕ ਤਾਂ ਸਾਨੂੰ ਦੱਸ ਗਏ, ਸਾਡੇ ਦਾਦੇ ਤੱਕ ਸਾਨੂੰ ਪਤਾ ਲੱਗਾ। ਬਾਕੀ ਜਿਹੜੀ ਹਿਸਟਰੀ ਆ ਉਹ ਅਸੀਂ ਪੜ੍ਹਾਂਗੇ, ਬਿਲਕੁਲ ਸਹੀ, ਨਾ ਕਿ ਰੂਬਰੂ ਯਾਦ ਕਰਾਂਗੇ। ਉਹ ਅਸੀਂ ਪੜ੍ਹਾਂਗੇ ਹਿਸਟਰੀ ਕਿਤਾਬਾਂ ਤੋਂ, ਭੂਗੋਲ ਦੀ ਅਵਸਥਾ ਤੋਂ, ਜਿਹੜਾ ਜੋਗ੍ਰਾਫਿਕਲੀ ਦੇਖਾਂਗੇ ਤਾਂ ਹੀ ਪਤਾ ਕਰਾਂਗੇ ਕਿ ਇਹ ਹਿੰਦੁਸਤਾਨ ਆ, ਅਸੀਂ ਇਸ ਦੇਸ਼ ਦੇ ਵਾਸੀ ਹਾਂ, ਜਿਹਦੀ ਕਾਇਆ ਕਲਮ, ਜਿਹਦੀ ਬਣਤਰ, ਜਿਹਦਾ ਇਤਿਹਾਸ, ਜਿਹਦਾ ਰਹਿਣ ਬਹਿਣ, ਜਿਹਦਾ ਤਰਾਤਲ ਇੰਨਾ ਅੱਛਾ ਹੈ। ਤੇ ਤਾਂ ਹੀ ਸਾਡੀ ਮਾਣ ਨਾਲ ਛਾਤੀ ਚੌੜੀ ਹੋਊਗੀ। ਤੇ ਅਸੀਂ ਨਹੀਂ ਕਹਾਂਗੇ ਤਾਂ ਅਸੀਂ ਤਾਂ ਯਾਰ ਲੜਾਈਆਂ ਲੜਦੇ ਰਹੇ, ਦਰਾ ਖੈਬਰ ਨੂੰ ਆਉਂਦਾ ਅਸੀਂ ਲੜੀ ਪਾਗਲ ਹੋ ਗਏ ਤਾਂ ਨਹੀਂ ਕੁਝ ਕਰ ਸਕੇ। ਪਰ ਜੇ ਲੜੇ ਆ ਤਾਂ ਅਸੀਂ ਅੜੇ ਵੀ ਹਾਂ, ਤੇ ਫਿਰ ਅਸੀਂ ਉਹਨਾਂ ਨੂੰ ਝਾੜਿਆ ਵੀ ਹੈ, ਤੇ ਅਸੀਂ ਬਣਾਇਆ ਵੀ ਹੈ ਇਤਿਹਾਸ।
ਔਰ ਇਹ ਇਤਿਹਾਸ ਆਪ ਬਣਾਉਂਦੇ ਆ ਪੰਜਾਬੀ, ਆਪ ਉਸਾਰਦੇ ਆਪ ਅਸੀਂ ਕ੍ਰੀਏਟਿਵ ਆ, ਸਿਰਜਣਾਤਮਕ ਤਾਕਤ ਸਾਡੇ ਅੰਦਰ ਹੈ, ਅਸੀਂ ਉਸ ਦੇ ਮੁਤਾਬਿਕ ਸਭ ਕੁਝ ਰਚਦੇ ਹਾਂ ਔਰ ਬਹੁਤ ਖੂਬਸੂਰਤ ਬਣਾਉਂਦੇ ਹਾਂ। ਸੋ ਕਿਤੇ ਨਾ ਕਿਤੇ ਇਹ ਜਿਹੜੀ ਖੂਬਸੂਰਤੀ ਹੈ ਪੰਜਾਬ ਦੀ, ਇਹਨੂੰ ਢਾਹ ਲੱਗਦੀ ਪਈ ਹੈ। ਜਿਹੜਾ ਇਹ ਗੋਲੀਆਂ ਦਾ ਕਲਚਰ, ਗਨ ਕਲਚਰ ਚੱਲਦਾ ਪਿਆ ਥਾਂ ਥਾਂ ਦੇ ਉੱਤੇ, ਫਾਇਰਿੰਗਸ ਐਂਡ ਸਾਨੂੰ ਨਿਊਜ਼ ਮਿਲਦੀ ਹੈ, ਧਮਕੀਆਂ ਸੋਸ਼ਲ ਮੀਡੀਆ ਦੇ ਉੱਤੇ। ਹੁਣ ਅੱਜ 8 ਦਿਨ ਹੋ ਗਏ ਨੇ, 8-9 ਦਿਨ ਹੋ ਗਏ ਨੇ, ਕੋਈ ਹੱਥ ਨਹੀਂ ਆਇਆ ਸਿੱਧੂ ਮੂਸੇਵਾਲੇ ਦਾ ਜੋ ਕਤਲ ਹੋਇਆ ਉਹਨਾਂ ਦਾ, ਔਰ ਕਿੰਨਾ ਦੁਖਦਾਈ, ਕਿੰਨਾ ਇਹ ਵੱਡਾ ਜਿਹੜਾ ਮੌਕਾ ਜਿਹਨੂੰ ਇਹ ਨਹੀਂ ਸੰਭਾਲ ਸਕੇ ਕਿ ਉਦੋਂ ਬਾਅਦ ਹੀ ਉਹਨਾਂ ਨੂੰ ਬੰਦੇ ਹੀ ਫੜ ਲੈਣ ਔਰ ਉਹਨਾਂ ਦੇ ਮਾਂ ਪਿਓ ਨੂੰ ਤਾਂ ਥੋੜ੍ਹਾ ਸਕੂਨ ਮਿਲੇ। ਉਹ ਵਿਚਾਰੇ ਫਿਰ ਉੱਥੇ ਬੈਠੇ ਆ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਆ, ਉਧਰ ਲੈਟਰ ਵੀ ਪਾਇਆ ਉਹਨਾਂ ਨੇ ਕਿ ਜੇ ਦੇਖੋ ਕੇਂਦਰ ਨੂੰ ਉਹਨੂੰ ਦਿੰਦੇ ਆ, ਉਦੋਂ ਏਜੰਸੀਆਂ ਨੂੰ ਦਿੱਤਾ ਜਾਂਦਾ ਜਦੋਂ ਇਹ ਫੇਲ ਹੋ ਜਾਣ। ਜਦੋਂ ਕਿ ਸਾਡੇ ਅਰਧ ਬਲ ਵੀ ਇੱਥੇ ਹੈਗੇ ਆ, CRP ਵੀ ਇੱਥੇ ਡਿਪਿਊਟ ਕਰ ਦਿੱਤੀ ਗਈ ਆ, ਪੰਜਾਬ ਪੁਲਿਸ ਆ, ਔਰ ਦੇਖੋ ਕਿੰਨੇ ਤਕੜੇ ਜਵਾਨ ਆ ਪੰਜਾਬ ਪੁਲਿਸ ਦੇ, ਔਰ 5-7 ਬੰਦੇ ਜਿਹੜੇ ਇੱਥੋਂ ਮਾਰ ਕੇ ਗਏ ਆ ਔਰ ਸੜਕਾਂ ਰਾਹੀਂ ਚਲੇ ਗਏ ਆ, ਗੱਡੀਆਂ ਛੱਡ ਕੇ ਦੂਜੀਆਂ ਗੱਡੀਆਂ ਖੋਹ ਕੇ ਲੈ ਗਏ ਆ। ਉਹਨਾਂ ਦਾ ਨਹੀਂ ਪਤਾ ਅਜੇ ਤੱਕ। ਜੇ ਜਾਂਦੇ ਆ ਤੇ ਉੱਥੇ ਬਿਸ਼ਨੋਈ ਆ, ਉਹਨਾਂ ਨੂੰ ਕੱਲ੍ਹ ਇਹਨਾਂ ਨੇ ਪੇਸ਼ ਕੀਤਾ ਪਟਿਆਲਾ ਹਾਊਸ ਕੋਰਟ 'ਚ। ਉਹਨੂੰ ਬਖਤਰਬੰਦ ਗੱਡੀ 'ਚ ਲੈ ਕੇ ਆਏ। ਉਹਦੇ ਪਿੱਛੇ ਕਿੰਨੀ ਕਾਰਵਾਈ ਲੱਗੀ ਹੈ, ਕਿੰਨਾ ਕੁਛ ਹੈਗਾ ਇੱਕ ਬੰਦੇ ਲਈ। ਔਰ ਉਹ ਤੋਂ ਬਾਅਦ ਉਹਦਾ ਜਿਹੜਾ ਸਚਨ ਜਿਹੜਾ ਬਿਸ਼ਨੋਈ ਆ, ਉਹਦੇ ਬਾਰੇ ਵੀ ਪਤਾ ਲੱਗਾ। ਉਹਦੇ 'ਤੇ ਹੁਣ 2 ਬੰਦਿਆਂ ਦੇ ਮਗਰ ਲੱਗੇ ਆ। ਜਦੋਂ ਤੱਕ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ। ਜਦੋਂ ਕਿ ਪੰਜਾਬ 'ਚ ਜਦੋਂ ਇੱਥੋਂ ਗਏ ਆ, ਜਦੋਂ ਮਾਰ ਕੇ ਗਏ ਆ, ਉਦੋਂ ਤੱਕ ਤਾਂ ਕੁਝ ਕਰ ਨਹੀਂ ਸਕੇ। ਹੁਣ ਜੇ ਉਹਨਾਂ ਨੂੰ ਫੜਨਗੇ ਤਾਂ ਇਹ ਲੋਕਤੰਤਰ ਹੈ, ਜੁਡੀਸ਼ਰੀ ਆ, ਉੱਥੇ ਕੇਸ ਚੱਲੂਗਾ। ਉਹਦੇ 'ਤੇ ਕੀ ਕੇਸ ਚੱਲਦਾ, ਕਿੰਨੀ ਦੇਰ ਚੱਲਦਾ, ਫਿਰ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ, ਫਾਂਸੀ ਹੁੰਦੀ ਹੈ, ਇਹ ਜੁਡੀਸ਼ਰੀ ਤੈਅ ਕਰੂਗੀ। ਹੁਣ ਦੇਖੋ ਇਹ ਲੋਕਤੰਤਰ ਆ, ਪਰ ਜੇ ਲੋਕਤੰਤਰ ਆ ਤਾਂ ਇੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਸਾਰੇ ਅਪਰਾਧ ਹੁੰਦੇ ਆ, ਜ਼ਿਆਦਾ ਇੱਥੇ ਲੋਕਾਂ ਤੱਕ ਜਿਹੜਾ ਨੁਕਸਾਨ ਪਹੁੰਚਦਾ ਵਾ। ਪਰ ਜਿੱਥੇ ਸਜ਼ਾ ਜ਼ਿਆਦਾ ਆ ਉੱਥੇ ਨੁਕਸਾਨ ਘੱਟ ਹੋਣਗੇ। ਤੁਸੀਂ ਅਰਬ ਕੰਟਰੀ ਦੇਖ ਲਓ, ਕੁਵੈਤ ਦੇਖ ਲਓ, ਦੁਬਈ ਦੇਖ ਲਓ, ਇੱਧਰ ਦੇਖ ਲਓ। ਉਹ ਰੋਜ਼ ਦਿਹਾੜੀ ਨਹੀਂ ਹੋਊਗਾ ਵੀ ਲੋਕਾਂ ਨੂੰ ਮਾਰ ਦਿੱਤਾ, ਗੋਲੀ ਚੱਲ ਗਈ, ਉਹ ਨਹੀਂ ਹੋਊਗਾ, ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਪੇਸ਼ ਆਉਂਦੇ ਆ। ਜਿੱਥੇ ਸਜ਼ਾ ਜ਼ਿਆਦਾ ਹੈ, ਜਿੱਥੇ ਸਜ਼ਾ ਜ਼ਿਆਦਾ ਜ਼ਾਲਮ ਆ, ਉੱਥੇ ਅਪਰਾਧ ਘੱਟ ਹੋਣਗੇ। ਸਾਡੀ ਲੋਕਤੰਤਰ ਸੋਸਾਇਟੀ ਆ, ਲੋਕਤੰਤਰ ਦਾ ਪ੍ਰਥਾ ਵਾ, ਇਹਦੇ 'ਚ ਸਾਡੇ ਬਹੁਤ ਦੇਰ ਲੱਗਦੀ ਆ। ਔਰ ਤੁਸੀਂ ਦੇਖੋਗੇ ਜਿੰਨੇ ਅਜੇ ਤੱਕ ਕਤਲ ਕੇਸ ਹੋਇਆ, ਜਿੰਨੇ ਮੁੰਡੇ ਮਾਰੇ ਗਏ ਆ, ਜਿੰਨੇ ਕੁਛ ਹੋਇਆ, ਉਹ ਅਜੇ ਤੱਕ ਉਹਨਾਂ ਦੇ ਬਾਰੇ ਕੁਛ ਨਹੀਂ ਹੋਇਆ। ਜੇ ਦੁਸਹਿਰੇ ਦੇ ਜਦੋਂ ਦੁਸਹਿਰਾ ਸੀਗਾ, ਦੁਸਹਿਰੇ 'ਤੇ ਉੱਥੇ ਕਿੰਨੇ ਮੁੰਡੇ ਟ੍ਰੇਨ ਦੇ ਥੱਲੇ ਆ ਕੇ ਕਿੰਨੇ ਲੋਕ ਮਰ ਗਏ ਆ, ਉਹਦਾ ਕੋਈ ਪਤਾ ਨਹੀਂ ਲੱਗਾ। ਔਰ ਉਹ ਗੌਰਮੈਂਟ ਕਦੋਂ ਸੀ? ਉਹ ਭਗਵੰਤ ਮਾਨ ਦੀ ਗੌਰਮੈਂਟ ਨਹੀਂ ਸੀ, ਉਦੋਂ ਕਾਂਗਰਸ ਸੀਗੀ। ਔਰ ਉਦੋਂ ਪਹਿਲਾਂ ਵੀ ਜਦੋਂ ਜੰਡਿਆਲਾ ਗੁਰੂ ਦੇ ਨਾਲ ਮੁੱਛਲਾਂ ਪਿੰਡ ਆ, ਰਈਆ ਵਾ, ਫੱਤੂਵਾਲਾ, ਉਹਨਾਂ ਪਿੰਡਾਂ 'ਚ ਜਿਹੜੀ ਨਜਾਇਜ਼ ਜੀ ਸ਼ਰਾਬ ਪੀ ਕੇ ਲੋਕ ਇੰਨੇ ਮਰ ਗਏ ਆ, ਔਰ ਉਹ ਬੰਦੇ ਫੜੇ ਵੀ ਗਏ, ਉਹਨਾਂ ਦਾ ਅਜੇ ਤੱਕ ਨਹੀਂ ਪਤਾ ਲੱਗਾ ਉਹਨਾਂ ਦਾ ਕੀ ਕੇਸ ਹੈ। ਇਹ ਸਾਡੀ ਡੈਮੋਕ੍ਰੇਸੀ ਹੈ। ਜਦੋਂ ਕੋਈ ਜ਼ੁਲਮ ਕਰਦਾ ਫੜਿਆ ਜਾਂਦਾ, ਉੱਤੇ ਕੇਸ ਹੁੰਦਾ, ਮੁੜ ਕੇ ਉਹਨੂੰ ਕੋਈ ਫਾਲੋ ਨਹੀਂ ਕਰਦਾ, ਪਤਾ ਨਹੀਂ ਲੱਗਦਾ। ਫਾਲੋ ਕਰਦੀ ਜੁਡੀਸ਼ਰੀ ਕਰਦੀ ਹੈ, ਪਰ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਹੁਣ ਉਹ ਕਿੱਥੇ ਗਏ। ਇਹ ਹੈਗਾ ਸਾਡਾ ਸਿਸਟਮ। ਹੁਣ ਉਹ ਅਜੇ ਫੜਨ 'ਚ ਇੰਨੇ ਦਿਨ ਲੱਗ ਗਏ ਆ, ਜਦੋਂ ਫੜੇ ਗਏ ਫਿਰ ਨਹੀਂ ਪਤਾ ਲੱਗਣਾ ਕਿੱਥੇ ਚਲੇ ਗਏ। ਇਹ ਹੈਗਾ ਸਾਡਾ ਲੋਕਾਂ ਨੂੰ ਭਬਲ ਭੂਸੇ 'ਚ ਰੱਖਣਾ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ। ਇਹ ਹੈਗਾ ਜੇ ਲੋਕ ਅੱਜ ਇੰਨੇ ਚਿੰਤਾਜਨਕ ਹੈਗੇ ਆ, ਉਹਨਾਂ ਦਾ ਮਾਂ ਪਿਓ ਤੋਂ ਵੱਧ ਉਹਦੇ ਭਰਾ ਭੈਣ ਜਿਹੜੇ ਹੈਗੇ ਸਾਰੇ ਵੱਧ, ਔਰ ਉਹ ਪਬਲਿਕ ਵੀ ਵੇਖੋ ਕਿੰਨੀ ਲੋਕ ਹੈਗੀ ਆ, ਜਿਹਦੇ ਵਿੱਚ ਸਾਰੇ ਨੇਤਾ ਆ ਰਹੇ ਆ, ਸਾਰੇ ਉੱਥੇ ਜਾ ਰਹੇ ਆ। ਪਰ ਇੱਕ ਗੱਲ ਜਿਹੜੀ ਮੈਨੂੰ ਨਹੀਂ, ਸਾਰੀ ਪਬਲਿਕ ਨੂੰ ਖੰਨਾ ਜੀ ਬੁਰੀ ਲੱਗ ਰਹੀ ਹੈ ਕਿ ਜੇ ਤੁਸੀਂ ਮੂਸਾਵਾਲਾ ਜੀ ਲਈ, ਸ਼ੁਭਦੀਪ ਲਈ ਇੱਕ ਗੱਲ ਛੇੜੀ ਉਹਨਾਂ ਦੇ ਕਤਲ ਦੀ, ਔਰ ਇਹਨੂੰ ਦੇਖੋ ਇਹਨਾਂ ਨੇ ਸਿਆਸਤ ਨਾਲ ਬਹੁਤ ਜੋੜ ਲਿਆ। ਜਦੋਂ ਕਿ ਇਹ ਗੱਲ ਬਣਦੀ ਤਾਂ ਨਹੀਂ ਹੈਗੀ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ, ਜਿਮਨੀ ਚੋਣ ਜਿਹੜੀ ਸੰਗਰੂਰ ਤੋਂ, ਔਰ ਦੇਖੋ ਕਿਸ ਤਰ੍ਹਾਂ ਉਹ ਕਿਸ ਦੁੱਖ ਦੇ ਸਮੁੰਦਰ 'ਚ ਡਿੱਗੇ ਪਏ ਆ, ਔਰ ਰਾਤ ਦਿਨ ਉਹਨਾਂ ਨੂੰ ਸ਼ਾਇਦ ਰੋਟੀ ਖਾਂਦੇ ਨਹੀਂ ਖਾਂਦੇ, ਕਿਸ ਦੁੱਖ 'ਚ ਹੈ ਜਿਨ੍ਹਾਂ ਦਾ ਪੁੱਤ ਇਸ ਤਰ੍ਹਾਂ ਦਾ ਕਮਾਊ ਪੁੱਤ, ਜਵਾਨ ਪੁੱਤ, ਇਹਨਾਂ ਜਿਹਦਾ ਪਾਪੂਲਰਿਟੀ ਪੂਰੀ ਦੁਨੀਆ 'ਚ ਉਹ ਨਹੀਂ ਉਹਨਾਂ ਕੋਲ ਰਿਹਾ, ਤਾਂ ਉਹ ਇਲੈਕਸ਼ਨ ਸੋਚਦੀ ਹੈ। ਉਹਨਾਂ ਕਿਹਾ ਕਿ ਮੇਰੇ ਪੁੱਤ ਦਾ ਅਜੇ ਸਵਾਸ ਠੰਡਾ ਨਹੀਂ ਹੋਇਆ, ਮਤਲਬ ਅਜੇ ਦੂਰ ਨਹੀਂ ਗੱਲ ਗਈ, ਤੁਸੀਂ ਮੈਨੂੰ ਇਹ ਕਹਿ ਰਹੇ ਜੇ। ਉਹਨਾਂ ਨੇ ਇਹ ਗੱਲ ਕਹੀ ਹੈ। ਦੇਖੋ ਇਹ ਵੀ ਕਿੰਨੀਆਂ ਗੱਲਾਂ ਹੋਸ਼ਾਹੀਣੀਆਂ ਨੇ ਕਿ ਤੁਸੀਂ ਉਹਨਾਂ ਨੂੰ ਇੱਧਰ ਲਿਆ ਰਹੇ ਜੇ। ਕੋਈ ਗੱਲ ਕਰਨੀ ਹੈ ਤਾਂ ਉਹਦੇ ਲਈ ਕਰੋ, ਕੋਈ ਐਡੀਟੋਰੀਅਮ ਬਣਾ ਦਿਓ, ਕੋਈ ਸੰਗੀਤ ਏਜੰਸੀ ਬਣਾ ਦਿਓ ਇਹਦੇ ਲਈ, ਕਿਉਂਕਿ ਮਿਊਜ਼ਿਕ ਨੂੰ ਸਮਰਪਿਤ ਸੀ, ਉਹਨੇ ਲਾਈਫ ਬਣਾਈ। ਇਹਦੇ ਲਈ ਕਰੋ ਕਿ ਲੋਕਾਂ ਨੂੰ ਇਸ ਪਾਸੇ ਜੋੜੋ, ਉਹਨੂੰ ਯਾਦ ਕਰਨ ਸਾਰੀ ਉਮਰ ਲਈ। ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਉਹਦਾ ਸਮਾਰਕ ਬਣਾਓ, ਕੋਈ ਇਸ ਤਰ੍ਹਾਂ ਦੀ ਗੱਲ ਕਰੋ। ਉਹਦੇ ਕੋਲ ਜ਼ਮੀਨ ਕਿੰਨੀ ਹੈ ਜਿੱਥੇ ਉਹਦਾ ਬਣਾਇਆ, ਉਹਦੇ ਆਲੇ ਦੁਆਲੇ ਕੋਈ ਐਡੀਟੋਰੀਅਮ ਬਣਾ ਦਿਓ, ਕੁਛ ਤਾਂ ਇੱਦਾਂ ਦੀ ਗੱਲ ਕਰੋ। ਇਲੈਕਸ਼ਨ ਬਹੁਤ ਜ਼ਰੂਰੀ ਆ, ਔਰ ਉਹ ਵੀ ਜਿਮਨੀ ਚੋਣ ਹੈ। ਇੱਕ ਇਲੈਕਸ਼ਨ ਦੇ ਲਈ ਪਾਰਟੀਆਂ ਇਸ ਵੇਲੇ ਭੱਜੋ ਭੱਜੀ ਕਰ ਰਹੀਆਂ, ਜਿਹਦੇ 'ਚੋਂ 5 ਬੰਦੇ ਤਾਂ ਆਪਣੇ 5 ਨੇਤਾ ਤੇ ਇੱਥੋਂ ਨਿਕਲ ਕੇ ਭੱਜ ਗਏ ਕਾਂਗਰਸ 'ਚੋਂ ਹੀ, ਜਿਹਦੇ 'ਚੋਂ ਕੇਵਲ ਢਿੱਲੋਂ ਨੂੰ ਉਹਨਾਂ ਨੇ ਉੱਥੇ ਅਨਾਉਂਸ ਕਰ ਰਹੇ ਆ ਇਹਦੇ 'ਚ ਜਿਮਨੀ ਚੋਣ ਲਈ, ਕਾਂਗਰਸ BJP ਵਾਲੇ
ਬੀਜੇਪੀ 'ਚ ਚਲੇ ਗਏ ਔਰ ਉਹ 'ਚੋਂ ਰਾਜਵਾਨਾ ਦੀ ਸਿਸਟਰ ਆ, ਚਲੋ ਉਹਨਾਂ ਦੀ ਤਾਂ ਕੁਰਬਾਨੀ ਹੈ ਔਰ ਇਸਦੇ ਲੋਕ ਉਹਨਾਂ ਲਈ ਕੋਈ ਉਹ ਨਹੀਂ, ਕਿੰਤੂ ਪਰੰਤੂ ਉਹ ਕੀਤਾ ਉਹਨਾਂ ਨੇ ਅਕਾਲੀ ਦਲ ਵੱਲੋਂ ਆ ਰਿਹਾ। ਸਿਮਰਨਜੀਤ ਮਾਨ ਜੀ ਆ ਗਏ ਉੱਧਰੋਂ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵੱਲੋਂ, ਔਰ ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਹੈਗੇ ਨੇ, ਔਰ ਸਾਰੀਆਂ ਪਾਰਟੀਆਂ ਇੱਕ ਜਿਹੜਾ ਉਹਦੇ ਲਈ ਦੌੜ ਭੱਜ ਲਾ ਰਹੇ ਆ ਵੀ ਕੀ ਹੈ, ਭਗਵੰਤ ਮਾਨ ਦੀ ਸੀਟ ਖਾਲੀ ਹੋਈ ਤੇ ਉਹਦੇ ਲਈ ਇਹਨਾਂ ਨੇ ਉੱਤੇ ਕੀਤਾ। ਪਰ ਦੇਖੋ ਇੱਕ ਕੁਰਸੀ ਦੀ ਖੋਜ ਲਈ, ਉਹਦੀ ਕੁਰਸੀ ਨੂੰ ਪ੍ਰਾਪਤ ਕਰ ਲਈ ਇਸ ਵੇਲੇ ਕਮਲੇ ਹੋਏ ਫਿਰਦੇ, ਭੱਜ ਨੱਠੇ ਹੋਏ ਫਿਰਦੇ। ਤੁਸੀਂ ਦੱਸੋ ਹੁਣ ਇਹ ਕੋਈ ਗੱਲ, ਮਤਲਬ ਕਿੱਦਾਂ ਦੀਆਂ ਗੱਲਾਂ ਨੇ? ਹਜੇ ਜਵਾਨ ਪੁੱਤਰ ਮਰਿਆ, ਤੁਸੀਂ ਜੀ ਚੋਣਾਂ ਲੜੋ ਕਿਉਂਕਿ ਸਿੰਪਥੀ ਮਿਲ ਜਾਏਗੀ, ਸਿੰਪਥੀ ਮਿਲ ਜਾਏਗੀ, ਸਿੰਪਥੀ ਦੀ ਲਹਿਰ ਚੱਲਦੀ ਪਈ ਹੈ ਤੇ ਤੁਸੀਂ ਸੀਟ ਜਿੱਤ ਜਾਓਗੇ। ਅਜੇ ਤਾਂ ਭੋਗ ਨਹੀਂ ਉਹਨਾਂ ਦਾ ਹੋਇਆ, 8 ਤਰੀਕ ਨੂੰ ਤਾਂ ਉਹਨਾਂ ਦਾ ਅਖੰਡ ਪਾਠ ਦਾ ਭੋਗ ਹੈਗਾ ਉਹਨਾਂ ਦਾ। ਅਸੀਂ ਹੁਣ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜੇ ਇਹ ਸਿਆਸਤ ਖੇਡਣ ਵਾਲੇ ਲੋਕ ਨੇ, ਇਹਨਾਂ ਦੀ ਸੋਚ ਕਿਸ ਦਰਜੇ ਦੀ ਸੋਚ ਹੈ। ਅਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ। ਬਿਲਕੁਲ ਬਿਲਕੁਲ ਕਿ ਤੁਸੀਂ ਇੱਕ ਸੀਟ ਜਿੱਤਣ ਵਾਸਤੇ ਕਿੰਨਾਂ ਨੂੰ ਕਹਿੰਦੇ ਪਏ ਹੋ? ਇੱਕ ਸਿਆਸਤ ਦੀ ਇੱਕ ਸੀਟ ਜਿੱਤਣੀ ਹੈ ਤੇ ਉਹਨਾਂ ਦਾ ਜਵਾਨ ਪੁੱਤਰ ਚਲਾ ਗਿਆ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਲੋਕੀ ਤੁਹਾਡੇ ਹੱਕ 'ਚ ਵੋਟ ਪਾ ਦੇਣਗੇ ਕਿਉਂਕਿ ਇਸ ਵਕਤ ਨਾ ਉਹ ਲਹਿਰ ਚੱਲਦੀ ਪਈ ਹੈ ਅਫਸੋਸ ਦੀ, ਤੇ ਤੁਸੀਂ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਸੀਟ ਜਿੱਤ ਜਾਓਗੇ ਤੇ ਸਾਨੂੰ ਇੱਕ ਸੀਟ ਮਿਲ ਜਾਏਗੀ। ਇਹੀ ਗੱਲ ਤੁਹਾਡੀ ਗੱਲ ਸਹੀ ਹੈ। ਹੁਣ ਕਿਸ ਲੈਵਲ ਦੀ ਸੋਚ ਹੈ ਸਿਆਸਤ ਦੀ? ਪਰ ਜਦੋਂ ਤੁਹਾਡੇ ਤਾਂ ਆਪਣੇ ਤਾਂ ਜਿਹੜੇ ਨੇਤਾ ਰਹਿ ਰਹੇ ਨੇ ਉਹਨਾਂ ਦੀ ਕੋਈ ਐਗਜ਼ਿਸਟੈਂਸ ਨਹੀਂ, ਉਹ ਤਾਂ ਛੱਡ ਭੱਜੀ ਜਾ ਰਹੇ ਆ। ਕਾਂਗਰਸ ਚੋਂ ਜਿੰਨੇ ਗਏ ਆ ਲੋਕ, ਜਾਖੜ ਸਾਹਿਬ ਤੋਂ ਸ਼ੁਰੂ ਹੋ ਜਾਓ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕਰ ਲਓ, ਵੱਡੇ ਵੱਡੇ ਨੇਤਾ ਰਿਹਾ ਕੋਈ ਨਹੀਂ ਹੈ ਕਿ ਨਹੀਂ, ਉਹ ਤਾਂ ਇੱਥੇ ਨਹੀਂ ਰਹੇ ਤੇ ਤੁਸੀਂ ਹੁਣ ਦੂਜਿਆਂ ਨੂੰ ਇੱਥੇ ਵਾੜ ਰਹੇ ਜੇ, ਜਿਹੜੇ ਲੋਕ ਇਹਨੂੰ ਹੁਣ ਨਹੀਂ ਉਸ ਤਰੀਕੇ ਨਾਲ ਮੰਨ ਰਹੇ, ਪਰ ਜਿਹੜੇ ਦੁੱਖ ਦੇ ਸਮੁੰਦਰਾਂ 'ਚ ਠਿਲ ਰਹੇ ਉਹਨਾਂ ਨੂੰ ਤਾਂ ਕਹਿ ਰਹੇ ਜੀ। ਇੱਕ ਗੱਲ ਦੀ ਅਫਸੋਸ ਨਾਲ ਇਹ ਜ਼ਿਕਰ ਕਰਨਾ ਬਣਦਾ ਇਸ ਗੱਲ ਦਾ ਕਿ ਪੰਜਾਬ ਦਾ ਇਸ ਵਕਤ ਇਹ ਹਾਲ ਕਿਉਂ ਹੈ, ਕਿਉਂਕਿ ਸਿਆਸਤ ਦੀ ਸੋਚ ਇਸ ਲੈਵਲ ਦੀ ਹੈ, ਇਸੇ ਲੈਵਲ ਦੀ ਜੋ ਆਪਾਂ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਮੱਸਿਆਵਾਂ ਕਿਉਂ ਨੇ, ਪੰਜਾਬ ਦੀ ਇਹ ਸੋਸ਼ਲ ਲਾਈਫ ਦਾ ਇਹ ਹਾਲ ਕਿਉਂ ਹੈ, ਪੰਜਾਬ ਦਾ ਇਹ ਹਾਲ ਕਿਉਂ ਹੈ, ਇਹ ਮਾੜਾ ਹਾਲ ਪੰਜਾਬ ਦਾ ਕਿਉਂ ਹੈ, ਕਿਉਂਕਿ ਜਿਹੜਾ ਸਿਆਸਤ ਦਾ ਲੈਵਲ ਹੈ, ਜਿਹੜੀ ਸਿਆਸਤ ਦੀ ਸੋਚ ਹੈ ਉਹ ਮਾੜੇ ਲੈਵਲ ਤੱਕ ਜਾ ਚੁੱਕੀ ਹੈ। ਉਹ ਲੈਵਲ ਤੁਸੀਂ ਆਪ ਦੇਖ ਲਓ, ਇੱਕ ਜਵਾਨ ਪੁੱਤਰ ਦੀ ਡੈਥ ਹੋ ਗਈ ਤੇ ਉਹਦੇ ਪਿਤਾ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਚੋਣ ਲੜ ਲਵੋ ਕਿਉਂਕਿ ਲੋਕ ਤੁਹਾਨੂੰ ਵੋਟ ਪਾ ਦੇਣਗੇ ਜਵਾਨ ਪੁੱਤਰ ਦੀ ਡੈਥ ਕਰਕੇ। ਇਹ ਹੈ ਸੋਚ ਦਾ ਲੈਵਲ ਸਿਆਸਤ ਦੀ ਦਾ। ਤੇ ਪੰਜਾਬ ਦਾ ਜੇ ਮਾੜਾ ਹਾਲ ਹੈ, ਇਸ ਸਿਆਸਤ ਦੀ ਸੋਚ ਨੂੰ ਸਾਹਮਣੇ ਰੱਖ ਕੇ ਲੈਵਲ ਨੂੰ ਦੇਖੀਏ ਤਾਂ ਤੁਹਾਨੂੰ ਸਮਝ ਆ ਜਾਏਗਾ ਕਿ ਪੰਜਾਬ ਦਾ ਮਾੜਾ ਹਾਲ ਕਿਉਂ ਹੈ। ਇਹਨੂੰ ਕਹਿੰਦੇ ਸੌੜੀ ਸੋਚ, ਤੰਗ ਦਿਲੀ, ਜਿਹਨੂੰ ਅਸੀਂ ਬ੍ਰੌਡਨੈਸ ਨਹੀਂ ਕਹਿ ਰਹੇ ਕਿ ਜੇ ਤੁਸੀਂ ਸੋਚਣਾ ਤਾਂ ਕੁਝ ਤਰੀਕੇ ਦੀ ਗੱਲ ਕਰੋ ਜਿਹਦੇ ਨਾਲ ਉਹਨਾਂ ਦਾ ਕੋਈ ਹੋਰ ਉਹਨਾਂ ਨੂੰ ਸਹਾਰਾ ਬਣੇ। ਜੇ ਉਹਨਾਂ ਨੂੰ ਕਿਹਾ ਜਾਵੇ ਕਿ ਅਸੀਂ ਉਹਨਾਂ ਦੇ ਮੌਤ ਤੋਂ ਬਾਅਦ ਹੈ ਨਾ, ਸ਼ੁਭਦੀਪ ਸਿੱਧੂ ਦੀ ਮੌਤ ਤੋਂ ਬਾਅਦ ਅਸੀਂ ਆਹ ਕੰਮ ਕਰ ਰਹੇ ਪੰਜਾਬ ਸਰਕਾਰ ਵੱਲੋਂ, ਜਾਂ ਅਸੀਂ ਪਾਰਟੀਆਂ ਨੂੰ ਯੂਨਾਈਟਲੀ ਆਹ ਕੰਮ ਕਰ ਰਹੇ, ਫਿਰ ਤਾਂ ਉਹਨਾਂ ਨੂੰ ਕੋਈ ਨਾ ਕੋਈ ਸਹਾਰਾ ਆਊਗਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਇੱਕ ਸਾਡੇ ਨਾਲ ਮੋਢਾ ਜੋੜ ਕੇ ਸਾਨੂੰ ਸਹਾਰਾ ਦਿੱਤਾ ਗਿਆ। ਕਿਉਂਕਿ ਇਸ ਤਰ੍ਹਾਂ ਦੇ ਕਈ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਉਹਨਾਂ ਕੋਲ ਗਏ ਵੀ ਆ, ਭਗਵੰਤ ਮਾਨ ਜੀ ਵੀ ਗਏ ਆ, ਮਿਲ ਕੇ ਆਏ ਉਹਨਾਂ ਨੂੰ, ਭਾਵੇਂ 4 ਦਿਨ ਬਾਅਦ ਗਏ ਆ, ਅਫਸੋਸ ਜ਼ਾਹਰ ਕੀਤਾ ਉਹਨਾਂ ਨੇ। ਹੰਸਰਾਜ ਹੰਸ ਜੀ ਗਏ ਆ, ਹੋਰ ਸਾਰੇ ਜਾ ਰਹੇ ਆ, ਗੁਰਦਾਸ ਮਾਨ ਜੀ ਗਏ ਆ, ਔਰ ਸੰਜੇ ਦੱਤ ਜੀ ਵੀ ਆ ਰਹੇ ਆ, ਮਿਲੇ ਵੀ। ਔਰ ਇਹ ਗੱਲਾਂ ਜਿਹੜੀਆਂ ਇਸ ਕਰਕੇ ਹੁੰਦਾ ਕਿਉਂਕਿ ਕਿਸੇ ਨੇ ਦੁੱਖ ਤਾਂ ਨਹੀਂ ਲੈ ਆਉਣਾ, ਦੁੱਖ ਸਾਂਝਾ ਕਰਨ ਦਾ ਮਤਲਬ ਹੁੰਦਾ, ਕਿਉਂਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਦੇ ਹੈਗੇ ਕਿ ਇੱਕ ਦੂਜੇ ਨਾਲ ਗੱਲਾਂ ਕਰਕੇ ਵੀ ਬਹੁਤ ਦੁੱਖ ਆਪਣੇ ਤੇ ਲੈ ਲੈਂਦੇ ਆ। ਔਰ ਉਹ ਬੰਦਾ ਇਸ ਵੇਲੇ ਇੰਨੇ ਦੁਖੀ ਨੇ, ਉਹਨਾਂ ਨੂੰ ਜੇ ਅਸੀਂ ਤਰੀਕੇ ਨਾਲ ਗੱਲ ਕਰਾਂਗੇ ਜਾਂ ਉਹਨਾਂ ਨਾਲ ਦਿਲੀ ਗੱਲ ਕਰਾਂਗੇ, ਪਿਆਰ ਨਾਲ ਕਰਾਂਗੇ ਤਾਂ ਉਹ ਬਿਲਕੁਲ ਇਸ ਗੱਲ ਨੂੰ ਸਮਝਣਗੇ ਕਿ ਇਹ ਦੁੱਖ ਨਾਲ ਸਾਡੇ ਭਾਈਵਾਲ ਆ, ਇਹਦੇ ਵਿੱਚ ਸਾਂਝ ਜਾਲੀ ਇਹਨਾਂ ਦੀ। ਤੁਸੀਂ ਦੂਜੀ ਗੱਲ ਇਹ ਵੀ ਸੋਚੋ ਨਾ ਬਲਕਾਰ ਜੀ, ਹੁਣ ਤੁਸੀਂ ਮੂਸਾਵਾਲਾ ਜੀ ਦੇ ਪਿਤਾ ਜੀ ਨੂੰ ਕਹਿ ਰਹੇ ਹੋ ਕਿ ਤੁਸੀਂ ਇਲੈਕਸ਼ਨਸ ਆ ਜਾਓ, ਤੁਸੀਂ ਐਡਮਿਨਿਸਟ੍ਰੇਸ਼ਨ ਦੇ ਐਂਗਲ ਤੋਂ ਸੋਚ ਕੇ ਦੇਖੋ, ਉਹਨਾਂ ਨੂੰ ਮਤਲਬ ਸਾਡੇ ਬਜ਼ੁਰਗ ਹੀ ਹੋਏ, ਉਹਨਾਂ ਨੂੰ ਕਿੰਨਾ ਕੁ ਤਜਰਬਾ ਹੈਗਾ ਐਡਮਿਨਿਸਟ੍ਰੇਸ਼ਨ ਦਾ, ਉਹਨਾਂ ਨੂੰ ਕਿੰਨਾ ਕੁ ਤਜਰਬਾ ਹੈਗਾ ਪ੍ਰਸ਼ਾਸਨ ਦਾ। ਬਿਲਕੁਲ ਸਹੀ ਗੱਲ। ਉਹਨਾਂ ਨੂੰ ਇਹ ਕਮਾਂਡ ਸੰਭਾਲਣੀ ਆਉਣੀ ਹੈ, ਉਹਨਾਂ ਨੇ ਸੰਭਾਲ ਲੈਣੀ ਹੈ। ਜੇ ਸੀਟ ਜਿੱਤ ਵੀ ਲੈਂਦੇ ਨੇ, ਮੰਨ ਲਓ ਚੋਣਾਂ ਲੜ ਕੇ ਸੀਟ ਜਿੱਤ ਲਈ, ਉਸ ਤੋਂ ਬਾਅਦ ਉਹਨਾਂ ਨੂੰ ਕੰਮ ਕਰਨਾ ਆਉਂਦਾ ਹੈ। ਉਹ ਬੜੇ ਐਕਸ ਆਰਮੀ ਮੈਨ ਆ, ਆਰਮੀ ਚੋਂ ਰਿਟਾਇਰਡ ਆ, ਪਰ ਬੜੇ ਦਿਆਨਤਦਾਰ ਔਰ ਬੜੇ ਅਸੂਲਾਂ ਦੇ ਪੱਕੇ ਹੁੰਦੇ ਬੰਦੇ। ਉਹ ਸਿਆਸਤ ਤੋਂ ਵੈਸੇ ਦੂਰ ਰਹਿੰਦੇ, ਫੌਜੀ ਦੂਰ ਰਹਿੰਦੇ ਨੇ, ਉਹ ਮੈਂ ਮੰਨ ਲਈ ਗੱਲ। ਦੂਜੀ ਗੱਲ ਇਹ ਵੀ ਦੇਖੋ ਕਿ ਉਹਨਾਂ ਨੂੰ ਕਿੰਨਾ ਕੁ ਤਜਰਬਾ ਹੈ, ਉਹਨਾਂ ਨੂੰ ਇਸ ਚੀਜ਼ ਦਾ ਤਜਰਬਾ ਹੈ, ਉਹ ਇਹ ਸੰਭਾਲ ਸਕਣਗੇ, ਉਹ ਇਹ ਡਿਲੀਵਰ ਕਰ ਸਕਣਗੇ ਜੋ ਜਨਤਾ ਨੂੰ ਚਾਹੀਦਾ ਹੈ ਇਸ ਅਹੁਦੇ ਤੇ ਉੱਤੇ ਆ ਕੇ। ਮਤਲਬ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਪਏ ਹੋ, ਮਤਲਬ ਇਦਾਂ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦੀ ਸਿਆਸਤ ਖੇਡ ਲੈਂਦੇ ਹੋ ਕੁਰਸੀਆਂ ਜਿੱਤਣ ਵਾਸਤੇ। ਇਸ ਤੋਂ ਪਤਾ ਲੱਗਦਾ ਕਿ ਪੰਜਾਬ ਦਾ ਜੋ ਇਹ ਸਾਰਾ ਵਿੱਤੀ ਹਾਲ, ਜੋ ਖਜ਼ਾਨੇ ਦਾ ਹਾਲ, ਐਡਮਿਨਿਸਟ੍ਰੇਸ਼ਨ ਦਾ ਹਾਲ, ਟੋਟਲ ਮਿਲਾ ਕੇ ਕਰਜ਼ੇ ਕਿਵੇਂ ਚੜੇ ਹੋਏ ਨੇ, ਜਿਹੜਾ ਸਾਰਾ ਇਹ ਹਾਲ ਖਰਾਬ ਹੋਇਆ, ਮਾੜਾ ਹੋਇਆ, ਕਿਉਂ ਹੋਇਆ? ਕਿਉਂਕਿ ਸਿਆਸਤ ਦੀ ਇਹ ਜਿਹੜੀ ਸੋਚ ਹੈ ਨਾ, ਇਹ ਬਹੁਤ ਹੀ ਨੀਵੇਂ ਲੈਵਲ ਤੇ ਆ ਚੁੱਕੀ ਹੈ, ਇਹਦਾ ਕੋਈ ਲੈਵਲ ਹੀ ਨਹੀਂ ਰਹਿ ਗਿਆ। ਪਰ ਇਹ ਹੁਣ ਦੂਜੀ ਗਲਤੀ ਕਰਨ ਲੱਗੀ ਕਾਂਗਰਸ। ਪਹਿਲਾਂ ਤਾਂ
ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਇਹਨਾਂ ਨੇ ਲਿਆਂਦਾ, ਕਿਉਂਕਿ ਉਹਦੀ ਪਪੂਲੈਰਿਟੀ ਤਾਂ ਪਹਿਲਾਂ ਹੀ ਬਹੁਤ ਸੀਗੀ। ਇਹਨਾਂ ਨੇ ਇਸ ਕਰਕੇ ਲਿਆਂਦਾ, ਇਹਨਾਂ ਨੇ YouTube 'ਤੇ ਦੇਖਿਆ ਉਹਨੂੰ 7 ਮਿਲੀਅਨ ਤੋਂ ਵੀ ਉੱਪਰ ਲੋਕ ਯੂਥ ਉਹਨੂੰ ਰਿਵਿਊ ਕਰ ਰਹੇ ਆ, ਉਹਦੇ ਨਾਲ ਉਹਨੂੰ ਦੇਖ ਰਹੇ ਆ, ਔਰ ਉਹਦੀ ਪਪੂਲੈਰਿਟੀ ਹੱਦਾਂ ਤੋਂ ਵੱਧ ਹੈਗੀ ਆ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾ ਕੇ ਉਹਨਾਂ ਨੂੰ ਮਨਾਇਆ ਔਰ ਉਹਨਾਂ ਨੂੰ ਟਿਕਟ ਦਿੱਤੀ ਆ ਕਾਂਗਰਸ ਵੱਲੋਂ। ਚਲੋ ਜੋ ਮਰਜ਼ੀ ਆ, ਉਹਨਾਂ ਨੇ ਲਈ ਆ, ਉਦੋਂ ਬਾਅਦ ਲੋਕਾਂ ਦੀ ਵੋਟਾਂ ਤਾਂ ਗੇਨ ਕੀਤੀਆਂ, ਪਰ ਹੁਣ ਸਿੰਗਰ ਦੇ ਤੌਰ 'ਤੇ ਤਾਂ ਉੱਥੋਂ ਤੱਕ ਅੱਗੇ ਪਹੁੰਚੇ ਆ। ਉਹਨਾਂ ਨੂੰ ਲਿਆਂਦਾ ਪਹਿਲੋਂ, ਔਰ ਉਹਦਾ ਵੀ ਲੋਕਾਂ 'ਚ ਕਿਸ ਤਰ੍ਹਾਂ ਦਾ ਰਿਹਾ ਕਿ ਲੋਕ ਜਦੋਂ ਹੰਸਰਾਜ ਹੰਸ ਨੂੰ ਇਹਨਾਂ ਨੇ ਟਿਕਟ ਦਿੱਤੀ ਸੀ, ਹੰਸਰਾਜ ਤੋਂ ਵੀ ਦੂਰ ਚਲੇ ਗਏ ਸੀ ਲੋਕ। ਜਦੋਂ ਪੋਲੀਟੀਕਲ ਬਣਦਾ ਨਾ ਸਿੰਗਰ, ਜਦੋਂ ਸਿਆਸਤ ਵਾਲੇ ਪਾਸੇ ਆਉਂਦਾ ਤਾਂ ਲੋਕ ਥੋੜ੍ਹੀ ਜਿਹੀ ਦੂਰੀ ਕਰ ਲੈਂਦੇ ਆ। ਫਿਰ ਰਹੀ ਗੱਲ, ਹੁਣ ਇਹਨਾਂ ਨੇ ਰਾਜਾ ਵੜਿੰਗ ਜੀ ਨੇ ਇਹਨਾਂ ਨੂੰ ਇਹ ਆਫਰ ਕੀਤਾ ਕਿ ਤੁਸੀਂ ਇਲੈਕਸ਼ਨ ਲੜੋ, ਜਿਹੜੇ ਆਪਣੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਆਫਰ ਵੱਲੋਂ ਆ, ਕਿਉਂਕਿ ਉਹ ਇਸ ਵੇਲੇ ਉਹੀ ਹੈੱਡ ਨੇ ਇੱਥੇ। ਤੇ ਜਾਖੜ ਜੀ ਚਲੇ ਗਏ ਆ, ਕੈਪਟਨ ਅਮਰਿੰਦਰ ਜੀ ਚਲੇ ਗਏ, ਚੰਨੀ ਜੀ ਚਲੇ ਗਏ ਆ, ਨਵਜੋਤ ਸਿੱਧੂ ਜੀ ਅੰਦਰ ਨੇ, ਤੇ ਇਹਨਾਂ ਨੇ ਆਫਰ ਕੀਤੀ ਹੈ। ਇਹੀ ਪਹਿਲਾਂ ਉੱਥੇ ਗਏ ਆ। ਚਲੋ ਇਹਨਾਂ ਨੇ ਬੜੀ ਹਮਦਰਦੀ ਕੀਤੀ ਆ, ਜਦੋਂ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਆਪ ਰਹੇ ਆ ਉੱਥੇ, ਆਪ ਉਹਨਾਂ ਨੇ ਕੀਤਾ, ਲੋਕਾਂ ਨੂੰ ਮਿਲੇ ਵੀ ਆ, ਉਹ ਗੱਲ ਬੜੀ ਉਹਨਾਂ ਨੇ ਕੀਤੀ ਆ, ਦੁੱਖ ਵੰਡਾਇਆ। ਪਰ ਜਦੋਂ ਆਖਰ ਤੇ ਇਹ ਗੱਲ ਕਰ ਗਏ ਆ, ਇਹਨਾਂ ਨੇ ਕਿਹਾ ਵੀ ਸਾਡੀ ਨੇੜਤਾ ਬਣ ਗਈ, ਅਸੀਂ ਆਹ ਗੱਲ ਕਹਿ ਦਿੱਤੀ। ਉਹਨਾਂ ਦੇ ਫਾਦਰ ਨੇ ਕਹਿਤਾ ਨਹੀਂ, ਅਜੇ ਤੇ ਸਿਵਾ ਠੰਡਾ ਨਹੀਂ ਹੋਇਆ। ਉਹਨਾਂ ਨੇ ਜਵਾਬ ਦਿੱਤਾ, ਤੁਹਾਡੀ ਗੱਲ ਬਿਲਕੁਲ ਜਿਹੜੀ 16 ਨੇ ਸੀ, ਤੁਸੀਂ ਕਿਹਾ ਕਿ ਜਦੋਂ ਉਹ ਇਸ ਤਰ੍ਹਾਂ ਦੇ ਹੈਗੇ ਨੇ, ਦਿਆਨਤਦਾਰ ਨੇ ਔਰ ਬੜੇ ਸ਼ਰੀਫ ਲੋਕ ਨੇ, ਉਹ ਇਸ ਸਿਆਸਤ ਤੋਂ ਦੂਰ ਹੀ ਰਹਿਣਗੇ, ਉਹ ਇਹਨਾਂ ਦੇ ਝੂਠ ਬੋਲ ਨਹੀਂ ਸਕਦੇ। ਜੋ ਝੂਠ ਤੂਫਾਨ ਇਹ ਚੱਲ ਰਿਹਾ, ਇਹ ਗੱਲ ਠੀਕ ਹੈਗੀ ਆ। ਤਾਂ ਚਲੋ ਹੁਣ ਆਪਾਂ ਇਸ ਗੱਲ ਤੋਂ ਅੱਗੇ ਲੋਕਾਂ ਨੂੰ, ਹਾਂ ਸਾਡੇ ਦਰਸ਼ਕਾਂ ਨੂੰ ਹੋਰ ਵਧਾਈਏ। ਜਿਹੜੇ ਹੁਣ ਆਇਆ ਗਿਆ ਰਾਮ ਜਿਹੜਾ ਚੱਲਦਾ ਪਿਆ, ਆਇਆ ਰਾਮ ਗਿਆ ਰਾਮ, ਆਹ ਪਾਰਟੀ ਛੱਡੀ ਉਧਰ ਗਈ, ਉਹ ਪਾਰਟੀ ਛੋਟੀ ਉਧਰ ਗਈ, ਇਹਦਾ ਚੱਲਦਾ ਹੀ ਪਿਆ। ਇਹ ਨਾ ਇੱਕ ਪੁਰਾਣੀ ਘਟਨਾ ਹੈ, ਸ਼ਾਇਦ 1960 ਜਾਂ 66 ਦੀ ਘਟਨਾ ਹੈ। ਇਹ ਹਰਿਆਣਾ 'ਚ ਸੀਗੇ ਸ਼ਾਇਦ, ਇੱਕ ਉਹਨਾਂ ਦਾ ਨਾਂ ਸੀ ਗਿਆ ਲਾਲ। ਉਹਨਾਂ ਨੇ ਮੇਰਾ ਖਿਆਲ 13-14 ਦਿਨਾਂ ਦੇ ਅੰਦਰ 2-3 ਪਾਰਟੀਆਂ ਬਦਲੀਆਂ ਸੀ, ਕਦੀ ਕਾਂਗਰਸ 'ਚ ਆ ਜਾਂਦੇ, ਕਦੀ ਯੂਨਾਈਟਿਡ ਫਰੰਟ, ਪਤਾ ਨਹੀਂ ਕਿੱਥੇ ਕਿੱਥੇ ਗਏ। ਉੱਥੋਂ ਉਹਨਾਂ ਦਾ ਨਾਂ ਪੈ ਗਿਆ ਆਇਆ ਲਾਲ ਗਿਆ ਲਾਲ, ਆਇਆ ਰਾਮ ਗਿਆ ਰਾਮ, ਆਇਆ ਰਾਮ ਗਿਆ ਰਾਮ, ਉੱਥੋਂ ਉਹਨਾਂ ਦਾ ਨਾਂ ਪਿਆ, ਉਹ ਗਿਆ ਲਾਲ ਜੀ ਦਾ ਨਾਂ ਹੀ ਪੈ ਗਿਆ। ਹੁਣ ਉੱਥੋਂ ਇਹ ਚੱਲਦਾ ਰਿਹਾ ਕਾਨੂੰਨ। ਉਹ ਸ਼ਾਇਦ ਇਹ ਕਾਨੂੰਨ ਬਣਿਆ, ਉਸ ਤੋਂ ਬਾਅਦ ਨਵਾਂ ਕਾਨੂੰਨ ਪਾਸ ਹੋਇਆ ਕਿ ਤੁਸੀਂ ਇੱਦਾਂ ਨਹੀਂ ਪਾਰਟੀ ਬਦਲ ਸਕਦੇ, ਪਰ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਨੂੰ ਟਵਿਸਟ ਕਰਕੇ ਨਾ ਵਿੱਚੋਂ ਨਿਕਲ ਜਾਂਦੇ, ਕਿਉਂਕਿ ਰਾਹ ਕੱਢਣ 'ਚ ਮਾਹਿਰ ਨੇ ਲੋਕ, ਟਵਿਸਟ ਕਰਨ 'ਚ ਮਾਹਿਰ ਨੇ, ਤਾਂ ਫਿਰ ਜਾ ਕੇ ਪਾਰਟੀ ਸ਼ਫਲ ਕਰ ਲੈਂਦੇ ਨੇ, ਇੱਧਰ ਸ਼ਿਫਟ ਹੋ ਗਏ, ਉੱਧਰ ਸ਼ਿਫਟ ਹੋ ਗਏ। ਸਵੇਰੇ ਪਤਾ ਲੱਗਾ ਇਸ ਪਾਰਟੀ 'ਚ ਨੇ, ਦੁਪਹਿਰ ਨੂੰ ਇਸ ਪਾਰਟੀ 'ਚ ਨੇ, ਸ਼ਾਮ ਨੂੰ ਇਸ ਪਾਰਟੀ 'ਚ ਨੇ। ਔਰ ਮੈਂ ਸੈਲੂਟ ਕਰਦਾ ਇਹਨਾਂ ਦੀ ਸੋਚ ਨੂੰ ਕਿ ਇੰਨੀ ਜਲਦੀ ਆਪਣੀ ਆਈਡੀਓਲੋਜੀ ਕਿਵੇਂ ਬਦਲ ਲੈਂਦੇ ਨੇ, ਇਹਨਾਂ ਦੀ ਵਿਚਾਰਧਾਰਾ ਕਿਵੇਂ ਬਦਲ ਜਾਂਦੀ ਹੈ, ਕਿਉਂਕਿ ਹਰੇਕ ਪਾਰਟੀ ਦੀ ਅਲੱਗ ਵਿਚਾਰਧਾਰਾ ਹੈ। ਇਹ ਕਿਵੇਂ ਆਪਣੀ ਵਿਚਾਰਧਾਰਾ ਇੰਨੀ ਜ਼ਿਆਦਾ ਫਲੈਕਸੀਬਲ ਰੱਖੀ ਹੋਈ ਹੈ, ਇੰਨੀ ਲਚਕ ਹੈ ਇਹਨਾਂ ਦੀ ਸੋਚ ਦੇ ਵਿੱਚ ਕਿ ਕਿਤੇ ਵੀ ਜਾ ਕੇ ਐਡਜਸਟ ਹੋ ਜਾਂਦੇ ਨੇ ਔਰ ਕਿਤੇ ਵੀ ਜਾ ਕੇ ਇਹ ਆਪਣੀ ਸੋਚ ਬਦਲ ਲੈਂਦੇ ਨੇ। ਔਰ ਜਦੋਂ ਦੇਖਦੇ ਨੇ ਕਿ ਉੱਥੇ ਜਾ ਕੇ ਦਾਲ ਨਹੀਂ ਗਲਦੀ ਪਈ, ਜੋ ਮੈਂ ਸੋਚ ਕੇ ਆਇਆ ਸੀ ਉਹ ਕੰਮ ਤਾਂ ਇੱਥੇ ਬਣਦਾ ਨਹੀਂ ਪਿਆ, ਫਿਰ ਬੈਕ ਗੇਅਰ ਪਾ ਕੇ ਫਿਰ ਆਪਣੀ ਪਾਰਟੀ 'ਚ ਆ ਜਾਂਦੇ ਨੇ। ਮਤਲਬ ਤੁਸੀਂ ਘੁੰਮਣ ਗਏ ਸੀ, ਚੱਕਰ ਲਾਉਣ ਗਏ ਸੀ ਕਿ ਚਲੋ ਦੂਜੀ ਪਾਰਟੀ ਦਾ ਵੀ ਸਵਾਦ ਲੈ ਕੇ ਆ ਜਾਈਏ, ਮੁੜ ਕੇ ਆਪਾਂ ਫਿਰ ਆ ਜਾਾਂਗੇ। ਮਤਲਬ ਤੁਸੀਂ ਕਰਦੇ ਕੀ ਫਿਰਦੇ ਹੋ? ਔਰ ਤੁਸੀਂ ਦੇਖੋ ਤੁਹਾਡੀ ਜਿਹੜੀ ਇਮੇਜ ਬਣਦੀ ਹੈ, ਤੁਹਾਡੀ ਕ੍ਰੈਡੀਬਿਲਿਟੀ, ਭਰੋਸੇਯੋਗਤਾ ਖਤਮ ਹੋ ਜਾਂਦੀ ਹੈ। ਔਰ ਇੱਕ ਵਾਰੀ ਸਿਆਸਤ ਦੇ ਵਿੱਚ ਭਰੋਸੇਯੋਗਤਾ ਖਤਮ ਹੋ ਜਾਏ, ਪਬਲਿਕ ਨੇ ਤੁਹਾਨੂੰ ਪੁੱਛਣਾ ਨਹੀਂ। ਇੱਕ ਪਰਸੈਪਸ਼ਨ ਬਣ ਗਈ ਨਾ, ਜੇ ਤੁਹਾਡੇ ਬਾਰੇ ਗਲਤ ਪਰਸੈਪਸ਼ਨ ਬਣ ਗਈ ਕਿ ਇਹ ਤੇ ਆਇਆ ਰਾਮ ਗਿਆ ਰਾਮ ਹੈ, ਥਾਲੀ ਦਾ ਬੈਂਗਣ ਹੈ, ਸਵੇਰੇ ਕਿਤੇ ਤੇ ਸ਼ਾਮ ਨੂੰ ਕਿਤੇ, ਤੇ ਫਿਰ ਤੁਹਾਡੀ ਕਦਰ ਨਹੀਂ ਪੈਣੀ ਪਬਲਿਕ ਦੇ ਵਿੱਚ। ਜੇ ਪਬਲਿਕ ਦੇ ਵਿੱਚ ਕਦਰ ਨਾ ਪਈ ਤੇ ਫਿਰ ਵੋਟਾਂ ਕਿਹਨੇ ਪਾਉਣੀਆਂ ਨੇ? ਇਸ ਕਰਕੇ ਆਪਣੀ ਕ੍ਰੈਡੀਬਿਲਿਟੀ ਬਣਾ ਕੇ ਰੱਖੋ, ਆਪਣੀ ਇੱਜ਼ਤ ਬਣਾ ਕੇ ਰੱਖੋ, ਆਪਣੀ ਇਮੇਜ ਬਣਾ ਕੇ ਰੱਖੋ। ਜਿਸ ਤਰ੍ਹਾਂ ਆਪਣੇ ਹਿੰਦੁਸਤਾਨ 'ਚ ਨਾ ਮਲਟੀ ਪਾਰਟੀ ਸਿਸਟਮ ਆ, ਬਹੁਤ ਪਾਰਟੀ ਸਿਸਟਮ ਆ, ਔਰ ਇਹਦੇ 'ਚ ਬਹੁਤ ਪਾਰਟੀਆਂ, ਰੀਜਨਲ ਵੀ ਆ, ਨੈਸ਼ਨਲ ਵੀ ਆ ਪਾਰਟੀਆਂ। ਪਰ ਬਾਹਰਲੇ ਦੇਸ਼ਾਂ 'ਚ ਤੁਸੀਂ ਦੇਖੋਗੇ 2 ਪਾਰਟੀਆਂ ਜਾਂ 3 ਪਾਰਟੀਆਂ ਤੋਂ ਵੱਧ ਨਹੀਂ ਹੈਗੀ। ਔਰ ਇੱਕ ਉਹਨਾਂ ਦਾ ਇੱਕ ਪ੍ਰਿੰਸੀਪਲ ਹੈ ਕਿ ਜਦੋਂ ਪਾਰਟੀ ਬਦਲ ਕੇ ਦੂਜੀ ਪਾਰਟੀ ਕਰਦਾ, ਉਹ ਐਕਸੈਪਟ ਨਹੀਂ ਕਰਦੇ। ਆਪਣੇ ਐਕਸੈਪਟ ਇਸ ਕਰਕੇ ਕਰਦੇ ਕਿ ਪਹਿਲੋਂ ਉਹਨਾਂ ਨੇ ਸਾਂਝ ਭਿਆਲੀ ਪਾਈ ਹੁੰਦੀ ਹੈ। ਜਿਸ ਤਰ੍ਹਾਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਜੀ ਗਏ ਆ ਔਰ ਉਹਨਾਂ ਨੇ ਬੀਜੇਪੀ ਨੂੰ ਸਾਰਾ ਕੁਝ ਕਰ ਦਿੱਤਾ ਕਿ ਆ ਗਏ ਅਸੀਂ, ਅਮਿਤ ਸ਼ਾਹ ਨੂੰ ਮਿਲੇ ਜਾ ਕੇ। ਪਹਿਲਾਂ ਉਹਨਾਂ ਦੇ ਅਗੇਂਸਟ ਬੋਲਦੇ ਰਹੇ, ਫਿਰ ਉਹਨਾਂ ਦੇ ਫੇਵਰ 'ਚ ਚਲੇ ਗਏ, ਫਿਰ ਉਹਨਾਂ ਕੋਲ ਕਈ ਕੁਛ ਨਾ ਮੰਗਿਆ, ਫਿਰ ਉਹਨਾਂ ਨਾਲ ਇਲੈਕਸ਼ਨ ਸਾਂਝੀ ਲੜਨ ਦੀ ਸੰਧੀ ਕੀਤੀ, ਟੀਟੀ ਕੀਤੀ, ਪਰ ਉਹ ਨਹੀਂ ਮੰਨੇ। ਉਹਨਾਂ ਨੇ ਕਿਹਾ ਨਹੀਂ, ਉਹਨਾਂ ਨੂੰ ਪਤਾ ਇਹ ਤਾਂ ਪਾਰਟੀ ਹੁਣ ਬਣੀ ਹੈ, ਅਜੇ ਤਾਂ ਸਿਰਫ ਇਹਨਾਂ ਨੇ ਮਾੜੀ ਜਿਹੀ ਪਾਰਟੀ ਦਾ ਨਾਂ ਹੀ ਲੋਕਾਂ ਤੱਕ ਗਿਆ ਤੇ ਇਹਨਾਂ ਨੇ ਕੀ ਵੋਟਾਂ ਪਾ ਕੇ ਕੀ ਲਿਆ ਕੇ ਦੇ ਦੇਣਾ, ਉਹ ਨਹੀਂ ਮੰਨੇ। ਫਿਰ ਜਾਖੜ ਸਾਹਿਬ ਚਲੇ ਗਏ। ਜਾਖੜ ਸਾਹਿਬ ਇਸ ਕਰਕੇ ਗਏ ਕਿ ਇਹਨਾਂ ਨੂੰ ਉਹਨਾਂ ਵੱਲੋਂ ਇਹ ਹਾਂ ਹੋਈ ਸੀ ਕਿ ਵੀ ਆਪਣੇ ਜਿਹੜਾ ਰਾਜ ਸਭਾ ਦੇ ਮੈਂਬਰ ਬਣ ਗਏ, ਉਹ ਉਹਨਾਂ ਨੇ ਕਿਹਾ। ਫਿਰ ਉਹ ਤੋਂ ਬਾਅਦ 5 ਇਕੱਠੇ ਚਲੇ ਗਏ, ਉਹਨਾਂ 'ਚੋਂ ਕੇਵਲ ਸਿੰਘ ਜਿਹੜਾ ਢਿੱਲੋਂ, ਉਹਨਾਂ ਨੂੰ ਤਾਂ ਹਾਂ ਹੋ ਗਈ ਉੱਧਰੋਂ ਇੱਧਰ ਚੋਣ ਲੜਨ ਦੀ, ਜਿਮਨੀ ਚੋਣ ਲੜਨ ਦੀ, ਉਹਨਾਂ ਨੂੰ ਤਾਂ ਟਿਕਟ ਦਾ ਹਾਂ ਹੋ ਗਈ। ਔਰ ਦੇਖੋ ਇਹ ਸਿਰਫ ਜਾਂਦੇ ਆ ਇਸ ਕਰਕੇ ਕਿ ਝੁਕਦਾ ਛਾਬਾ, 2 ਛਾਬੇ ਹਨ ਤੱਕੜੀ ਦੇ, ਜਿਹੜਾ ਛਾਬਾ ਝੁਕ ਗਿਆ ਉਹਦੇ 'ਚ ਬਹਿ ਗਏ।
ਦੋ ਬੇੜੀਆਂ ਦਾ ਮਲਾਹ ਜਿਹੜਾ ਕਦੀ ਪੱਤਣ ਤੇ ਅੱਗੇ ਕੰਢੇ ਤੇ ਨਹੀਂ ਲੱਗਦਾ। ਇੱਕ ਪੈਰ ਇੱਧਰ ਇੱਕ ਉੱਧਰ ਤੇ ਬੇੜੀ ਕਦੋਂ ਵੀ ਤੂਫਾਨ ਆ ਡੁੱਬ ਸਕਦੀ ਆ। ਇਹ ਬੇੜੀਆਂ ਦੇ ਇਹ ਮਲਾਹ ਵਾ, ਇਹ ਮਲਾਹ ਜੇ ਆਪ ਹੀ ਡੁੱਬਦੇ ਤੇ ਇਹਨਾਂ ਲੋਕਾਂ ਨੂੰ ਕੀ ਤਾਰਨਾ। ਇਹ ਉਹ ਪੱਤਲਾਂ ਦੇ ਤਾਰੂ ਆ ਜਿਹੜੇ ਪੱਤਣ ਡੁੱਬੇ ਪਏ ਆ, ਜਿਹੜੇ ਪੱਤਲਾਂ ਦੇ ਕੋਈ ਆਉਂਦਾ ਨਹੀਂਗਾ, ਤੇ ਕਿਸ਼ਤੀ ਆਪ ਡੁੱਬ ਕੇ ਤੇ ਆਪ ਕੰਢੇ ਨਾਲ ਵੀ ਡੁੱਬ ਜਾਂਦੇ ਆ। ਇਹ ਉਹ ਹੈਗੇ ਆ ਨੇਤਾ। ਮੈਂ ਇੱਕ ਗੱਲ ਸੋਚਦਾ ਪਿਆ, ਕਲਪਨਾ ਕਰਦਾ ਪਿਆ, ਤੁਸੀਂ ਕਿਹਾ ਕਿ ਦੋ ਕਿਸ਼ਤੀਆਂ ਦੇ ਸਵਾਰ ਨੇ, ਇੱਕ ਕਿਸ਼ਤੀ ਆ ਤੇ ਇੱਕ ਕਿਸ਼ਤੀ ਆ, ਇੱਕ ਪੈਰ ਇੱਥੇ ਤੇ ਇੱਕ ਪੈਰ ਇੱਥੇ। ਜੇ ਕਿਸ਼ਤੀਆਂ ਇੱਧਰ ਨੂੰ ਨਿਕਲ ਗਈਆਂ ਤੇ ਲੱਤਾਂ ਹੋ ਗਈਆਂ ਚੌੜੀਆਂ, ਤੇ ਲੱਤਾਂ ਚੌੜੀਆਂ ਹੋ ਗਏ ਤੇ ਫਿਰ ਕਿੱਥੇ ਜਾਣਗੇ? ਪਾਣੀ ਦੇ ਵਿੱਚ ਡਿੱਗਣਗੇ। ਸੋਨੀਪਤ ਕਿਤੇ ਤੇ ਰੋਹਤਕ ਕਿਤੇ ਤੇ ਦਿੱਲੀ ਕਿਤੇ, ਇਹ ਉਹ ਤਾਰੂ ਹੈਗੇ। ਜਦੋਂ ਆਉਂਦੇ ਆ ਨਾ ਵੀ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਅੱਜ ਇੱਥੇ ਬੈਠਾ ਤੇ ਉਹਨਾਂ ਕਹਿਣਾ ਰੋਟੀ ਬਣਦੀ, ਉਹਨਾਂ ਕਹਿਣਾ ਵੀ ਉੱਧਰ ਜਾਣਾ, ਦੂਜੇ ਘਰਾਂ ਨੂੰ ਪਤਾ ਵੀ ਇਹ ਉੱਧਰ ਜਾ ਰਿਹਾ, ਰੋਟੀ ਉੱਧਰ ਬਣੀ ਹੋਣੀ ਆ। ਤੇ ਜਿਹੜੇ ਘਰ 'ਚ ਆਇਆ ਉਹ ਕਹਿੰਦੇ ਨੇ ਯਾਰ ਉੱਧਰ ਬੈਠਾ ਰੋਟੀ ਖਾ ਰਿਹਾ, ਇਹਨਾਂ ਦੀ ਰੋਟੀ ਜਿਹੜੀ ਹੈਗੀ ਉਹਨਾਂ ਨੇ ਕੁੱਤਿਆਂ ਨੂੰ ਪਾ ਦੇਣੀ ਆ। ਤਾਂ ਉਹਨੇ ਵਿਚਾਰੇ ਨੇ ਰਾਤ ਨੂੰ ਉੱਦਾਂ ਖੰਗੂਰੇ ਮਾਰਨੇ ਆ। ਫਿਰ ਰਾਤ ਯਾਰ ਰੋਟੀ ਆ ਰਹੀ ਕਿ ਨਹੀਂ ਆ ਰਹੀ ਅਜੇ, ਹੈ ਨਾ। ਉਹਨੇ ਚਾਹ ਪਿਆ ਕੇ ਉੱਦਾਂ ਹੀ ਕੱਢ ਦਿੱਤਾ, ਉਹਨੇ ਚਾਹ ਤੇ ਬਿਸਕੁਟ ਖਵਾ ਕੇ ਕੱਢ ਦਿੱਤਾ। ਇਹ ਹਾਲ ਹੈਗੇ। ਇਹ ਨਾ ਉੱਧਰ ਜੋਗੇ ਰਹਿੰਦੇ ਨਾ ਉੱਧਰ ਜੋਗੇ। ਪੁਰਾਣੇ ਨੇਤਾ ਜਿਹੜੇ ਸੀ ਪਾਰਟੀ 'ਤੇ ਨਸ਼ਾਵਰ ਸੀ, ਪੂਰੀ ਜ਼ਿੰਦਗੀ ਲਾ ਦਿੰਦੇ ਸੀਗੇ। ਵਰਕਰ ਦੇ ਤੌਰ 'ਤੇ, ਨੇਤਾ ਦੇ ਤੌਰ 'ਤੇ ਆ ਕੇ ਐਂਡ 'ਤੇ ਆਉਂਦਾ ਸੀ। ਹੁਣ ਭਗਵੰਤ ਮਾਨ ਤਾਂ ਬਹੁਤ ਲੱਕੀ ਹੈ ਔਰ ਯੰਗ ਏਜ 'ਚ ਹੀ 74 ਦਾ ਜਨਮ ਇਹਦਾ, ਅਤੇ ਕਿੱਥੇ ਦਾ ਛੇਤੀ ਤੋਂ ਛੇਤੀ ਇਹ ਬਣ ਗਿਆ ਸੋ ਲੱਕੀ ਮੈਨ, ਪੰਜਾਬ ਦਾ ਨੇਤਾ, ਮੁੱਖ ਮੰਤਰੀ ਬਣ ਕੇ ਬਹਿ ਗਿਆ, ਹੈ ਨਾ। ਕਮੇਡੀਅਨ ਦੀ ਲਾਈਫ ਇਹਦੀ, ਅਤੇ ਕਿੱਥੇ ਦਾ ਕਿੱਥੇ ਪਹੁੰਚਿਆ। ਇਹ ਵੀ ਕਈ ਲੱਕੀ ਬੰਦੇ ਦੇ ਕਈ ਪੂਰੀ ਉਮਰ ਲਾ ਕੇ ਵੀ ਕੁਛ ਨਹੀਂ ਖੱਟਦੇ ਕਈ ਪਾਰਟੀਆਂ 'ਚ, ਹੈ ਨਾ। ਉਹਦੇ 'ਚੋਂ ਹੀ ਹੈਗਾ। ਇਹ ਕਈਆਂ ਦੇ ਕਿਸਮਤ 'ਚ ਬਹੁਤ ਕੁਛ ਹੁੰਦੇ ਆ, ਬੜੇ ਰੰਗ ਹੁੰਦੇ ਆ। ਜੇ ਹੁਣ ਇਸ ਵੇਲੇ ਇਹ ਪੰਜਾਬ ਦਾ ਮੁੱਖ ਮੰਤਰੀ ਤੇ ਇਹਨੂੰ ਥੱਲੇ ਨਹੀਂ ਜਾਂਦਾ, ਨੈਸ਼ਨਲ ਪਾਰਟੀ ਬਣ ਗਈ ਤੇ ਕਿਤੇ ਦਾ ਕਿਤੇ ਜਾਊਗਾ। ਇਹ ਵੀ ਪਿੱਛੋਂ ਲਿਖਾ ਕੇ ਲਿਆਇਆ ਹੁੰਦਾ, ਕਿਉਂਕਿ ਇੱਕ ਇਹ ਬਚ ਗਿਆ ਕਰਕੇ ਇਹਨੇ ਇੱਕ ਬੇੜੀ 'ਚ ਪੈਰ ਰੱਖੇਗੇ। ਪਹਿਲਾਂ ਇਹਨੇ ਜਿਹੜੇ ਮਨਪ੍ਰੀਤ ਬਾਦਲ ਦੀ ਪਾਰਟੀ ਨਾਲ ਰਹੇ ਸੀ, ਪੰਜਾਬ ਪੀਪਲਸ ਪਾਰਟੀ, ਪੰਜਾਬੀ ਉਹਦੇ 'ਚ ਰਹੇ ਆ। ਉਹ ਤਾਂ ਕਿਤੇ ਨਾਂ ਨਿਸ਼ਾਨ ਨਹੀਂ ਰਿਹਾ, ਉਹ ਤਾਂ ਪਹਿਲੀ ਵਾਰੀ ਹਾਰ ਗਿਆ, ਉਹ ਤਾਂ ਪਾਰਟੀ ਖਤਮ। ਮੁੜ ਕੇ ਇਹਨਾਂ ਜਿਹੜੀ ਆਹ ਪਾਰਟੀ ਲਿਆਈ ਹੈ, ਲੋਕਾਂ ਨੇ ਸਿਰ ਮੱਥੇ ਉਹਨੂੰ ਨਵਾਜਿਆ। ਪਹਿਲੋਂ 8 ਜਿੱਤੇ ਸੀ ਇਹਨਾਂ ਦੇ, ਉਹਦੇ ਬਾਅਦ ਵੇਖੋ 92 ਦੇ 92 ਆਏ। ਪਰ ਜੇ ਹੁਣ ਭਗਵੰਤ ਮਾਨ ਜੀ ਜਿਸ ਗੱਲ ਤੱਕ ਲੋਕਾਂ ਦੀਆਂ ਗੱਲਾਂ ਨੂੰ ਪੂਰੀਆਂ ਕਰ ਦੇਣ, ਉਹਨਾਂ ਦੀ ਟੀਕਾ ਟਿੱਪਣੀ ਤੋਂ ਬਚਣ ਔਰ ਤਰੀਕੇ ਨਾਲ ਕੰਮ ਕਰਨ ਜੋ ਲੋਕ ਚਾਹੁੰਦੇ ਨੇ, ਕਿਉਂਕਿ ਪਿੰਡ ਦਾ ਵਸਨੀਕ ਨੂੰ ਪਤਾ ਕਿ ਪਿੰਡ ਦੇ ਲੋਕ ਕੀ ਚਾਹੁੰਦੇ। ਜਿਸ ਤਰ੍ਹਾਂ ਆਪਾਂ ਵੀ ਪਿੰਡਾਂ 'ਚ ਰਹਿੰਦੇ ਹਾਂ, ਆਪਾਂ ਨੂੰ ਪਤਾ ਹੈ ਲੋਕ ਕੀ ਡਿਮਾਂਡ ਕਰਦੇ। ਜੇ ਉਹ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਗੇ, ਸਹੂਲਤਾਂ ਭਾਵੇਂ ਨਾ ਦੇਣ, ਮੰਗਾਂ ਛੋਟੀਆਂ ਮੋਟੀਆਂ ਜਿਹੜੀ ਗਰੀਬ ਗੁਰਬੇ ਉਹਨਾਂ ਤੱਕ ਜਾਣ, ਤੇ ਲੋਕ ਇਹ ਫਿਰ ਚਮਕੇਗਾ ਸਿਤਾਰੇ ਵਾਂਗ। ਤੇ ਜੇ ਰਹਿ ਗਿਆ ਗੱਲਾਂ ਭਾਸ਼ਣਾਂ 'ਚ ਰਹਿ ਗਿਆ, ਮੈਂ ਆਹ ਕਰ ਦੂੰਗਾ, ਉਹ ਮੈਂ ਉੱਥੋਂ ਤੱਕ ਉਹ ਕਰ ਦੂੰਗਾ, ਇੰਨੇ ਪੁਲ ਬਣਾ ਦੂੰਗਾ, ਇੰਨੀਆਂ ਨਹਿਰਾਂ ਬਣਾ ਦੂੰਗਾ, ਤਾਂ ਫਿਰ ਗਿਆ ਕੰਮ ਹੈ, ਫਿਰ ਛੁੱਟੀ। ਉਹ ਇੱਕ ਸ਼ੇਰ ਹੈ ਨਾ ਉਰਦੂ ਦਾ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਨਾ ਰੱਬ ਲੱਭਿਆ ਤੇ ਨਾ ਇਸ਼ਕ ਪੂਰਾ ਕੀਤਾ, ਨਾ ਪ੍ਰੇਮਿਕਾ ਮਿਲੀ ਤੇ ਨਾ ਇੱਧਰ ਦੇ ਤੇ ਨਾ ਉਧਰ ਦੇ। ਇਸ ਕਰਕੇ ਇੱਕ ਪਾਸੇ ਲੱਗੋ, ਇੱਕ ਬੇੜੀ ਤੇ ਸਵਾਰ ਹੋਵੋ, ਭਾਵੇਂ ਖੁਦਾ ਮਿਲ ਜਾਵੇ ਤੇ ਭਾਵੇਂ ਪ੍ਰੇਮਿਕਾ ਮਿਲ ਜਾਏ, ਦੋਨਾਂ ਚੋਂ ਇੱਕ ਤਾਂ ਖੱਟੋ। ਬਿਲਕੁਲ। ਪਰ ਇੱਥੇ ਦੋਵੇਂ ਚੀਜ਼ਾਂ ਗਵਾ ਦਿੰਦੇ ਨੇ, ਫਰਸਟ੍ਰੇਸ਼ਨ ਫਿਰ ਪਬਲਿਕ ਤੇ ਕੱਢਦੇ ਨੇ। ਨਹੀਂ, ਕਈ ਵਾਰੀ ਜਿਹੜੀ ਪਾਵਰ ਹੈ ਨਾ, ਵੱਡੀ ਪਾਵਰ ਹੈ, ਇਹ ਵੀ ਤੁਹਾਨੂੰ ਧੁੰਦਲਾ ਕਰ ਦਿੰਦੀ ਹੈ ਤੁਹਾਡੀਆਂ ਅੱਖਾਂ ਨੂੰ। ਜਿਹੜੀ ਹੈ ਨਾ ਪਾਵਰ ਕਰਪਟ ਦਾ ਮੈਨ, ਬਸ ਬਟ ਐਬਸੋਲੂਟ ਪਾਵਰ ਕਰਪਟ ਐਬਸੋਲੂਟਲੀ। ਉਹ ਹੁੰਦਾ ਨਾ ਐਬਸੋਲੂਟਲੀ ਹੁੰਦਾ ਕੰਮ। ਜਦੋਂ ਉਹਨੂੰ ਪਤਾ ਵੀ ਧਰਤੀ ਤੋਂ ਮੈਂ ਉੱਪਰ ਗਿਆ, ਉੱਪਰ ਤੋਂ ਮੈਂ ਅਸਮਾਨ 'ਚ ਚੱਲ ਜਾਣਾ, ਫਿਰ ਮੈਂ 7ਵੇਂ ਮੰਡਲ 'ਚ ਚੱਲ ਜਾਣਾ, ਫਿਰ ਉਹ ਉੱਪਰਲੀਆਂ ਡਾਰੀਆਂ ਲਾਉਂਦਾ, ਤੇ ਫਿਰ ਐਸਾ ਜ਼ਮੀਨ 'ਤੇ ਥੱਲੇ ਡਿੱਗਦਾ, ਮੁੜ ਕੇ ਹੋਸ਼ ਨਹੀਂ ਹੁੰਦੀ, ਪਤਾ ਨਹੀਂ ਲੱਗਦਾ। ਕਿਉਂਕਿ ਲੋਕਤੰਤਰ ਹੈ, ਲੋਕਾਂ ਦੇ ਹੱਥ 'ਚ ਸਾਰਾ ਕੁਛ ਮੁੱਠ 'ਚ ਹੈ। ਉਹ ਮੈਨੇ ਤੇਰੇ ਖਿਆਲੋਂ की तितली दबोच ली, मैंने तेरे ख्यालों की तितली दबोच ली, रंग कायनात के मुट्ठी में आ गए। तद ਹੁੰਦਾ ਸਾਰਾ ਕੁਝ ਮੁੱਠੀ 'ਚ ਲੋਕਾਂ ਦੇ ਆ ਪਾਵਰ, ਇਹਨਾਂ ਕੋਲ ਕੁਝ ਨਹੀਂ ਹੈਗਾ। ਅੱਜ ਕੱਲ੍ਹ ਜਦੋਂ ਮਰਜ਼ੀ ਲੋਕ ਲਾ ਕੇ ਥੱਲੇ ਸੁੱਟ ਦਿੰਦੇ ਆ। ਕਿੰਨੇ ਲੋਕ, ਕਿੰਨੇ ਵੱਡੇ ਤਨੰਤਰ ਕਿੱਥੇ ਜਾ ਕੇ ਬਹਿ ਗਏ ਆ। ਕਿਸ ਤਰ੍ਹਾਂ? ਵੋਟ ਦੀ ਪਾਵਰ ਆ। ਉਸੇ ਤਰ੍ਹਾਂ ਹੀ ਕਿੱਥੇ ਨੇ ਬਾਦਲ ਸਾਹਿਬ, ਕਿੱਥੇ ਕੈਪਟਨ ਅਮਰਿੰਦਰ ਸਿੰਘ, ਕਿੱਥੇ ਬਾਕੀ ਜੇ ਅਸੀਂ ਗਿਣਾਂਗੇ ਸਾਰੇ ਨੇਤਾ ਦਾ ਨਾਂ, ਜਾਖੜ ਸਾਹਿਬ ਕਿੱਥੇ ਨੇ? ਲੋਕਾਂ ਦੀ ਪਾਵਰ ਆ। ਜੇ ਅਸੀਂ ਕੁਰਸੀ ਤੇ ਬਹਿ ਕੇ ਆਪਣੇ ਭਾਸ਼ਣ ਦਿੱਤਾ, ਆਪਣੀਆਂ ਗੱਲਾਂ ਕੀਤੀਆਂ, ਆਪਣੇ ਇਸ਼ੂ ਅੱਗੇ ਰੱਖੇ, ਤਾਂ ਫਿਰ ਲੋਕ ਨਹੀਂ ਮੰਨਣਗੇ। ਲੋਕ ਪ੍ਰੈਕਟੀਕਲ ਤੌਰ ਤੇ, ਵਿਵਹਾਰਕ ਤੌਰ ਤੇ ਉਹ ਪ੍ਰਯੋਗਸ਼ਾਲਾ 'ਚ ਆਉਂਦੇ ਨੇ ਕਿ ਇੱਥੇ ਆਹ ਦੱਸੋ ਕਿ ਕਿਹੜੀ ਗੈਸ ਕਿੱਧਰ ਨੂੰ ਜਾਂਦੀ ਹੈ, ਕਿਹੜੀ ਦਿਖਾਈ ਦਿੰਦੀ। ਗੱਲ ਇੰਨੀ ਹੈ ਕਿ ਜਿੰਨੀਆਂ ਮਰਜ਼ੀ ਉਡਾਰੀਆਂ ਮਾਰ ਲਵੋ, ਜਿੰਨੀਆਂ ਮਰਜ਼ੀ ਅਸਮਾਨ ਵਿੱਚ ਉੱਚੀਆਂ ਉੱਚੀਆਂ ਉਡਾਰੀਆਂ ਮਾਰ ਲਵੋ, ਧਰਤੀ ਤੇ ਮੁੜਨਾ ਹੀ ਪੈਣਾ। ਆਰਾਮ ਕਰਨ ਵਾਸਤੇ ਧਰਤੀ ਤੇ ਪੈਰ ਲਾਉਣੇ ਹੀ ਪੈਣੇ। ਬਿਲਕੁਲ, ਧਰਤੀ ਤਾਂ ਧਰਤੀ ਹੈ ਨਾ, ਧਰਤੀ ਤੇ ਧਰਤੀ ਹੈ। तो इस करके धरती ਨੂੰ सजदा करो, नीवे होके चलो, नीवे सो गौरा होए। सानू गुरु साहबान भी समझाਉਂਦੇ ਨੇ, ਮਿੱਟੀ ਨਾਲ ਜੁੜ ਕੇ ਰਹੋ, ਧਰਤੀ ਨਾਲ ਜੁੜ ਕੇ ਰਹੋ, ਐਵੇਂ ਨਾ ਉਡਾਰੀਆਂ ਮਾਰਦੇ ਫਿਰੋ। ਸੋ ਅਗਲੀ ਗੱਲ ਆਪਾਂ ਕਰਦੇ ਹਾਂ ਅਮਰੀਕਾ ਦੀ ਧਰਤੀ ਤੋਂ। ਜੇ ਧਰਤੀ ਦੀ ਗੱਲ ਕੀਤੀ ਤੇ ਧਰਤੀ ਤਾਂ ਸਾਡੀ ਸਾਂਝੀ ਗੱਲ ਕਰੋ ਕਿ ਬਹੁਤ ਵੱਡੀ ਧਰਤੀ ਹੈ। ਐਨਆਰਆਈ ਵੀਰ ਬੈਠੇ ਉੱਤੇ ਬਹੁਤ ਲੋਕ। ਉੱਥੇ ਹੁਣ ਸਕੂਲਾਂ ਦੇ ਵਿੱਚ ਇੱਕ ਨਵਾਂ ਰੂਲ ਪਾਸ ਕੀਤਾ ਗਿਆ ਨਿਊਜ਼ ਨੂੰ ਲੈ ਕੇ
ਹਾਂ ਮੈਂ ਚਾਹਾਂਗਾ ਤੁਸੀਂ ਇਹ ਡਿਟੇਲ ਦਿਵੋ ਕਿਉਂਕਿ ਬੱਚਿਆਂ ਦੀ ਸਾਰੀ ਗੱਲ ਤੁਸੀਂ ਸਮਝਾਓ ਸਾਡੇ ਦਰਸ਼ਕਾਂ ਨੂੰ। ਹਾਂ ਠੀਕ ਹੈ। ਮੈਂ ਥੋੜਾ ਜਿਹਾ ਵੈਸੇ ਐਜੂਕੇਸ਼ਨਲ ਰਿਲੇਟਡ ਰਿਹਾ, ਮੈਂ ਥੋੜਾ ਪੜਾਇਆ ਵੀ ਹੈ ਪਹਿਲੋਂ, ਫਿਰ ਮੈਂ ਦੂਰਦਰਸ਼ਨ 'ਚ ਬਾਅਦ 'ਚ ਆਇਆ। ਪਰ ਇਹਦੇ 'ਚ ਹੈਗਾ ਇੱਕ ਸਕੂਲ ਟੈਲੀਵਿਜ਼ਨ ਆ, ਉਹਦੇ 'ਚ ਸਕਰੀਨ ਤੇ ਬੱਚਿਆਂ ਨੂੰ ਪਾਠਸ਼ਾਲਾ ਦੇ ਵਿੱਚ ਹੀ ਉਹਨਾਂ ਨੂੰ ਲੈਸਨ ਦਿੱਤੇ ਜਾਂਦੇ ਆ ਅਕੋਰਡਿੰਗ ਵਿਜ਼ੂਅਲ ਦੀ ਪਾਵਰ ਨਾਲ ਦਿੱਤੇ ਜਾਂਦੇ ਆ, ਕਿਉਂਕਿ ਵਿਜ਼ੂਅਲ ਇਜ਼ ਵੈਰੀ ਪਪੂਲਰ, ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਰਜਿਸਟਰਡ ਕਰ ਜਾਂਦਾ। ਔਰ ਉਹਨਾਂ ਨੇ ਇਹ ਇੱਕ ਪ੍ਰਿੰਸੀਪਲ ਬਣਾ ਲਿਆ ਕਿ ਬੱਚਿਆਂ ਨੂੰ ਜਿਹੜੀਆਂ ਨੈਗੇਟਿਵਿਟੀ ਵਾਲੀਆਂ ਨਿਊਜ਼ ਹੈਗੀਆਂ, ਜਿਹੜੀਆਂ ਬੱਚਿਆਂ ਦੇ ਦਿਮਾਗ ਨੂੰ ਖੋਰਾ ਨਾ ਲਾਉਣ, ਬੱਚਿਆਂ ਨੂੰ ਇਹ ਨਾ ਪਤਾ ਲੱਗੇ ਕਿ ਛੋਟੀ ਉਮਰ ਹੈ ਔਰ ਇਸ ਉਮਰ ਤੋਂ ਬੱਚਿਆਂ ਨੂੰ ਇਹਨਾਂ ਖਬਰਾਂ ਤੋਂ ਦੂਰ ਰੱਖੋ। ਜਿਹੜੀਆਂ ਕ੍ਰੀਏਟਿਵ ਨਿਊਜ਼ ਆ ਜਾਂ ਜਿਹਦੇ ਵਿੱਚ ਥੋੜ੍ਹੀ ਜਿਹੀ ਖੁਸ਼ਹਾਲੀ ਆ, ਜਿਹਦੇ 'ਚ ਅੱਛੀਆਂ ਸਕੀਮਾਂ ਵੀ ਹੈਗੀਆਂ, ਕਿਉਂਕਿ ਸੁਪਰ ਕੰਟਰੀ ਆ ਔਰ ਉਸ ਤਰ੍ਹਾਂ ਦੇ ਯੂਥ ਜਿਹੜੇ ਬੱਚੇ ਨੇ ਜਾਂ ਜਿਹੜੇ ਲੋਅਰ ਏਜ ਦੇ ਆ, ਉਹਨਾਂ ਨੂੰ ਇਸ ਨਿਊਜ਼ ਤੋਂ ਬਚਾ ਕੇ ਰੱਖੋ। ਉਹਨਾਂ ਨੇ ਇਹ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਸਕਰੀਨ ਤੇ ਖਬਰਾਂ ਆਉਣਗੀਆਂ, ਇਹਨਾਂ ਤੇ ਬੈਨ ਹੋਊਗਾ, ਜਿਹੜੀਆਂ ਉਹਨਾਂ ਖਬਰਾਂ ਤੇ ਜਿਹੜੀਆਂ ਜਿਸ 'ਚ ਬਲੱਡ ਸ਼ੈਡ ਦੀਆਂ ਖਬਰਾਂ ਹੋਣਗੀਆਂ, ਲੜਾਈ ਦੀਆਂ ਹੋਣਗੀਆਂ, ਜਿਹਦੇ 'ਚ ਬੰਦੂਕ ਚੱਲ ਰਹੀ ਆ, ਜਿਸ 'ਚ ਗਨ ਕਲਚਰ ਆ, ਉਹਨਾਂ ਤੋਂ ਥੋੜ੍ਹਾ ਜਿਹਾ ਦੂਰ ਰੱਖਾਂਗੇ ਬੱਚਿਆਂ ਨੂੰ। ਔਰ ਇਹ ਬੜਾ ਅੱਛਾ ਪ੍ਰਿੰਸੀਪਲ ਆ ਕਿ ਅਸੀਂ ਜਿਹੜਾ ਪ੍ਰਾਇਮਰੀ ਐਜੂਕੇਸ਼ਨ ਵੱਲ ਸਾਡੇ ਹਿੰਦੁਸਤਾਨ 'ਚ ਇੱਕ ਘਾਟ ਹੈ, ਊਣਤਾਈ ਹੈ, ਇਸ ਤਰ੍ਹਾਂ ਦੀ ਊਣਤਾਈ ਹੈ ਕਿ ਅਸੀਂ ਪ੍ਰਾਇਮਰੀ ਸਕੂਲਾਂ ਵੱਲ ਇੰਨਾ ਧਿਆਨ ਨਹੀਂ ਦਿੰਦੇ। ਪਹਿਲੀ ਗੱਲ ਤਾਂ ਪਹਿਲਾਂ ਬੱਚੇ 6ਵੀਂ ਜਮਾਤ ਤੋਂ ਇੰਗਲਿਸ਼ ਪੜ੍ਹਦੇ ਸੀ, ਹੁਣ ਤਾਂ ਥੋੜ੍ਹਾ ਜਿਹਾ ਸ਼ੁਰੂ ਕਰ ਦਿੱਤਾ ਪ੍ਰਾਈਵੇਟ ਸਕੂਲਾਂ ਨੇ, ਇੰਗਲਿਸ਼ ਥੋੜ੍ਹੀ ਜਿਹੀ ਜ਼ਿਆਦਾ ਪਹਿਲਾਂ ਪ੍ਰਚਲਿਤ ਹੋ ਗਈ ਆ ਔਰ ਲੈਸਨ ਉਹਦੇ ਡਿਲੀਵਰ ਹੋ ਰਹੇ ਆ ਔਰ ਬੱਚੇ ਅੰਗਰੇਜ਼ੀ ਹੁਣ ਤੋਂ ਪੂਰੇ ਜਾਣੂ ਹੋ ਗਏ ਨੇ, ਕਿਉਂਕਿ ਅੰਗਰੇਜ਼ੀ ਜਿਹੜੀ ਹੈਗੀ ਆ ਇੰਟਰਨੈਸ਼ਨਲ ਲੈਂਗੁਏਜ ਹੈ, ਪਤਾ ਲੱਗਣਾ ਚਾਹੀਦਾ ਬੱਚਿਆਂ ਨੂੰ। ਔਰ ਇਹਦੇ 'ਚ ਜਿਹੜੇ ਇਹਨਾਂ ਨੇ ਆਪਣੇ ਬੱਚਿਆਂ ਤੇ ਟੀਚਰ ਆ, ਉਹ ਵੈਸੇ ਸਰਕਾਰੀ ਸਕੂਲਾਂ 'ਚ ਵੈਲ ਕੁਆਲੀਫਾਈਡ ਆ। ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਫਿਰ ਵੀ ਉਸ ਤਰ੍ਹਾਂ ਦੇ ਬੱਚੇ ਨੂੰ ਪੜ੍ਹਾਉਣ ਵਾਲੇ ਇਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਜਿਹੜੇ ਸਰਕਾਰੀ ਸਕੂਲਾਂ 'ਚ ਹੈਗੇ ਆ, ਪਰ ਉਹ ਬੁਨਿਆਦ ਆ, ਇੱਕ ਇਮਾਰਤ ਸਾਜੀ ਆ, ਇੱਕ ਉੱਥੋਂ ਬੱਚੇ ਨੂੰ ਸ਼ੁਰੂ ਹੋਣਾ ਔਰ ਜੋ ਉੱਤੇ ਰੰਗ ਦਿੱਤਾ ਗਿਆ ਉਹੀ ਰੰਗ ਉੱਤੇ ਸਾਰੀ ਉਮਰ ਆਊਗਾ, ਬੱਚਾ ਉਹੀ ਉਸੇ ਤਰ੍ਹਾਂ ਦਾ ਬਣੂਗਾ। ਇਹਨੂੰ ਪਰਸਨੈਲਿਟੀ ਡਿਵੈਲਪਮੈਂਟ ਵੀ ਕਹਿੰਦੇ ਆ, ਪ੍ਰੋਫੈਸ਼ਨਲਿਜ਼ਮ ਵੀ ਕਹਿੰਦੇ ਆ, ਇਹਦੇ 'ਚ ਸਾਰਾ ਕੁਛ ਐਜੂਕੇਸ਼ਨ ਆ। ਇਹਨੂੰ ਅਸੀਂ ਸਰਵ ਵਿਆਪਕ ਜਿਹੜੀ ਆ ਉਹ ਖੋਜ ਕਹਿੰਦੇ ਆ, ਜਿਹਦੇ 'ਚ ਬੱਚਾ ਸਾਰਾ ਕੁਝ ਸਿੱਖਦਾ। ਔਰ ਬੱਚੇ ਨੂੰ ਸਿਖਾਉਣ ਲਈ ਸਾਡੇ ਉਹ ਅਜੇ ਤੱਕ ਜੰਤਰ ਲਾਗੂ ਨਹੀਂ ਹੋਏ ਹਿੰਦੁਸਤਾਨ ਦੀ ਐਜੂਕੇਸ਼ਨ 'ਚ, ਉਹਨਾਂ ਨੇ ਕਰ ਦਿੱਤੇ ਆ। ਉਹ ਬੱਚਿਆਂ ਨੂੰ ਪੜ੍ਹਾਉਣ 'ਚ ਬੜਾ ਕੁਝ ਹੁੰਦਾ, ਇਸੇ ਕਰਕੇ ਸਾਡੀ ਐਜੂਕੇਸ਼ਨ ਦੇ ਉੱਧਰ ਕੋਈ ਵੈਲਿਊ ਨਹੀਂ। ਦੂਜੀ ਗੱਲ ਰਹੀ ਕਿ ਜਿਹੜੇ ਅਸੀਂ 12ਵੀਂ ਜਮਾਤ 'ਚ ਬੱਚੇ ਆ ਜਾਂਦੇ, +2 ਕਰਦੇ ਆ, ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਧਰ ਜਾਣਾ। ਕਿਸੇ ਵੀ ਪ੍ਰੋਫੈਸਰ ਨੂੰ ਪਤਾ ਕਰ ਲਓ, ਕਿਸੇ ਵੀ ਟੀਚਰ ਨੂੰ, ਪ੍ਰਿੰਸੀਪਲ ਨੂੰ, ਜੇ ਸ਼ਾਇਦ ਦਰਸ਼ਕ ਦੇ ਤੌਰ 'ਤੇ ਸੁਣਦੇ ਹੋਣਗੇ, ਸਾਰੇ ਬੱਚਿਆਂ ਦੇ ਵੀ ਅਸੀਂ ਮੈਡੀਕਲ ਰੱਖੀਏ, ਨਾਨ ਮੈਡੀਕਲ ਰੱਖੀਏ, ਆਰਟਸ ਰੱਖੀਏ, ਕਮਰਸ ਰੱਖੀਏ, ਕੀ ਰੱਖੀਏ। 12ਵੀਂ ਤੋਂ ਬਾਅਦ ਉਹਨਾਂ ਨੇ ਇੱਕ ਸਬਜੈਕਟ 'ਤੇ ਕਰਨੀ ਨਾ, ਥਿਊਰੀ ਇੱਕ ਕਰਨਾ, PhD ਵੀ ਕਰਨਗੇ, ਹੈ ਨਾ, MPhil ਕਰਨਗੇ। ਉਹ ਬੱਚਿਆਂ ਨੂੰ ਹੁਣ ਪਤਾ ਨਹੀਂ ਲੱਗਦਾ, ਪੁੱਛਦੇ ਉੱਧਰ ਜਾ ਕੇ ਵੀ ਕੀ ਕਰੀਏ। ਉਹ ਇਹ ਹੈਗਾ ਸਾਡੀ ਐਜੂਕੇਸ਼ਨ ਜਿਹੜੀ ਆ ਇਹ ਕਿੱਤਾਧਾਰੀ ਨਹੀਂ ਹੈਗੀ, ਪ੍ਰੋਫੈਸ਼ਨਲਿਜ਼ਮ ਨਾਲ ਨਹੀਂ ਰਿਲੇਟਡ ਹੈਗੀ। ਬੱਚਾ ਚਾਹੁੰਦਾ ਹੈਗਾ ਮੈਡੀਕਲ ਪੜ੍ਹਨਾ, ਹੈ ਨਾ, ਡਾਕਟਰ ਬਣਨਾ ਚਾਹੁੰਦਾ, ਉਹਨੂੰ ਇੰਜੀਨੀਅਰ ਬਣਾ ਦਿੰਦੇ। ਜਿਹੜਾ ਬੱਚਾ ਇੰਜੀਨੀਅਰ ਬਣਾ ਦਿੰਦਾ, ਉਹਨੂੰ ਕਮਰਸ ਵਾਲੇ ਪਾਸੇ ਲਾਉਂਦੇ, ਹਿਸਾਬ ਕਿਤਾਬ ਕਰੂਗਾ ਜੀ, ਅਕਾਊਂਟਸ ਰੱਖੂਗਾ ਜੀ, ਹੈ ਨਾ, ਮਾਰਕੀਟਿੰਗ ਕਰੂਗਾ। ਅਸੀਂ ਉਹ ਬੱਚੇ ਦੀ ਨਬਜ਼ ਨਹੀਂ ਢਾਉਂਦੇ ਕਿ ਬੱਚੇ ਨੇ ਕੀ ਚਾਹੀਦਾ, ਇਹਨੂੰ ਕੀ ਸਿੱਖਣਾ ਚਾਹੁੰਦਾ। ਜੇ ਬੱਚਾ ਜ਼ਿਆਦਾ ਲਿਖ ਰਿਹਾ, ਜ਼ਿਆਦਾ ਵਧੀਆ ਕਰ ਰਿਹਾ ਤਾਂ ਉਹਨੂੰ ਲਿਟਰੇਰੀ ਉਹਨੂੰ ਉਹਦੇ ਵਿੱਚ ਪਾ ਸਕਦੇ ਆ, ਉਹਨੂੰ ਪੰਜਾਬੀ ਜਾਂ ਲਿਟਰੇਚਰ 'ਚ ਕਰ ਸਕਦੇ ਆ। ਔਰ ਇਸ ਤਰ੍ਹਾਂ ਦੇ ਬਹੁਤ ਬੱਚੇ ਨੇ ਜਿਹੜੇ ਬੱਚੇ ਦਿਸ਼ਾਹੀਣ ਕਰ ਦਿੰਦੀ ਹੈ ਸਾਡੀ ਐਜੂਕੇਸ਼ਨ। ਜਦੋਂ ਐਜੂਕੇਸ਼ਨ ਦੇ ਵਿੱਚ ਸਿਲੇਬਸ, ਪਾਠਸ਼ਾਲਾ, ਜਿਹੜੇ ਪਾਠਕਰਮ ਜਿਹਨੂੰ ਆਉਂਦੇ ਸੀ, ਉਹ ਵੀ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਬੱਚਿਆਂ ਨੂੰ ਜਿਹੜੀ ਹੁੰਦਾ ਨਾ ਪ੍ਰੀਵੀਅਸ ਨੌਲੇਜ ਨਾਲ ਰਿਲੇਟਡ ਕਰਨਾ ਪੈਂਦਾ ਪੜ੍ਹਾਉਣ ਲੱਗਿਆਂ। ਜਦੋਂ ਅਸੀਂ ਲੈਸਨ ਦਿੰਦੇ ਹਾਂ, ਜਦੋਂ ਲੈਸਨ ਪੜ੍ਹਾਉਂਦੇ ਹਾਂ, ਤਾਂ ਜਿਹੜਾ ਪ੍ਰੀਵੀਅਸ ਨੌਲੇਜ ਨਾਲ ਪਹਿਲਾਂ ਅਟੈਚ ਕਰਦੇ ਹਾਂ। ਜਦੋਂ ਅਸੀਂ ਕੋਈ ਹਿਸਟਰੀ ਪੜ੍ਹਾ ਰਹੇ ਹਾਂ, ਮੰਨ ਲਓ ਅਸੀਂ ਉਹਨਾਂ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਪੜ੍ਹਾ ਰਹੇ ਹਾਂ, ਤਾਂ ਸਾਨੂੰ ਪਹਿਲਾਂ ਜਦੋਂ ਪੱਥਰ ਯੁੱਗ ਤੱਕ ਜਾਣਾ ਪਊਗਾ, ਸਾਨੂੰ ਪਿੱਛੇ ਜਾਣਾ ਪਊਗਾ ਕਿ ਉਹ ਪੁਰਾਣਾ ਯੁੱਗ ਕੀ ਸੀ, ਜੰਗਲੀ ਲੋਕ ਕਿਸ ਤਰ੍ਹਾਂ ਦਿੰਦੇ ਸੀ, ਆਦਿ ਮਨੁੱਖ ਕੀ ਸੀ। ਬਿਲਕੁਲ, ਆਦਿ ਮਨੁੱਖ ਤੋਂ ਹੀ ਗੱਲ ਅੱਗੇ ਵਧਾਈਏ ਆਪਾਂ। ਤੁਸੀਂ ਗੱਲ ਕੀਤੀ ਹੈ ਕਿ ਬੱਚਾ ਜੋ ਹੈ ਦ੍ਰਿਸ਼ ਨਾਲ ਸਿੱਖਦਾ ਹੈ, ਬਿਲਕੁਲ, ਸ਼ਬਦਾਂ ਨਾਲ ਬਾਅਦ ਵਿੱਚ। ਕਿਉਂਕਿ ਜਿਹੜੀ ਅਸੀਂ ਪੁਰਾਣੇ ਗੁਫਾਵਾਂ ਦੇ ਬਣੇ ਹੋਏ ਚਿੱਤਰ ਦੇਖਦੇ ਹਾਂ, 25,000 ਸਾਲ ਪੁਰਾਣੇ, 30,000 ਸਾਲ ਪੁਰਾਣੇ, ਸਭ ਤੋਂ ਪਹਿਲਾਂ ਆਦਿ ਮਨੁੱਖ ਨੇ ਪੱਥਰ ਯੁੱਗ ਦੇ ਵਿੱਚ ਚਿੱਤਰ ਬਣਾਉਣੇ ਸ਼ੁਰੂ ਕੀਤੇ। ਉਹ ਤਸਵੀਰਾਂ ਨਾਲ ਆਪਣੇ ਦਿਲ ਦੇ ਭਾਵ, ਐਕਸਪ੍ਰੈਸ਼ਨ ਜ਼ਾਹਿਰ ਕਰਦਾ ਸੀ ਕੰਧਾਂ ਦੇ ਉੱਤੇ, ਗੁਫਾਵਾਂ ਦੀਆਂ ਕੰਧਾਂ ਦੇ ਉੱਤੇ। ਉਹਨਾਂ ਚਿੱਤਰਾਂ ਦੇ ਵਿੱਚੋਂ ਹੀ ਭਾਵਨਾਵਾਂ ਦੇ ਨਾਲ ਸ਼ਬਦਾਂ ਦੀ ਬਣਤਰ ਬਣੀ, ਸ਼ਬਦਾਂ ਦਾ ਜਨਮ ਹੋਇਆ ਤੇ ਅੱਗੋਂ ਫਿਰ ਸ਼ਬਦ ਬਣੇ। ਇਸ ਕਰਕੇ ਜਿਹੜੀ ਸਾਡੀ ਫੋਟੋਗ੍ਰਾਫਿਕ ਮੈਮੋਰੀ ਹੈ ਨਾ, ਮੈਡੀਕਲ ਤੌਰ ਤੇ ਉਹ ਬੜੀ ਸਟਰੋਂਗ ਹੁੰਦੀ ਹੈ। ਵਿਜ਼ੂਅਲ ਮੈਮੋਰੀ ਸਾਡੀ ਬੜੀ ਸਟਰੋਂਗ ਹੁੰਦੀ ਹੈ, ਸਾਨੂੰ ਦ੍ਰਿਸ਼ ਯਾਦ ਰਹਿੰਦੇ ਨੇ, ਗੱਲਾਂ ਕਈ ਵਾਰ ਭੁੱਲ ਜਾਂਦੀਆਂ। ਸੋ ਇਸ ਕਰਕੇ ਇਸ ਚੀਜ਼ ਨੂੰ ਲੈ ਕੇ ਚੱਲਦੇ ਨੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿ ਇਦਾਂ ਦੇ ਦ੍ਰਿਸ਼ ਨਾ ਆਉਣ ਸਕਰੀਨ ਦੇ ਉੱਤੇ। ਜੋ ਅਮਰੀਕਾ ਦੇ ਵਿੱਚ ਨਵਾਂ ਰੂਲ ਪਾਸ ਹੋ ਰਿਹਾ ਹੈ ਕਿ ਇਦਾਂ ਦੇ ਦ੍ਰਿਸ਼ ਨਾ ਆਉਣ ਸਕਰੀਨ ਦੇ ਉੱਤੇ ਕਿ ਜਿਹੜੇ ਮੈਮੋਰੀ ਦੇ ਉੱਤੇ ਗਲਤ ਅਸਰ ਛੱਡਣ। ਔਰ ਕਈ ਵਾਰ ਐਸੇ ਦ੍ਰਿਸ਼ ਹੁੰਦੇ ਨੇ ਉਹ ਉਮਰ ਭਰ
ਤੁਹਾਡੀ ਸੋਚ ਵਿੱਚੋਂ ਨਿਕਲਦੇ ਹੀ ਨਹੀਂ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਕਾਉਂਸਲਿੰਗ ਕਰਵਾਉਣੀ ਪੈਂਦੀ, ਕਈ ਵਾਰ ਸਾਈਕੋਲੋਜਿਸਟ ਕੋਲ ਜਾਣਾ ਪੈਂਦਾ, ਸਾਈਕੈਟ੍ਰਿਸਟ ਕੋਲ ਜਾਣਾ ਪੈਂਦਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਤੌਰ ਤੇ ਨੇ। ਦੂਜੀ ਗੱਲ ਰਹੀ ਐਜੂਕੇਸ਼ਨ ਸਿਸਟਮ ਦੀ, ਤੁਸੀਂ ਗੱਲ ਕੀਤੀ ਹੈ, ਮੈਂ ਇਸ ਚੀਜ਼ ਨੂੰ ਥੋੜਾ ਅੱਗੇ ਵਧਾਵਾਂਗਾ ਕਿ ਜਿਹੜਾ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਗੈਂਗਸ ਦੀ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਕਿ ਐਜੂਕੇਸ਼ਨ ਸਿਸਟਮ ਜੋ ਭਾਰਤ ਦਾ ਹੈ ਉਹਦੇ 'ਚ ਕੋਈ ਐਸੀ ਕਮੀ ਹੈ ਕਿ ਸਾਨੂੰ ਸੰਸਕਾਰ ਨਹੀਂ ਮਿਲਦੇ ਐਜੂਕੇਸ਼ਨ ਸਿਸਟਮ ਦੇ ਵਿੱਚ, ਇਸ ਕਰਕੇ ਸਾਡੀ ਸੋਚ, ਸਾਡੀ ਵਿਚਾਰਧਾਰਾ ਸਟਰੋਂਗ ਨਹੀਂ ਬਣਦੀ ਤੇ ਸਾਨੂੰ ਕੋਈ ਵੀ ਵਰਗਲਾ ਕੇ ਗੈਂਗਸ ਵੱਲ ਲੈ ਕੇ ਜਾ ਸਕਦਾ ਹੈ, ਸਾਨੂੰ ਗੈਂਗਸਟਰ ਬਣਾ ਸਕਦਾ ਹੈ, ਸਾਨੂੰ ਗਲਤ ਰਾਹਾਂ ਤੇ ਤੋਰ ਸਕਦਾ ਹੈ, ਕਿਉਂਕਿ ਸਾਡੀ ਸੋਚ ਨਹੀਂ ਸੋਲਿਡ, ਪੁਖਤਾ ਨਹੀਂ ਬਣੀ, ਸਾਡੇ ਵਿੱਚ ਸੰਸਕਾਰ ਨਹੀਂ ਹੈਗੇ। ਐਜੂਕੇਸ਼ਨ ਸਿਸਟਮ ਨੂੰ ਤੁਸੀਂ ਇਹਦੇ ਵਾਸਤੇ ਜ਼ਿੰਮੇਵਾਰ ਸਮਝਦੇ ਹੋ? ਉਸ ਤੋਂ ਬਾਅਦ ਇੱਕ ਅਗਲੀ ਵੀ ਆਪਾਂ ਟੌਪਿਕ ਤੇ ਥੋੜਾ ਜਿਹਾ ਛੇੜਾਂਗੇ ਕਿ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਮੁੰਡਿਆਂ ਨੂੰ ਮੁੜ ਤੋਂ ਜੀਵਨ ਦੇ ਨਾਲ ਜੋੜਿਆ ਜਾਵੇ, ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ। ਹਾਂ ਬਿਲਕੁਲ। ਪਹਿਲਾਂ ਤਾਂ ਪਤਾ ਹਿੰਦੁਸਤਾਨ 'ਚ ਰੇਡੀਓ ਆਜ਼ਾਦ ਹੋਇਆ, ਰੇਡੀਓ ਚੱਲਿਆ, ਮਾਰਕੋਨੀ ਟਾਈਮ ਤਾਂ ਉਦੋਂ ਰੇਡੀਓ ਆ ਗਿਆ ਲੋਕਾਂ ਤੱਕ, ਲੋਕ ਸੁਣਨ ਲੱਗ ਪਏ। ਫਿਰ ਰੇਡੀਓ ਫਿਲਮ ਜਿਹੜੀਆਂ ਮੂਕ ਫਿਲਮਾਂ ਸੀ, ਪਹਿਲਾਂ ਫਿਲਮਾਂ 'ਚ ਆਵਾਜ਼ ਨਹੀਂ ਸੀ ਤੇ ਉੱਦਾਂ ਇਸ਼ਾਰਾ ਸੀਗਾ, ਉਹਦੇ ਨਾਲ ਸੀਗਾ ਚੱਲਦਾ, ਜਾਂ ਥੋੜ੍ਹਾ ਬਹੁਤ ਮਿਊਜ਼ਿਕ ਹੁੰਦਾ ਸੀ, ਹੋਰ ਕੁਛ ਨਹੀਂ। ਫਿਰ ਰੇਡੀਓ ਤੋਂ ਬਾਅਦ ਟੈਲੀਵਿਜ਼ਨ ਆਇਆ। ਟੈਲੀਵਿਜ਼ਨ ਜਿਹੜੇ ਆ ਇਹਦੇ ਪੇਰੈਂਟਸ ਦੋ ਹੀ ਆ, ਇਹ ਰੇਡੀਓ ਫਿਲਮ ਉਹਦੇ 'ਚੋਂ ਆਜ਼ਾਦ ਹੋ ਕੇ ਟੈਲੀਵਿਜ਼ਨ ਬਣ ਗਿਆ। ਟੈਲੀਵਿਜ਼ਨ ਜਿਹੜਾ ਹੁਣ ਇਮੈਜੀਨੇਸ਼ਨ ਤੁਹਾਡੇ ਨਾਲ, ਵਿਜ਼ੂਅਲਾਈਜ਼ ਤੁਹਾਡੇ ਨਾਲ, ਸਾਰੇ ਜੋ ਕੁਝ ਦੇਖੋਗੇ ਦ੍ਰਿਸ਼ ਤੁਹਾਡੇ ਰਜਿਸਟਰ ਕਰ ਜਾਂਦੇ ਆ ਬ੍ਰੇਨ 'ਚ। ਔਰ ਦੇਖੋ ਜੇ ਅਜੇ ਤੱਕ ਤੁਸੀਂ ਗੈਂਗ ਵਾਰ ਦੀ ਗੱਲ ਕੀਤੀ ਹੈ, ਗੈਂਗਸਟਰ ਦੀ ਗੱਲ ਕੀਤੀ ਹੈ, ਅਜੇ ਤੱਕ ਜਿੰਨੀਆਂ ਬਹੁਤ ਚੋਰੀਆਂ ਹੋਈਆਂ, ਵਿਕਟੋਰੀਆ ਨੰਬਰ 203, ਕੋਈ ਇਸ ਤਰ੍ਹਾਂ ਦੀਆਂ ਫਿਲਮਾਂ ਹੈਗੀਆਂ ਜਿਨ੍ਹਾਂ ਦੇ ਸੀਨ ਵੇਖ ਕੇ ਹੀ ਬੈਂਕ ਡਕੈਤੀਆਂ ਹੁੰਦੀਆਂ ਰਹੀਆਂ, ਉਹਦੇ ਨਾਲ ਹੀ ਮਰਡਰ ਹੁੰਦੇ ਰਹੇ ਆ, ਉਹਦੇ ਨਾਲ ਹੀ ਸਾਰਾ ਕੁਝ ਹੁੰਦੇ। ਬਹੁਤ ਆਪਾਂ ਪੜ੍ਹੇ ਵੀ ਆ ਕਿ ਇੱਕ ਮੁੰਡਾ ਕੁਰਸੀ 'ਤੇ ਬਿਠਾ ਕੇ ਦੂਜੇ ਦੇ ਸਿਰ 'ਚ ਸੋਟਾ ਮਾਰਦਾ। ਇੱਥੇ ਜਲੰਧਰ ਦੀ ਇੱਕ ਗੱਲ ਹੋਈ ਹੈ। ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਬੱਚੇ ਸਿੱਖਦੇ, ਉੱਥੋਂ ਪੜ੍ਹਦੇ ਵੀ ਆ ਤਾਂ ਵੇਖਦੇ ਵੀ ਆ ਫਿਲਮਾਂ ਵੀ। ਇਹ ਚੀਜ਼ਾਂ ਕਿਉਂਕਿ ਉਹਨਾਂ ਬੱਚਿਆਂ ਲਈ ਬੈਨ ਕਰ ਦਿੰਦੇ ਸੀ। ਸੈਂਸਰ ਬੋਰਡ ਨੂੰ ਚਾਹੀਦਾ ਸੀ ਕਿ ਇਹਨਾਂ ਫਿਲਮਾਂ ਬੱਚਿਆਂ ਤੱਕ, ਉਸ ਏਜ ਗਰੁੱਪ ਤੱਕ ਨਾ ਲਿਆਉਣ। ਇੱਕ ਏਜ ਗਰੁੱਪ ਇੱਦਾਂ ਦਾ ਹੁੰਦਾ ਜਿਹੜਾ ਹਵਾ 'ਚ ਉਡਾਰੀਆਂ ਮਾਰਦਾ, ਜਿਹੜੀਆਂ ਇਮੈਜੀਨੇਸ਼ਨ ਨਾਲ, ਕਲਪਨਾ ਨਾਲ ਹੀ ਉਡਾਰੀਆਂ ਮਾਰਦਾ, ਉਹਨਾਂ ਨੂੰ ਉੱਥੋਂ ਦੂਰ ਰੱਖਣਾ ਚਾਹੀਦਾ। ਕਈ ਗੇਮਸ ਵੀ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਗੇਮਸ ਨਾਲ ਉਹਦਾ ਫਾਇਰਿੰਗ ਚੱਲਦੀ ਹੈ, ਉਹਦੇ ਨਾਲ ਉਹ ਖਤਮ ਹੋ ਜਾਂਦੇ ਆਪ ਉਹ ਕਰਕੇ। ਪਰ ਦੂਜੀ ਰਹੀ, ਆਪਾਂ ਬਰੀਫ ਦੀ ਗੱਲ ਕਰਦੇ ਹਾਂ, ਦੂਜੀ ਰਹੀ ਐਜੂਕੇਸ਼ਨ ਸਿਸਟਮ 'ਚ ਵੀ ਇਹ ਥੋੜ੍ਹੀਆਂ ਊਣਤਾਈਆਂ ਹੈਗੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਨੂੰ ਇਸ ਤਰ੍ਹਾਂ ਦਾ ਸਟਰੋਂਗ ਨਹੀਂ ਬਣਾਇਆ। ਜਿਸ ਤਰ੍ਹਾਂ ਤੁਸੀਂ ਇੱਕ ਦਿਨ ਗੱਲ ਕੀਤੀ ਸੀ ਵੇਦਾਂ ਦੀ, ਓਪਨ ਪਾਠਸ਼ਾਲਾ ਦੀ, ਔਰ ਰਵਿੰਦਰਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਦੀ, ਉਹ ਵੀ ਐਜੂਕੇਸ਼ਨ ਸੀ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਲਭਾਓ, ਇਸ ਤਰ੍ਹਾਂ ਦਾ ਲਾਲਚ, ਇਸ ਤਰ੍ਹਾਂ ਦਾ ਕੋਈ ਦਿਸ਼ਾਹੀਨਤਾ ਨਹੀਂ ਸੀ ਬੱਚਿਆਂ ਨੂੰ ਪ੍ਰੋਵਾਈਡ ਕਰਦਾ। ਉਹ ਚੀਜ਼ਾਂ ਜਿਹੜੀਆਂ ਸੀ ਬੱਚੇ ਸਿੱਖਦੇ ਰਹੇ ਕਿ ਪੰਜਾਬ ਦਾ ਇਤਿਹਾਸ, ਹਿਸਟਰੀ ਕੀ ਰਹੀ ਹੈ, ਹਿਸਟਰੀ ਆਫ ਪੰਜਾਬ ਪੜ੍ਹਾਂਗੇ, ਗੁਰੂ ਸਾਹਿਬਾਨ ਦੀ ਹਿਸਟਰੀ ਪੜ੍ਹਾਂਗੇ, ਯੋਧਿਆਂ ਦੀਆਂ ਵਾਰਾਂ ਪੜ੍ਹਾਂਗੇ, ਔਰ ਹਿੰਦੁਸਤਾਨ ਦਾ ਸਾਰਾ ਇਤਿਹਾਸ ਦੇਖਾਂਗੇ। ਇਹ ਚੀਜ਼ਾਂ ਸੀ ਉਦੋਂ ਬਹੁਤ ਜ਼ੋਰ ਦਿੰਦੇ ਸੀ ਇਹਨਾਂ ਦੇ ਪੜ੍ਹਨ ਲਈ। ਜਿਉਂ-ਜਿਉਂ ਵੈਸਟਰਨਾਈਜ਼ ਐਜੂਕੇਸ਼ਨ ਹੋ ਗਈ, ਜਿਉਂ-ਜਿਉਂ ਸਾਡੀ ਪਾਠਸ਼ਾਲਾ ਸਿਲੇਬਸ ਉਹ ਆ ਗਿਆ, ਅਸੀਂ ਉਹਨਾਂ ਦੀ ਨਕਲ ਮਾਰ ਲਈ। ਉਹ ਬੜੇ ਲੋਕ ਡਿਵੈਲਪ ਕੰਟਰੀ ਆ, ਉਹ ਸਿਆਣੇ ਆ, ਉਹ ਸਮਝਦਾਰ ਹੈ। ਜਦੋਂ ਕਿਸੇ ਆਂਦਾ ਬਾਂਦਰ ਦੇ ਹੱਥ 'ਚ ਕੋਈ ਬੰਦੂਕ ਆ ਜਾਏ ਨਾ ਤਾਂ ਵਿਨਾਸ਼ ਕਰ ਦਿੰਦਾ। ਜੇ ਉਹਨੂੰ ਅੱਗ ਬਾਲਣ ਦੀ ਆਦੀ ਜਾਂਚ ਆ ਜੇ, ਉਹ ਅੱਗ ਲਾ ਦੂ ਜੰਗਲਾਂ 'ਚ ਤੇ ਘਰਾਂ 'ਚ, ਸਾਰਿਆਂ 'ਚ। ਕੋਈ ਚੀਜ਼ਾਂ ਉਹਨਾਂ ਤੋਂ ਹੁੰਦੀਆਂ, ਜਿਹੜਾ ਬਾਂਦਰ ਹੈ ਮੁੱਠ ਨਹੀਂ ਮੀਚ ਸਕਦਾ। ਜਦੋਂ ਤੁਸੀਂ ਇਹਨੂੰ ਸੇਬ ਫੜਾਓਗੇ, ਕੁਝ ਕਰੋਗੇ ਤੇ ਨਹੀਂ ਫੜੂਗਾ। ਕੋਈ ਚੀਜ਼ਾਂ ਕੁਦਰਤ ਨੇ ਦੂਰ ਰੱਖੀਆਂ। ਇਸੇ ਤਰ੍ਹਾਂ ਸਾਡੀ ਪੜ੍ਹਾਈ ਵੀ ਜਿਹੜੀ ਹੈ ਬੱਚਿਆਂ ਨੂੰ ਇਸੇ ਤਰ੍ਹਾਂ ਦੀ ਚਾਹੀਦੀ ਕਿ ਬੱਚਿਆਂ ਦੇ ਦਿਮਾਗ ਉਸ ਤਰ੍ਹਾਂ ਦੇ ਕਰਨ, ਉੱਦਾਂ ਦਾ ਸਟਰੋਂਗ ਹੋ ਜਾਣ, ਉਹਨਾਂ ਨੂੰ ਇਸ ਤਰ੍ਹਾਂ ਦਾ ਪ੍ਰੋਫੈਸ਼ਨ ਨਾਲ ਜੋੜ ਦੇਣ। ਕਿਉਂਕਿ ਸਾਡੀ ਜਿਹੜੀ ਪਾਠਸ਼ਾਲਾ ਜਾਂ ਜਿਹੜੀ ਸਾਡੀਆਂ ਸਿਲੇਬਸ ਹੈ, ਇਹ ਸਿਰਫ ਕਿਤਾਬੀ ਭਾਸ਼ਾ ਹੈਗੀ, ਕਿਤਾਬਾਂ ਤੱਕ ਹੀ ਹੈਗਾ। ਜਦੋਂ ਸੁਸਾਇਟੀ 'ਚ ਅਸੀਂ ਆਉਂਦੇ ਹਾਂ, ਜਦੋਂ ਕੰਮ ਕਰਦੇ ਹਾਂ, ਉਦੋਂ ਅਸੀਂ ਫੇਲ ਹੋ ਜਾਂਦੇ ਹਾਂ। ਨਾ ਤਾਂ ਅਸੀਂ ਪ੍ਰੈਕਟੀਕਲੀ ਕੁਝ ਕਰਨ ਜੋਗੇ ਹੁੰਦੇ, ਨਾ ਕੁਝ ਕਰਦੇ ਹਾਂ। ਕਿਤਾਬੀ ਪਾਠਸ਼ਾਲਾ, ਕਿਤਾਬੀ ਲੈਸਨ ਹੈਗੇ, ਉਹੀ ਫੋਟੋ, ਉਹੀ ਸਾਰਾ ਕੁਝ ਹੈਗਾ। ਇਹ ਉਣਤਾ ਹੀ ਰਹੀ ਹੈ। ਨਾਲੇ ਸਰਕਾਰਾਂ ਨੂੰ ਚਾਹੀਦਾ, ਕਿਉਂਕਿ ਕਈ ਵਾਰ ਨਾ ਮੇਰੇ ਮਨ 'ਚ ਆਉਂਦਾ ਕਿ ਇਹ ਵੀ ਤਾਂ ਇਨਸਾਨ ਹੀ ਨੇ ਜਿਹੜੇ ਗੈਂਗਸ ਦੇ ਵਿੱਚ ਜਾਂਦੇ ਨੇ, ਗੈਂਗਸਟਰ ਬਣਦੇ ਨੇ। ਇਹਨਾਂ ਦੇ ਅੰਦਰ ਵੀ ਸੁਪਨੇ ਨੇ, ਬਿਲਕੁਲ। ਇਹਨਾਂ ਦੇ ਅੰਦਰ ਵੀ ਨਾਜ਼ੁਕ ਦਿਲ ਹੈ ਜਿਹਦੇ 'ਚ ਪਿਆਰ ਹੈ। ਬਿਲਕੁਲ। ਇਹ ਵੀ ਚਾਹੁੰਦੇ ਹੋਣਗੇ ਕਿ ਕਿਸੇ ਨਾਲ ਇਹਨਾਂ ਨੂੰ ਇਸ਼ਕ ਹੋਵੇ। ਇਹ ਵੀ ਚਾਹੁੰਦੇ ਹੋਣਗੇ ਕਿ ਇਹਨਾਂ ਦੇ ਘਰ ਪਰਿਵਾਰ ਵੀ ਰੋਮਾਂਸ ਚਾਹੁੰਦੇ ਆ, ਪਿਆਰ ਚਾਹੁੰਦੇ ਆ, ਮੁਹੱਬਤ ਚਾਹੁੰਦੇ ਆ, ਬੰਦੇ ਆ, ਮਾਵਾਂ ਨੇ ਜਾਏ ਪੁੱਤਾ। ਬਿਲਕੁਲ। ਤੇ ਜਿਹੜੀਆਂ ਇਹਨਾਂ ਕੋਲੋਂ ਗਲਤੀਆਂ ਹੋ ਗਈਆਂ ਔਰ ਜਿਹੜੀਆਂ ਰਾਹਾਂ ਤੇ ਤੁਰ ਪਏ, ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਮੁੜ ਤੋਂ ਵਸਾਉਣ, ਮੁੜ ਤੋਂ ਲੈ ਕੇ ਆਉਣ ਮੇਨ ਸਟ੍ਰੀਮ ਦੇ ਵਿੱਚ ਆਮ ਜ਼ਿੰਦਗੀ। ਇਦਾਂ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ। ਪਰ ਇਹ ਗੱਲ ਪਤਾ ਕੀ ਹੈਗੀ, ਇਹ ਗੱਲ ਤੁਹਾਡੀ ਬੜੀ ਵਧੀਆ ਔਰ ਬੜੀ ਮੀਲ ਪੱਥਰ ਸਾਬਤ ਹੋਊਗੀ ਸਰਕਾਰ ਲਈ। ਇਹ ਗੱਲ ਇਹ ਹੈਗੀ ਕਿ ਬੇਰੁਜ਼ਗਾਰੀ ਦੂਰ ਕੀਤਾ ਜਾਏ। ਬੇਰੁਜ਼ਗਾਰੀ ਭੱਤਾ ਹੀ ਦੇ ਦਿਓ ਇਹਨਾਂ ਨੂੰ, ਬਾਹਰਲੇ ਦੇਸ਼ਾਂ 'ਚ ਦਿੰਦੇ ਆ। ਕੋਈ ਜੌਬ ਇੱਦਾਂ ਦੀ ਹੋਵੇ, ਇੰਡਸਟਰੀ ਲਾ ਦਿਓ, ਖੇਤੀਬਾੜੀ 'ਚ ਇਹਨਾਂ ਨੂੰ ਲਾ ਦਿਓ, ਟਰੈਕਟਰ ਲੈ ਦਿਓ, ਕੰਮ ਕਰੋ। ਕਿਉਂਕਿ ਮੁੰਡੇ ਫਰਸਟ੍ਰੇਸ਼ਨ 'ਚ ਆ ਕੇ ਫਿਰ ਨਸ਼ਾ ਵੀ ਲੈ ਰਹੇ ਆ।
ਇਹ ਦੋ ਚੀਜ਼ਾਂ ਜੇ ਤੱਕ ਸਰਕਾਰ ਨਹੀਂ ਇਹਨੂੰ ਕੰਟਰੋਲ ਕਰੂਗੀ, ਹਰ ਸਿਆਣਾ ਬੰਦਾ, ਤੁਸੀਂ ਕਿਸੇ ਨਾਲ ਗੱਲ ਕਰੋ, ਸਹੀ ਗੱਲ ਹੈ। ਤੁਸੀਂ ਆਪ ਵਧੀਆ ਔਰ ਕਈ ਚੈਨਲਾਂ ਤੇ ਤੁਸੀਂ ਕੰਮ ਕਰਦੇ ਜੇ, ਮੈਂ ਵੀ ਪੜਾਇਆ ਵੀ ਆ, ਮੈਂ ਵੀ ਮੀਡੀਆ 'ਚ ਰਿਹਾ ਹਾਂ, ਮੈਨੂੰ ਪਤਾ ਇਸ ਵੇਲੇ ਜਿਹੜੀ ਯੂਥ ਜਿਹੜਾ ਇੱਧਰ ਉੱਧਰ ਹੋ ਗਿਆ, ਇਹ ਸਿਰਫ ਇਹ ਕਰਕੇ ਨੌਕਰੀ ਨਹੀਂ ਹੈਗੀ, ਪੈਸਾ ਨਹੀਂ ਹੈਗਾ ਉਹਨਾਂ ਕੋਲ, ਜਿਹੜੀ ਫਰਸਟ੍ਰੇਸ਼ਨ ਆ ਜਾਂ ਵਿਹਲਾ ਮਨ ਸ਼ੈਤਾਨ ਦਾ ਚਰਖਾ ਜਿਹੜੀ ਗੱਲ ਹੈ ਉਹ ਉੱਥੇ ਆ ਟੁਕਦੀ ਹੈ। ਜੇ ਸਰਕਾਰ ਨੇ, ਹੁਣ ਵਾਲੀ ਸਰਕਾਰ ਨੇ, ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਨਹੀਂ ਇਸ ਚੀਜ਼ 'ਚ ਹਿੱਸਾ ਪਾਇਆ, ਨਹੀਂ ਲੋਕਾਂ ਨਾਲ ਮਿਲ ਕੇ ਚੱਲੇ ਜਾਂ ਲੋਕਾਂ ਨੂੰ ਨਹੀਂ ਪੁੱਛਿਆ, ਉਹਨਾਂ ਮੁੰਡਿਆਂ ਨੂੰ ਪਿਆਰ ਨਾਲ ਨਹੀਂ ਮਨਾਇਆ, ਇਹ ਦਿਸ਼ਾਹੀਣ ਕੰਮ ਹੋ ਜੇ। ਇੱਥੇ ਹੋਰ ਤਰ੍ਹਾਂ ਦੇ ਸਿੱਟੇ ਆਉਣਗੇ ਜਿਨ੍ਹਾਂ ਨੂੰ ਕੰਟਰੋਲ ਕਰਨਾ ਔਖਾ। ਜਦੋਂ ਯੂਥ ਕਿਤੇ ਬਗਾਵਤ ਕਰਦਾ, ਜਦੋਂ ਕੁਝ ਕਰਦਾ, ਕੰਟਰੋਲ ਤੋਂ ਬਾਹਰ ਹੋ ਜਾਂਦਾ, ਨਹੀਂ ਫੜਿਆ ਜਾਂਦਾ। ਜੇ ਦੇਸ਼ ਨੂੰ ਆਜ਼ਾਦ ਵੀ ਕਰਾਉਣ ਵਾਲੇ ਸਾਡੇ ਯੂਥ ਹੀ ਆ, ਭਗਤ ਸਿੰਘ, ਸਰਾਭਾ ਜੀ, ਹੈ ਨਾ, ਰਾਜਗੁਰੂ ਸੁਖਦੇਵ ਜੀ, ਹੈ ਨਾ, ਬੀਕੇ ਦੱਤ ਜੀ, ਯੂਥ ਹੀ ਆ ਜਿਨ੍ਹਾਂ ਨੇ ਦੇਸ਼ ਦੀ ਕਾਇਆ ਕਲਪ ਬਦਲ ਕੇ ਕੀ ਕੁਝ ਬਣਾਤਾ। ਇਹਨਾਂ ਜਵਾਨਾਂ ਨੂੰ ਜੇ ਤਰੀਕੇ ਨਾਲ ਸੰਭਾਲਿਆ ਜਾਵੇ ਤਾਂ ਬੜਾ ਕੁਝ ਕਰ ਸਕਦੇ, ਬੜਾ ਪੰਜਾਬ ਨੂੰ ਨਹੀਂ ਹਿੰਦੁਸਤਾਨ ਨੂੰ ਨਵੀਂ ਦਿਸ਼ਾ ਦੇ ਸਕਦੇ ਨੇ, ਕਿਉਂਕਿ ਇਹ એનર્ਜੀ ਹੈ, ਇਹ ਤਾਕਤ ਹੈ, ਇਹਨੂੰ ਚੈਨਲਾਈਜ਼ ਕਰ ਦਿਓ, ਸਹੀ ਦਿਸ਼ਾ ਦੇ ਦਿਓ, ਕ੍ਰਾਂਤੀ ਲਿਆ ਕੇ ਰੱਖ ਸਕਦੀ ਹੈ, ਕੁਝ ਦਾ ਕੁਝ ਬਣਾ ਕੇ ਰੱਖ ਸਕਦੀ ਆ। ਔਰ ਸਾਡੇ ਪੰਜਾਬ ਨੂੰ ਉਹੀ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਨਾ, ਇਹ ਯੂਥ ਨੇ ਬਣਾਉਣਾ ਹੈ, ਨੌਜਵਾਨਾਂ ਨੇ ਬਣਾਉਣਾ ਹੈ। ਬਿਲਕੁਲ ਸਹੀ। ਸੋ ਇਸ ਨੋਟ ਦੇ ਉੱਤੇ ਆਪਾਂ ਇਸ ਗੱਲ ਨੂੰ ਹੁਣ ਸਮੇਟਦੇ ਹਾਂ ਕਿ ਜਿਹੜੀ ਇਹ ਯੂਥ ਹੈ, ਜਿਹੜੀ ਇਹ ਨੌਜਵਾਨੀ ਹੈ, ਇਹਨੇ ਹੀ ਸਾਰੇ ਕੰਮ ਕਰਨੇ ਨੇ। ਜਿਹੜਾ ਅਸੀਂ ਸੁਪਨਾ ਦੇਖਦੇ ਹਾਂ ਨਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ, ਇਹ ਨੌਜਵਾਨਾਂ ਨੇ ਬਣਾਉਣਾ ਹੈ। ਬਿਲਕੁਲ। ਤੁਸੀਂ ਹੁਣ ਜਾਂਦੇ ਜਾਂਦੇ ਦੋ ਜ਼ਰੂਰ ਲਾਈਨਾਂ ਕਹੋ, ਜੇ ਕੋਈ ਸ਼ੇਰ ਸ਼ਾਇਰੀ 'ਚ ਕਰਨਾ ਚਾਹੋ ਉਹ ਵੀ ਕਹੋ ਸਾਡੇ ਦਰਸ਼ਕਾਂ ਲਈ, ਤੇ ਫਿਰ ਆਪਾਂ ਸਾਡੇ ਦਰਸ਼ਕ ਬੜੇ ਪਿਆਰੇ ਨੇ ਔਰ ਮੈਨੂੰ ਲੱਗਦਾ ਕਿ ਯੂਥ ਜਿਹੜਾ ਹੈ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਦੇਖਦੇ ਆ। ਔਰ ਅਸੀਂ ਉਹੀ ਕਹਿੰਦੇ ਹਾਂ ਕਿ ਬਾਤ ਆਪਣੀ ਆਪਣੇ ਹੀ ਅੰਦਾਜ਼ ਸੇ ਕਹੋ, ਮੀਰ ਕਾ ਸ਼ੇਰ ਤਾਂ ਮੀਰ ਕਾ ਸ਼ੇਰ ਹੈ। ਅੰਦਾਜ਼ ਆਪਣਾ ਔਰ ਸਾਰਾ ਕੁਝ ਆਪਣਾ। ਜੇ ਅਸੀਂ ਸਟਾਈਲ 'ਚ ਰਵਾਂਗੇ, ਆਪਣੇ ਤਰੀਕੇ ਨਾਲ ਚੱਲਾਂਗੇ, ਤੇ ਦੁਨੀਆ ਨਵੀਂ ਉਸਰ ਜਾਏਗੀ। ਔਰ ਸਤਵੇਂ ਸਮਾਨ 'ਚ ਨਹੀਂ, ਤੁਸੀਂ ਅਰਸ਼ਾਂ ਦੀਆਂ ਗੱਲਾਂ ਕਰੋਗੇ। ਉਹ ਇੱਕ ਗੀਤ ਹੈ ਨਾ ਹਿੰਦੀ ਫਿਲਮ ਦਾ, ਯਹਾਂ ਵਹਾਂ ਸਾਰੇ ਜਹਾਂ पे तेरा राज है, जवानी और दीवानी तू जिंदाबाद। जिंदाबाद, जिंदाबाद। नौजवानी हमेशा जिंदाबाद है, जिंदाबाद ही रहनी है। बिल्कुल। चलिए जी हुण। हाँ बिल्कुल, इजाजत। सत श्री अकाल। सत श्री अकाल।